अगली कहानी है पतझड़। कहानीकार सुरिंदर सिंह जौहर। बाऊ शाम सुंदर सवेरे उठिया, रोज वांग ही उठ के बाहर बरांडे च गया। अखबार चुकी ते बाथरूम च चला गया। ਉਹਨੂੰ ਸਵੇਰੇ ਰੋਜ਼ ਜਲਦੀ ਉੱਠਣ ਦੀ ਆਦਤ ਸੀ। ਉਸ ਸਿਗਰਟ ਲਗਾਇਆ ਤੇ ਪੀਣ ਲੱਗਾ। ਧੂਆਂ ਸਾਰੇ ਬਾਥਰੂਮ 'ਚ ਫੈਲ ਗਿਆ। ਅਖਬਾਰ ਤੇ ਨਜ਼ਰ ਮਾਰੀ। ਰੋਜ਼ ਵਰਗੀਆਂ ਹੀ ਖਬਰਾਂ ਸਨ। ਕਤਲ, ਅਗਜਣੀ, ਬਲਾਤਕਾਰ ਤੇ ਔਰਤਾਂ ਦੇ ਸੜਨ ਦੀਆਂ ਖਬਰਾਂ। ਉਹਨੂੰ ਕੋਈ ਖਬਰ ਨਵੀਂ ਨਾ ਲੱਗੀ। ਇਹੋ ਜਿਹੀਆਂ ਖਬਰਾਂ ਤਾਂ ਹੁਣ ਨਿੱਤ ਦੀਆਂ ਖਬਰਾਂ ਬਣ ਗਈਆਂ। ਨਾ ਇਹਨਾਂ 'ਚ ਕੋਈ ਨਵਾਂਪਣ ਹੈ ਤੇ ਨਾ ਉਹਨੂੰ ਕਿਸੇ ਖਬਰ ਨੇ ਝੰਜੋੜਿਆ। ਉਹਨੂੰ ਲੱਗਿਆ ਇਹ ਕੁਝ ਤਾਂ ਹੁੰਦਾ ਹੀ ਰਹੇਗਾ। ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ। ਫਿਰ ਉਹਦੀ ਨਜ਼ਰ ਅਖਬਾਰ ਦੇ ਉਸ ਸਫ਼ੇ ਤੇ ਪਈ ਜਿਹਦੇ ਚੀਜ਼ਾਂ ਦੇ ਭਾਅ ਲਿਖੇ ਸੀ। ਬਨਸਪਤੀ 'ਚ 1 ਰੁਪਏ ਕਿਲੋ ਦਾ ਵਾਧਾ, ਸੋਨਾ ਇੱਕ ਦਿਨ 'ਚ 50 ਰੁਪਏ 10 ਗ੍ਰਾਮਾਂ ਪਿੱਛੇ ਵੱਧ ਗਿਆ, ਦਾਲਾਂ ਵੀ ਰੁਪਇਆ ਕਿਲੋ ਮਹਿੰਗੀਆਂ। ਫਿਰ ਉਹ ਹਿਸਾਬ ਲਾਉਣ ਲੱਗ ਪਿਆ, ਇਸ ਮਹੀਨੇ ਕੱਟ ਕਟਾ ਕੇ ਤਨਖਾਹ ਕਿੰਨੀ ਮਿਲਣੀ ਹੈ? ਕੁੱਲ 400 ਰੁਪਏ, ਜਿਸ ਵਿੱਚ ਉਹਨੇ 50 ਰੁਪਏ ਆਪਣੇ ਚਪੜਾਸੀ ਦੇ ਮੋੜਨੇ ਆ। ਉਹਦਾ ਚਪੜਾਸੀ ਬਿਸ਼ਨ ਦਾਸ ਹਰ ਮਹੀਨੇ ਬਾਬੂਆਂ ਨੂੰ ਪੈਸੇ ਉਧਾਰ ਦਿੰਦਾ ਰਹਿੰਦਾ ਹੈ। ਤਨਖਾਹ ਤਾਂ ਉਹਨੇ ਕੇਵਲ 300 ਰੁਪਏ ਮਹੀਨੇ ਹੀ ਮਿਲਦੀ ਹੈ, ਪਰ ਉਹਦੀ ਜੇਬ 'ਚ 200-400 ਰੁਪਏ ਹਰ ਵੇਲੇ ਪਏ ਰਹਿੰਦੇ ਆ। ਉਸ 4 ਮੱਝਾਂ ਰੱਖੀਆਂ ਹੋਈਆਂ, 40 ਕਿਲੋ ਰੋਜ਼ ਦਾ ਦੁੱਧ ਦਿੰਦੀਆਂ। 200 ਰੁਪਏ ਦਾ ਦੁੱਧ ਬੜੇ ਆਰਾਮ ਨਾਲ ਵਿਕ ਜਾਂਦਾ। ਖਰਚਾ ਕੱਢ ਘਟਾ ਕੇ ਉਹਨੂੰ 100 ਰੁਪਇਆ ਰੋਜ਼ ਦਾ ਬੜੇ ਆਰਾਮ ਨਾਲ ਬਚ ਜਾਂਦਾ। ਬਿਸ਼ਨ ਚੰਦ ਸਵੇਰੇ ਉੱਠਦਾ, ਆਪੇ ਮੱਝਾਂ ਲਈ ਗੁਤਾਵਾ ਕਰਦਾ ਤੇ ਆਪੇ ਦੁੱਧ ਚੋਂਦਾ। ਫਿਰ ਲੋਕੀ ਆਪ ਹੀ ਉਸ ਕੋਲੋਂ ਘਰੋਂ ਆ ਕੇ ਦੁੱਧ ਲੈ ਜਾਂਦੇ ਆ। ਇਸ ਤਰ੍ਹਾਂ ਕਰਦਿਆਂ ਉਹਦੇ ਘਰ ਹੀ 11 ਵੱਜ ਜਾਂਦੇ ਆ। ਫਿਰ ਉਹ ਦਫ਼ਤਰ ਜਾਣ ਲਈ ਬੱਸ ਸਟਾਪ ਤੇ ਜਾ ਕੇ ਲਾਈਨ 'ਚ ਖੜਾ ਹੁੰਦਾ। ਦਫ਼ਤਰ ਪਹੁੰਚਦਿਆਂ 12:30 ਵੱਜ ਜਾਂਦੇ ਆ। ਉਹਨੂੰ ਕੋਈ ਨਹੀਂ ਪੁੱਛਦਾ। ਅੱਜ ਤੱਕ ਉਹਨੂੰ ਕਦੀ ਇਹ ਵੀ ਨਹੀਂ ਪੁੱਛਿਆ ਕਿ ਉਹ ਦਫ਼ਤਰ ਇੰਨੀ ਦੇਰ ਨਾਲ ਕਿਉਂ ਪਹੁੰਚਦੇ, ਕਿਉਂਕਿ ਸਭ ਤੋਂ ਪਹਿਲੇ ਉਹ ਸਵੇਰੇ ਵੱਡੇ ਅਫਸਰ ਦੇ ਘਰ ਦੁੱਧ ਪਹੁੰਚਾ ਆਉਂਦਾ, ਅਸਲੀ ਤੇ ਖਾਲਸ ਦੁੱਧ। ਉਹਨਾਂ ਬਾਕੀ ਦਾ ਦੁੱਧ 40 ਦਾ 40 ਕਿਲੋ ਬਣਿਆ ਰਹਿੰਦਾ ਹੈ। ਬਸ ਉਹ ਕੋਈ ਅਨਰਥ ਤਾਂ ਕਰਦਾ ਨਹੀਂ। ਉਹਨੂੰ ਕੇਵਲ 5 ਕਿਲੋ ਪਾਣੀ 40 ਕਿਲੋ ਦੁੱਧ 'ਚ ਪਾਉਣਾ ਪੈਂਦਾ ਹੈ। ਇਹਨੇ ਨਾਲ ਕੋਈ ਫਰਕ ਨਹੀਂ ਪੈਂਦਾ। ਗਵਾਲੇ ਤਾਂ ਅੱਧਾ ਪਾਣੀ ਮਿਲਾ ਦਿੰਦੇ ਆ। ਬਾਹੂ ਸ਼ਾਮ ਸੁੰਦਰ ਇਹਨਾਂ ਹੀ ਸੋਚਾਂ 'ਚ ਡੁੱਬ ਜਾਂਦਾ ਹੈ। ਹਰ ਸੋਚ ਉਹਦੀ ਹਿੱਕ ਨੂੰ ਚੀਰਦੀ ਜਾਂਦੀ ਹੈ। ਉਹ ਆਪ ਤਾਂ 10 ਮਿੰਟ ਦੇਰ ਨਾਲ ਦਫ਼ਤਰ ਨਹੀਂ ਪਹੁੰਚ ਸਕਦਾ, ਕਿਉਂਕਿ ਉਹਨੇ ਰਜਿਸਟਰ ਤੇ ਹਾਜ਼ਰੀ ਲਾਉਣੀ ਪੈਂਦੀ ਹੈ। 10 ਮਿੰਟਾਂ ਮਗਰੋਂ ਉਹਦੇ ਨਾਂ ਅੱਗੇ ਕ੍ਰਾਸ ਲੱਗ ਜਾਂਦਾ ਹੈ। ਉਹ ਕਿੰਨੇ ਕ੍ਰਾਸ ਲਾਉਂਦਾ ਰਹੀ। 3 ਕ੍ਰਾਸ ਲੱਗ ਗਏ ਤਾਂ ਅੱਧੇ ਦਿਨ ਦੀ ਛੁੱਟੀ ਕੱਟ ਜਾਂਦੀ ਹੈ। ਕੁੱਲ ਸਾਲ 'ਚ 12 ਛੁੱਟੀਆਂ, ਤੇ ਜੇ ਇਸੇ ਤਰ੍ਹਾਂ ਛੁੱਟੀਆਂ ਕੱਟਦੀਆਂ ਜਾਣ ਤਾਂ ਬਾਕੀ ਕਿਹੜੀ ਛੁੱਟੀ ਬਚੇਗੀ? 100 ਦੁੱਖ 100 ਸੁੱਖ, ਹਰ ਥਾਂ ਤੇ ਉਹਨੂੰ ਜਾਣਾ ਪੈਂਦਾ। ਜੇ ਕਿਤੇ ਨਾ ਪਹੁੰਚੇ ਤਾਂ ਲੋਕ ਉਹਨੂੰ ਲੀਚੜ ਸਮਝਦੇ ਆ। ਉਂਝ ਵੀ ਲੋਕਾਂ ਨੇ ਉਹਦਾ ਨਾਂ ਜੁੱਤੀ ਘਸੀਟ ਪਾਇਆ ਹੋਇਆ। ਸੋਚ ਸੋਚ ਕੇ ਉਹ ਨਿਢਾਲ ਹੋ ਰਿਹਾ। ਫਿਰ ਇੱਕ ਸੋਚ ਤਗਟ ਬਣ ਗਈ। ਇਸ ਮਹੀਨੇ ਬਿਸ਼ਨ ਦਾਸ ਦੇ ਪੈਸੇ ਤਾਂ ਉਹ ਮੋੜ ਨਹੀਂ ਸਕੇਗਾ, ਸਗੋਂ ਉਸ ਕੋਲੋਂ 100 ਰੁਪਇਆ ਹੋਰ ਮੰਗਣਾ ਪਏਗਾ। ਉਸ ਆਪਣੇ ਪੁੱਤਰ ਨਾਲ ਵਾਅਦਾ ਕੀਤਾ ਹੋਇਆ ਕਿ ਇਸ ਮਹੀਨੇ ਉਹਨੂੰ ਜ਼ਰੂਰ ਸਾਈਕਲ ਲੈ ਕੇ ਦੇਵੇਗਾ। 100 ਰੁਪਇਆ ਬਾਊ ਬਿਸ਼ਨ ਚੰਦ ਕੋਲੋਂ ਲਏਗਾ ਤੇ ਘਰ 100 ਰੁਪਇਆ ਜੀਪੀ ਫੰਡ ਵਿੱਚੋਂ ਐਡਵਾਂਸ ਲੈ ਕੇ ਵਿਨੋਦ ਨੂੰ ਸਾਈਕਲ ਲੈ ਦੇਵੇਗਾ। ਬਾਹੂ ਸ਼ਾਮ ਸੁੰਦਰ ਇਹਨਾਂ ਹੀ ਸੋਚਾਂ 'ਚ ਖੁੱਭਿਆ ਹੋਇਆ ਸੀ ਕਿ ਉਹਦੀ ਬੀਵੀ ਦੀ ਆਵਾਜ਼ ਨੇ ਉਹਨੂੰ ਚੁਕਾ ਦਿੱਤਾ। ਜੀ ਬਾਹਰ ਵੀ ਨਿਕਲੋ ਹੁਣ, ਬਾਕੀ ਦੀ ਅਖਬਾਰ ਬਾਹਰ ਆ ਕੇ ਪੜ੍ਹ ਲੈਣਾ। ਆਇਆ, ਮੈਂ ਅਖਬਾਰ ਤਾਂ ਨਹੀਂ ਪੜ੍ਹ ਰਿਹਾ, ਸ਼ਾਮ ਸੁੰਦਰ ਨੇ ਅੰਦਰੋਂ ਹੀ ਜਵਾਬ ਦਿੱਤਾ। ਉਹਦਾ ਸਾਹ ਉਖੜਿਆ ਹੋਇਆ ਸੀ। ਫਿਰ ਹੋਰ ਕੀ ਕਰ ਰਹੇ ਹੋ? ਅੰਦਰ ਕੀ ਕਰੀਦਾ ਹੁੰਦਾ? ਬਸ ਤੁਹਾਨੂੰ ਤਾਂ ਮਜ਼ਾਕ ਹੀ ਸੋਚਦਾ ਰਹਿੰਦਾ। ਬਸ ਮੈਂ ਆਇਆ, ਤੂੰ ਚਾਹ ਦੀ ਪਿਆਲੀ ਬਣਾ। ਵਿਨੋਦ ਸਕੂਲ ਜਾਣ ਲਈ ਤਿਆਰ ਹੋ ਚੁੱਕਾ ਸੀ। ਉਹਨੇ ਬੜੇ ਧੀਰਜ ਨਾਲ ਬਾਊ ਸ਼ਾਮ ਸੁੰਦਰ ਨੂੰ ਆਖਿਆ, ਡੈਡੀ ਮੇਰੀ ਸਾਈਕਲ ਕਦ ਆਏਗੀ? ਵਿਨੋਦ ਦੇ ਚਿਹਰੇ ਤੇ ਉਦਾਸੀ ਟਪਕ ਰਹੀ ਸੀ। ਪੁੱਤਰ ਬਸ ਅਗਲੇ ਮਹੀਨੇ ਦੀ 1 ਤਰੀਕ ਹੈ। ਡੈਡੀ ਇਹ ਤਾਂ ਤੁਸੀਂ ਹਰ ਮਹੀਨੇ ਆਖਦੇ ਹੋ। ਅੱਗੇ ਹੋਰ ਗੱਲ ਸੀ, ਇਸ ਮਹੀਨੇ ਜ਼ਰੂਰ, ਪੱਕਾ ਵਾਦਾ, ਪ੍ਰੋਮਿਸ। ਥੈਂਕ ਯੂ ਡੈਡੀ, ਆਖ ਕੇ ਵਿਨੋਦ ਸਕੂਲ ਚਲਾ ਗਿਆ। ਸ਼ਾਮ ਸੁੰਦਰ ਦੀ ਪਤਨੀ ਨੇ ਨਿੰਮੋ ਝੋਣੀ ਜੀ ਹੋ ਕੇ ਆਖਿਆ, ਤੁਸੀਂ ਹਰ ਮਹੀਨੇ ਵਿਨੋਦ ਨਾਲ ਲਾਰਾ ਲਾ ਛੱਡਦੇ ਹੋ, ਇਸ ਤਰ੍ਹਾਂ ਵਿਚਾਰੇ ਦਾ ਦਿਲ ਟੁੱਟ ਜਾਏਗਾ। ਅੱਗੇ ਹੀ ਉਹ ਬੜਾ ਉਦਾਸ ਰਹਿੰਦਾ। ਉਹਦੇ ਸਾਰੇ ਦੋਸਤਾਂ ਕੋਲ ਸਾਈਕਲ ਨੇ, ਐਤਕੀ ਜ਼ਰੂਰ ਲੈ ਦੇਣਾ। ਪੈਸੇ ਕਿੱਥੋਂ ਆਉਣਗੇ? 3 ਮਹੀਨੇ ਦੀ ਵਿਨੋਦ ਦੀ ਸਕੂਲ ਦੀ ਫੀਸ ਦੇਣੀ ਹੈ, 2 ਮਹੀਨੇ ਦਾ ਬਿਜਲੀ ਦਾ ਬਿੱਲ, 100 ਰੁਪਇਆ ਰਾਸ਼ਨ ਵਾਲੇ ਦਾ ਬਕਾਇਆ। ਆਖਰ ਤਨਖਾਹ ਤਾਂ ਉਨੀ ਆਉਣੀ ਹੈ। ਬੀਵੀ ਨੇ ਸਾਰੇ ਖਰਚੇ ਗਿਣਾਤੇ। ਸ਼ਾਮ ਸੁੰਦਰ ਦੇ ਚਿਹਰੇ ਦਾ ਰੰਗ ਬਦਲ ਗਿਆ। ਉਹਦੀਆਂ ਅੱਖਾਂ 'ਚ ਮਾਯੂਸੀ ਤਰਨ ਲੱਗੀ, ਪਰ ਉਸ ਹਿੰਮਤ ਨਾ ਹਾਰੀ ਤੇ ਆਖਿਆ, ਮੈਂ ਪੂਰਾ ਇੰਤਜ਼ਾਮ ਕਰ ਲਿਆ, ਤਨਖਾਹ 'ਚੋਂ ਕੋਈ ਪੈਸਾ ਨਹੀਂ ਕੱਢਣਾ। ਫਿਰ ਪੈਸੇ ਕਿੱਥੋਂ ਆਉਣਗੇ? ਮੈਂ 400 ਰੁਪਇਆ ਜੀਪੀ ਫੰਡ 'ਚੋਂ ਕਢਵਾ ਲਾਂਗਾ ਤੇ ਬਾਕੀ ਦਾ 100 ਰੁਪਇਆ ਬਿਸ਼ਨ ਦਾਸ ਕੋਲੋਂ ਲੈ ਲਾਂਗਾ। ਤੁਹਾਨੂੰ ਸਾਈਕਲ ਖਰੀਦਣ ਲਈ ਜੀਪੀ ਫੰਡ 'ਚੋਂ ਪੈਸੇ ਕੌਣ ਦੇਵੇਗਾ?
ਝੱਲੀਏ, ਪੈਸੇ ਤਾਂ ਕਿਸੇ ਨਾ ਕਿਸੇ ਬਹਾਨੇ ਨਾਲ ਲੈਣੇ ਪੈਂਦੇ ਆ, ਸਿੱਧੇ ਰਸਤੇ ਕੌਣ ਦਿੰਦਾ ਹੈ? ਮੈਂ ਅਰਜ਼ੀ 'ਚ ਲਿਖਾਂਗਾ ਕਿ ਵਿਨੋਦ ਦੇ ਮੁੰਡਨ ਲਈ ਪੈਸੇ ਚਾਹੀਦੇ ਆ। ਮੁੰਡਨ ਲਈ ਤਾਂ ਅੱਗੇ ਪੈਸੇ ਕਢਵਾ ਚੁੱਕੇ ਹੋ। ਫਿਰ ਉਹੀ ਗੱਲ, ਉਹ ਸਭ ਚੱਲਦਾ ਹੈ। ਪਿਛਲੀ ਅਰਜ਼ੀ ਕਿਸੇ ਥੋੜ੍ਹਾ ਕੱਢ ਕੇ ਵੇਖਣੀ ਹੈ। ਚਲੋ ਵੇਖ ਲਓ ਜਿਸ ਤਰ੍ਹਾਂ ਕਰਨਾ ਹੈ। ਆਪਣੀ ਨੌਕਰੀ 'ਤੇ ਕੋਈ ਆਂਚ ਨਾ ਆਣ ਦੇਣੀ। ਨਾਲੇ ਐਤਕੀ ਵਿਨੋਦ ਦਾ ਦਿਲ ਨਾ ਤੋੜਿਆ ਜੇ। ਉਸ ਆਪਣੇ ਦੋਸਤਾਂ ਨੂੰ ਆਖ ਦਿੱਤਾ ਕਿ 1 ਤਰੀਕ ਨੂੰ ਉਹਦੀ ਸਾਈਕਲ ਆ ਜਾਏਗੀ। ਅੱਛਾ ਹੁਣ ਨਾਸ਼ਤਾ ਦੇ ਮੈਨੂੰ, ਦਫ਼ਤਰ ਦੇਰ ਹੋ ਰਹੀ ਹੈ। ਸਪੈਸ਼ਲ ਬੱਸ ਚਲੀ ਗਈ ਤਾਂ ਫਿਰ ਬੱਸ ਵੀ ਨਹੀਂ ਮਿਲਣੀ। ਸ਼ਾਮ ਸੁੰਦਰ ਦਫ਼ਤਰ ਪਹੁੰਚਿਆ, ਹਾਜ਼ਰੀ ਲਗਾਈ, ਅਰਜ਼ੀ ਪਰ ਕੀਤੀ, ਸਿੱਧਾ ਅਕਾਊਂਟੈਂਟ ਕੋਲ ਗਿਆ। ਉਹਦਾ ਸਾਹਬ ਹਲੇ ਨਹੀਂ ਸੀ ਆਇਆ। ਉਸ ਬੜੀ ਨਿਮਰਤਾ ਨਾਲ ਅਕਾਊਂਟੈਂਟ ਨੂੰ ਆਖਿਆ, ਭਾਈ ਸਾਹਿਬ ਮੈਂ 400 ਰੁਪਇਆ GP ਫੰਡ 'ਚੋਂ ਐਡਵਾਂਸ ਲੈਣਾ ਚਾਹੁੰਦਾ। ਇਹ ਮੇਰੀ ਅਰਜ਼ੀ ਹੈ। ਉਹ ਤੈਨੂੰ ਨਹੀਂ ਮਿਲ ਸਕਦਾ। ਕਿਉਂ ਜੀ? ਭਾਈ ਸਰਕਾਰੀ ਕਾਨੂੰਨ ਨੇ, ਮੈਂ ਕੋਈ ਘਰ ਦਾ ਲਾਅ ਤਾਂ ਨਹੀਂ ਬਣਾਇਆ ਹੋਇਆ। ਗੱਲ ਕੀ ਹੈ? ਬੱਚੇ ਦੇ ਮੁੰਡਨ ਲਈ ਤੂੰ ਅੱਗੇ ਐਡਵਾਂਸ ਲੈ ਚੁੱਕਿਆ। ਲੈ ਤਾਂ ਚੁੱਕਿਆ, ਹਾਲੇ 6 ਮਹੀਨੇ ਵੀ ਨਹੀਂ ਹੋਏ। ਫਿਰ ਉਸੇ ਬੱਚੇ ਲਈ ਦੁਬਾਰਾ ਐਡਵਾਂਸ, ਇਹ ਕਦੀ ਨਹੀਂ ਹੋ ਸਕਦਾ। ਪਰ ਮੈਨੂੰ ਤਾਂ ਪੈਸਿਆਂ ਦੀ ਸਖਤ ਲੋੜ ਹੈ। ਤੁਸੀਂ ਕੋਈ ਰਾਹ ਕੱਢੋ। ਕੋਈ ਰਾਹ ਨਹੀਂ ਨਿਕਲ ਸਕਦਾ। ਮਾਈ ਰਿਕੁਐਸਟ। ਇੰਨੇ ਨੂੰ ਬਾਊ ਰਾਮ ਲਾਲ ਵੀ ਆ ਗਿਆ। ਉਸ ਅਕਾਊਂਟੈਂਟ ਨੂੰ ਆਖਿਆ, ਭਾਈ ਸ਼ਾਮ ਦਾ ਕੰਮ ਕਰ ਦਿਓ। ਆਪਣਾ ਸੱਜਣ ਮਿੱਤਰ ਹੈ, ਬੜੇ ਕੰਮ ਆਉਣ ਵਾਲਾ ਬੰਦਾ ਹੈ। ਉਸ ਗੱਲ ਇਸ ਢੰਗ ਨਾਲ ਕੀਤੀ ਅਕਾਊਂਟੈਂਟ ਦੇ ਸਮਝ ਆ ਗਈ। ਜ਼ਰੂਰ ਜ਼ਰੂਰ ਇਹਦਾ ਕੰਮ ਹੋ ਜਾਏਗਾ। ਅਕਾਊਂਟੈਂਟ ਦਾ ਬਦਲਿਆ ਹੋਇਆ ਰੁੱਖ ਵੇਖ ਕੇ ਸ਼ਾਮ ਸੁੰਦਰ ਨੂੰ ਬੜੀ ਹੈਰਾਨੀ ਹੋਈ, ਪਰ ਉਹਦਾ ਚੁੱਪ ਰਹਿਣਾ ਹੀ ਮੁਨਾਸਿਬ ਸਮਝਿਆ। ਉਹ ਅਕਾਊਂਟੈਂਟ ਨੂੰ ਥੈਂਕ ਯੂ ਆਖ ਕੇ ਕਮਰੇ 'ਚੋਂ ਬਾਹਰ ਆ ਗਿਆ। ਫਿਰ ਉਸ ਆਪਣੇ ਕਮਰੇ 'ਚ ਆ ਕੇ ਬਿਸ਼ਨ ਦਾਸ ਨੂੰ ਬੁਲਾਇਆ ਤੇ ਆਖਿਆ, ਤੇਰੇ ਕੋਈ ਓਵਰ ਟਾਈਮ ਦੇ ਬਿੱਲ ਬਣਨੇ ਉਹ ਤਾਂ ਨਹੀਂ ਰਹਿੰਦੇ? ਪਿਛਲੇ ਮਹੀਨੇ ਦਾ ਬਿੱਲ ਰਹਿੰਦਾ। ਲਿਆ ਪਹਿਲਾਂ ਤੇਰੇ ਬਿੱਲ ਬਣਾ ਦਈਏ। ਤੁਸੀਂ ਫਾਰਮ ਭਰ ਦਿਓ, ਮੈਂ ਦਸਤਖਤ ਕਰ ਦਿੰਦਾ। ਸ਼ਾਮ ਸੁੰਦਰ ਨੇ ਫਾਰਮ ਭਰਿਆ ਤੇ ਬਿਸ਼ਨ ਦਾਸ ਨੇ ਦਸਤਖਤ ਕਰ ਦਿੱਤੇ। ਸਾਹਿਬ ਕੋਲੋਂ ਮੈਂ ਆਪੇ ਦਸਤਖਤ ਕਰਾ ਲਾਂਗਾ। ਮਿਹਰਬਾਨੀ। ਮਿਹਰਬਾਨੀ ਕਾਹਦੀ? ਹਾਂ ਹੁਣ ਐਤਕੀ 1 ਤਰੀਕ ਨੂੰ ਮੈਨੂੰ 100 ਰੁਪਇਆ ਚਾਹੀਦਾ ਹੋਏਗਾ। ਜਨਾਬ ਨੂੰ ਕਦੋਂ ਇਨਕਾਰ ਕੀਤਾ? ਭਾਵੇਂ ਅੱਜ ਹੀ ਲੈ ਲਓ। ਉਹ ਨਹੀਂ, ਅੱਜ ਨਹੀਂ ਚਾਹੀਦਾ, 1 ਨੂੰ ਲੈ ਲਾਂਗਾ। ਜਿਸ ਤਰ੍ਹਾਂ ਤੁਹਾਡੀ ਮਰਜ਼ੀ। ਸ਼ਾਮ ਨੂੰ ਸ਼ਾਮ ਸੁੰਦਰ ਘਰ ਆਇਆ ਤਾਂ ਉਸ ਬੀਵੀ ਨੂੰ ਬੜੇ ਵਿਸ਼ਵਾਸ ਨਾਲ ਦੱਸਿਆ ਕਿ 500 ਰੁਪਏ ਦਾ ਪ੍ਰਬੰਧ ਹੋ ਗਿਆ। ਵਿਨੋਦ ਦਾ ਸਾਈਕਲ ਆ ਜਾਏਗਾ। ਘਰ 'ਚ ਖੁਸ਼ੀ ਦੀ ਲਹਿਰ ਦੌੜ ਗਈ। ਸ਼ਾਮ ਸੁੰਦਰ ਨੇ ਤੇ ਉਹਦੀ ਬੀਵੀ ਇੰਨੇ ਖੁਸ਼ ਸਨ ਜਿਸ ਤਰ੍ਹਾਂ ਕਿ ਉਹਨਾਂ ਨੂੰ 2 ਜਹਾਨ ਦੀ ਬਾਦਸ਼ਾਹਤ ਮਿਲ ਗਈ ਹੁੰਦੀ ਹੈ। ਵਿਨੋਦ ਦੀ ਸਾਈਕਲ ਆ ਜਾਏਗੀ ਤਾਂ ਮੇਰਾ ਲਾਡਲਾ ਕਿੰਨਾ ਖੁਸ਼ ਹੋਏਗਾ। ਇਹ ਪਹਿਲੀ ਵਾਰੀ ਹੈ ਉਹਦੀ ਇੱਛਾ ਪੂਰੀ ਕਰਾਂਗਾ। ਨਹੀਂ ਤਾਂ ਵਿਚਾਰਾ ਕਦੀ ਕੋਈ ਗੇਮ ਮੰਗਦਾ ਸੀ, ਕਦੀ ਕੋਈ, ਤੇ ਹਰ ਵਾਰੀ ਅਸੀਂ ਉਹਨੂੰ ਦਿਲਾਸਾ ਦੇ ਛੱਡਦੇ ਸਾਂ ਕਿ ਹਾਲੇ ਉਹ ਬਹੁਤ ਛੋਟਾ ਹੈ, ਜ਼ਰਾ ਵੱਡਾ ਹੋ ਜਾਏਗਾ ਤਾਂ ਉਹਦੇ ਲਈ ਅਸੀਂ ਢੇਰ ਸਾਰੀਆਂ ਚੀਜ਼ਾਂ ਲੈ ਆਵਾਂਗੇ। ਇਹਨਾਂ ਹੀ ਸੋਚਾਂ 'ਚ ਡੁੱਬੀ ਕੁੰਤੀ ਰਸੋਈ 'ਚ ਖਾਣਾ ਬਣਾਉਣ ਲੱਗ ਪਈ। 1 ਹਫ਼ਤਾ ਬੀਤ ਗਿਆ। ਘਰ 'ਚ ਖੁਸ਼ੀ ਦਾ ਵਾਤਾਵਰਨ ਬਣਿਆ ਰਿਹਾ। ਫਿਰ ਇੱਕ ਦਿਨ ਸ਼ਾਮ ਸੁੰਦਰ ਦਫ਼ਤਰ ਆ ਗਿਆ ਤੇ ਅਕਾਊਂਟੈਂਟ ਨੇ ਆਪ ਉਹਨੂੰ ਬੁਲਾ ਭੇਜਿਆ। ਉਸ ਆਖਿਆ, ਵੇਖ ਤੇਰਾ ਕੰਮ ਇੰਨੀ ਜਲਦੀ ਕਰਾਤਾ ਹੈ। ਇਹ ਲੈ ਗਿਣ ਲੈ ਆਪਣੇ 350 ਰੁਪਏ। ਸ਼ਾਮ ਸੁੰਦਰ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ। ਜਦ ਉਸ 400 ਰੁਪਏ ਦੀ ਰਸੀਦ ਦਸਤਖਤ ਕੀਤੇ ਉਹਦਾ ਦਿਲ ਤੇਜ਼ ਤੇਜ਼ ਧੜਕ ਰਿਹਾ ਸੀ, ਪਰ ਉਹਦੀ ਹਿੰਮਤ ਨਾ ਪਈ ਕਿ ਉਹ ਕੋਈ ਗੱਲ ਕਰੇ। ਥੈਂਕ ਯੂ ਆਖ ਕੇ ਸ਼ਾਮ ਸੁੰਦਰ ਆਪਣੇ ਕਮਰੇ 'ਚ ਮੁੜ ਆਇਆ। ਉਸ ਬਿਸ਼ਨ ਚੰਦ ਨੂੰ ਆਖਿਆ, ਭਾਈ 150 ਰੁਪਇਆ ਚਾਹੀਦੇ ਹੋਣਗੇ ਜੀ, ਲੈ ਲਵੋ। ਸ਼ਾਮ ਸੁੰਦਰ ਨੇ ਬੜੇ ਧਿਆਨ ਨਾਲ 500 ਰੁਪਏ ਆਪਣੀ ਪੈਂਟ ਦੀ ਜੇਬ 'ਚ ਪਾਏ। ਉਸ ਦਿਨ ਵਿੱਚ ਕਈ ਵਾਰੀ ਜੇਬ ਨੂੰ ਹੱਥ ਲਾ ਕੇ ਵੇਖਿਆ, ਰੁਪਏ ਸੁਰੱਖਿਅਤ ਤਾਂ ਹਨ। ਉਹ ਬਾਰ-ਬਾਰ ਤਸੱਲੀ ਕੀਤੀ। ਸ਼ਾਮ ਨੂੰ ਘਰ ਜਾਣ ਲੱਗਿਆ ਉਸ ਫਿਰ ਜੇਬ ਨੂੰ ਹੱਥ ਲਗਾ ਕੇ ਵੇਖਿਆ। ਉਹ ਆਪਣੀ ਰੋਜ਼ ਵਾਲੀ ਸਪੈਸ਼ਲ ਬੱਸ 'ਚ ਬੈਠ ਗਿਆ। ਘਰ ਪਹੁੰਚਿਆ, ਕੁੰਤੀ ਨੂੰ ਆਖਿਆ, ਚੱਲ ਤਿਆਰ ਹੋ ਜਾ, ਪਹਿਲਾਂ ਚੱਲ ਕੇ ਸਾਈਕਲ ਖਰੀਦ ਲਿਆਈਏ। ਪੇਮੈਂਟ ਮਿਲ ਗਈ ਹੈ। ਅੱਛਾ ਮੈਂ ਤਿਆਰ ਹੋ ਜਾਂਦੀ ਹਾਂ। ਘਰ ਅੰਦਰ ਖੇੜਾ ਆ ਗਿਆ। ਸ਼ਾਮ ਸੁੰਦਰ ਨੇ ਜਦ ਜੇਬ ਨੂੰ ਹੱਥ ਲਾਇਆ ਤਾਂ ਉਹਦੀ ਜੇਬ ਕੱਟਿਆ ਹੋਇਆ ਸੀ। ਨੋਟਾਂ ਦੇ ਨਾਲ ਨਾਲ ਉਹਦਾ ਆਈਡੈਂਟੀਟੀ ਕਾਰਡ ਵੀ ਗਾਇਬ ਸੀ। ਹੈ, ਇਹ ਕੀ ਹੋਇਆ? ਮੇਰੀ ਤਾਂ ਜੇਬ ਹੀ ਕੱਟ ਗਿਆ। ਮਾਈ ਗॉड, ਇਹ ਕਿਸ ਤਰ੍ਹਾਂ ਹੋ ਗਿਆ? ਕੁੰਤੀ ਨੇ ਪੁੱਛਿਆ। ਕੁਝ ਪਤਾ ਨਹੀਂ ਚੱਲਿਆ। ਅੱਧੇ ਰਾਹ ਤੱਕ ਤਾਂ ਮੈਂ ਜੇਬ ਨੂੰ ਹੱਥ ਲਗਾ ਕੇ ਵੇਖਿਆ ਸੀ। ਹੁਣ ਕੀ ਬਣੇਗਾ? ਉਲਟਾ ਕਰਜ਼ ਸਿਰ 'ਤੇ। ਘਰ 'ਚ ਇੱਕਦਮ ਉਦਾਸੀ ਦੀਆਂ ਪਰਛਾਈਆਂ ਛਾ ਗਈਆਂ। ਕੁੰਤੀ ਦੀਆਂ ਅੱਖਾਂ ਵਿੱਚ ਅੱਥਰੂ ਤਰਨ ਲੱਗ ਪਏ। ਸ਼ਾਮ ਸੁੰਦਰ ਨਿਰਾਸਤਾ ਦੀ ਮੂਰਤ ਬਣਿਆ ਬੈਠਾ ਸੀ। ਹੁਣ ਕੀ ਬਣੇਗਾ? ਉਸ ਆਪਣੀ ਬੀਵੀ ਨੂੰ ਪੁੱਛਿਆ, ਬਣਨਾ ਕੀ ਹੈ? ਵਿਚਾਰਾ ਵਿਨੋਦ। ਇੰਨੇ ਨੂੰ ਵਿਨੋਦ ਬਾਹਰੋਂ ਖੇਡ ਕੇ ਆ ਗਿਆ। ਉਸ ਆਉਂਦਿਆਂ ਪੁੱਛਿਆ, ਡੈਡੀ ਮੇਰੀ ਸਾਈਕਲ ਆ ਜਾਏਗੀ ਨਾ? ਅੱਜ ਤਾਂ ਪੱਪੂ ਦੇ ਡੈਡੀ ਨੇ ਵੀ ਉਹਨੂੰ ਨਵੀਂ ਸਾਈਕਲ ਲੈ ਦਿੱਤੀ ਹੈ। ਵਿਨੋਦ ਤੇਰੀ ਸਾਈਕਲ ਹੁਣ ਕਦੀ ਨਹੀਂ ਆਏਗੀ, ਆਖ ਕੇ ਸ਼ਾਮ ਸੁੰਦਰ ਨੇ ਉਹਨੂੰ ਘੁੱਟ ਕੇ ਜੱਫੀ ਮਾਰੀ ਤੇ ਉਹਦਾ ਰੋਣ ਨਿਕਲ ਗਿਆ। ਬਾਹਰ ਸ਼ਾਮ ਢਲ ਚੁੱਕੀ ਸੀ। ਰਾਤ ਉਤਰਨ ਲੱਗੀ ਸੀ। ਹਵਾ ਦਾ ਇੱਕ ਝੋਂਕਾ ਆਇਆ। ਦਰਖਤਾਂ ਦੇ ਸੁੱਕੇ ਪੱਤੇ ਉੱਡ ਕੇ ਉਹਨਾਂ ਦੇ ਕੁਆਟਰ ਦੇ ਕਮਰਿਆਂ 'ਚ ਇਕੱਠੇ ਹੋ ਗਏ। ਧੰਨਵਾਦ।
ਅਗਲੀ ਕਹਾਣੀ ਹੈ ਤੀਲਾ ਤੀਲਾ। ਕਹਾਣੀਕਾਰ ਨਛੱਤਰ। ਵੱਡਾ ਤੜਕਾ ਹੋ ਚੱਲਿਆ ਸੀ। ਉਹਦੀ ਕਕਰੀਲੀ ਰਾਤ ਦੇ ਮੁੱਕਣ ਬਾਰੇ ਕੁੱਕੜ ਸਿੰਘ ਪਾੜ ਲੋਕਾਂ ਨੂੰ ਦੱਸ ਰਿਹਾ ਸੀ। ਕੁੱਕੜ ਦੀ ਬਾਂਗ ਸੁਣਦਿਆਂ ਅਰਜਨ ਖਿਆਲਾਂ ਨੂੰ ਪਰਾਂ ਛੰਡਦਾ ਉੱਠ ਕੇ ਬੈਠ ਗਿਆ। ਉਹਨੇ ਆਪਣੇ ਨਾਲ ਦੇ ਮੰਜੇ ਤੇ ਪਈ ਗੁਰੂ ਵੱਲ ਦੇਖਿਆ। ਭਾਵੇਂ ਅੰਦਰ ਹਨੇਰਾ ਹੋਣ ਕਾਰਨ ਉਹਨੂੰ ਕੁਝ ਵੀ ਨਹੀਂ ਸੀ ਦਿਖਾਈ ਦਿੰਦਾ, ਪਰ ਉਹਨੂੰ ਲੱਗਿਆ ਜਿਵੇਂ ਗੁਰੂ ਵੀ ਉਹਦੇ ਮੂੰਹ ਵੱਲ ਮੂੰਹ ਭਰੀਆਂ ਨਜ਼ਰਾਂ ਨਾਲ ਤੱਕ ਰਹੀ ਹੋਵੇ। ਅਰਜਨ ਨੇ ਆਵਾਜ਼ ਦੇ ਕੇ ਗੁਰੂ ਨੂੰ ਪੁੱਛਣਾ ਚਾਹਿਆ ਕਿ ਕੀ ਉਹ ਵੀ ਜਾਗਦੀ ਹੈ, ਪਰ ਫਿਰ ਇਹ ਸੋਚ ਕੇ ਚੁੱਪ ਰਿਹਾ ਕਿ ਸਾਰੇ ਦਿਨ ਦੀ ਥੱਕੀ ਭੰਨੀ ਪਈ ਹੋਣ ਕਾਰਨ ਕਾਹਨੂੰ ਜਗਾਉਣੀ ਹੈ। ਉਹ ਤੋਂ ਅਗਲੇ ਮੰਜੇ ਤੇ ਲਾਜੀ ਸਭ ਫਿਕਰਾਂ ਫਾਕਿਆਂ ਤੋਂ ਮੁਕਤ ਹੋਈ ਪਈ ਸੀ। ਉਹਨੂੰ ਦਿਨੋਂ ਦਿਨ ਗਿੱਠ ਵੱਧਦੀ ਦੇਖ ਅਰਜਨ ਦਾ ਮਨ ਡੁੱਬ ਜਾਂਦਾ ਸੀ। ਲਾਜੀ ਦੇ ਨਾਲ ਹੀ ਗੁੱਛਾ ਮੁੱਛਾ ਜਿਹਾ ਹੋਇਆ ਰੋਟੂ ਪਿਆ ਸੀ, ਜਿਹਦੇ ਬਾਰੇ ਉਹਨੇ ਤੇਜੋ ਵਾਂਗ ਹੀ ਇਹ ਸੁਪਨੇ ਦੇਖੇ ਸਨ ਕਿ ਉਹ ਵੀ ਵੱਡਾ ਹੋ ਕੇ ਉਹਦੀ ਦੂਜੀ ਬਾਂਹ ਬਣੇਗਾ। ਪਰ ਹੁਣ ਤਾਂ ਜਿਵੇਂ ਖਿਆਲਾਂ 'ਚ ਉੱਪਰ ਨੂੰ ਉੱਠਦੀ ਇਹ ਦੂਜੀ ਬਾਂਹ ਉਹੀ ਟੋਟੇ ਹੋ ਕੇ ਰਹਿ ਗਈ ਹੋਵੇ। ਉਹਨੇ ਬੈਠੇ ਨੇ ਆਪਣੀਆਂ ਦੋਵੇਂ ਬਾਹਾਂ ਉੱਪਰ ਨੂੰ ਚੁੱਕੀਆਂ, ਜਿਵੇਂ ਉਹਨੂੰ ਆਪਣੀਆਂ ਇਹਨਾਂ ਬਾਹਾਂ ਉੱਤੇ ਅਜੇ ਵੀ ਮਾਣ ਹੋਵੇ। ਪਰ ਬਾਹਾਂ ਉੱਪਰ ਨੂੰ ਚੁੱਕਦਿਆਂ ਉਹਨੂੰ ਲੱਗਿਆ ਜਿਵੇਂ ਉਹਦੀਆਂ ਬਾਹਾਂ ਕੰਬ ਰਹੀਆਂ ਹੋਣ। ਫਿਰ ਉਹਨੇ ਦੋਵੇਂ ਬਾਹਾਂ ਨੂੰ ਹੱਥਾਂ 'ਚ ਲੈ ਕੇ ਵਾਰੀ ਘੁੱਟਿਆ। ਬਾਹਾਂ ਘੁੱਟਦਿਆਂ ਵੀ ਉਹਨੂੰ ਪਹਿਲਾਂ ਵਰਗੀ ਕੰਬਣੀ ਮਹਿਸੂਸ ਹੋ ਰਹੀ ਸੀ। ਉਸ ਪਲ ਉਹਦਾ ਮਨ ਕੀਤਾ ਕਿ ਮੁੜ ਰਜ਼ਾਈ 'ਚ ਮੁੜ ਜਾਏ। ਅੱਜ ਕੰਮ ਤੇ ਜਾਣ ਨੂੰ ਉਹਦਾ ਉੱਕਾ ਹੀ ਚਿੱਤ ਨਹੀਂ ਸੀ ਕਰ ਰਿਹਾ, ਪਰ ਉਹਦਾ ਅੰਦਰ ਕਹਿ ਰਿਹਾ ਸੀ ਕਿ ਉਸ ਕੋਲੋਂ ਇਸ ਤਰ੍ਹਾਂ ਹੋ ਵੀ ਨਹੀਂ ਸਕਣਾ। ਉਹ ਜੇ ਇਹਨਾਂ ਖਿਆਲਾਂ 'ਚ ਹੀ ਉਲਝਿਆ ਬੈਠਾ ਸੀ ਕਿ ਕਾਰਖਾਨੇ ਦਾ ਪਹਿਲਾ ਘੁੱਗੂ ਗੂੰਜ ਉੱਠਿਆ। ਘੁੱਗੂ ਉਹਨੂੰ ਉੱਚੀ ਹੋਕਰੇ ਮਾਰ ਬੁਲਾ ਰਿਹਾ ਸੀ। ਉਹਨੇ ਆਪਣੇ ਟੁੱਟੇ ਜਿਹੇ ਆਪੇ ਨੂੰ ਸਾਂਭਦਿਆਂ ਉੱਠਣਾ ਚਾਹਿਆ, ਪਰ ਜਿਉਂ ਹੀ ਉਹਨੇ ਨਿੱਘੇ ਹੋਏ ਪਿੰਡੇ ਤੋਂ ਰਜਾਈ ਲਾਈ ਤਾਂ ਇੱਕ ਸੀਤ ਲਹਿਰ ਉਹਦੇ ਸਾਰੇ ਪਿੰਡੇ 'ਚ ਝੁਣਝੁਣੀ ਜਿਹੀ ਛੇੜ ਗਈ। ਉਹਨੇ ਸਿਰਹਾਣੇ ਪਿਆ ਪਿਛਲੇ ਵਰੇ ਕਪਾੜੀਆਂ ਤੋਂ ਲਿਆ ਲੰਬਾ ਜਿਹਾ ਕੋਟ ਆਪਣੇ ਮੋਢਿਆਂ ਚੜਾਇਆ ਤੇ ਸਿਰ ਤੇ ਕਿੰਨੀਆਂ ਹੀ ਥਾਵਾਂ ਤੋਂ ਪਾੜ ਚੁੱਕੀ ਪੱਗ ਨੂੰ ਇਸ ਤਰ੍ਹਾਂ ਇਕੱਠੀ ਜਿਹੀ ਕਰਕੇ ਲਪੇਟਿਆ ਕਿ ਦੇਖਣ ਵਾਲੇ ਨੂੰ ਉਹਦੇ ਪਾਟੀ ਹੋਣ ਦਾ ਅਹਿਸਾਸ ਨਾ ਹੋਵੇ। ਪੈਰਾਂ 'ਚ ਫਿਟਕ ਕਰਦੇ ਛਿੱਤਰ ਅੜਾਏ ਤੇ ਕੁੰਡਾ ਖੋਲ ਕੇ ਬਾਹਰ ਆ ਗਿਆ। ਸੂਰਜ ਨਿਕਲਣ 'ਚ ਅਜੇ ਸਮਾਂ ਸੀ, ਪਰ ਉਹਨੂੰ ਲੱਗ ਰਿਹਾ ਸੀ ਜਿਵੇਂ ਅਜੇ ਅੱਧੀ ਰਾਤ ਵੀ ਨਾ ਬੀਤੀ ਹੋਵੇ। ਉਹਨੇ ਚਾਰੇ ਪਾਸੇ ਨਿਗਾਹ ਘੁਮਾ ਕੇ ਦੇਖਿਆ। ਨੀਲੇ ਅਸਮਾਨ ਤੇ ਤਾਰੇ ਅਜੇ ਵੀ ਚਮਕ ਰਹੇ ਸਨ ਤੇ ਰਾਤੀ ਪਈ ਤਰੇਲ ਨਾਲ ਵਿਹੜੇ 'ਚ ਖੜੀ ਟਾਹਲੀ ਦੇ ਪੱਤਿਆਂ ਤੋਂ ਪਾਣੀ ਟੇਪਾ ਕਰਕੇ ਹੇਠਾਂ ਡਿੱਗ ਰਿਹਾ ਸੀ। ਉਹਨੇ ਅੱਗੇ ਵੱਧ ਕੇ ਛੱਪਰ ਹੇਠਾਂ ਖੜੀ ਗਾਂ ਨੂੰ ਦੇਖਿਆ, ਜੋ ਅੱਖਾਂ ਬੰਦ ਕਰੀ ਸੁੱਕੀ ਜਿਹੀ ਥਾਵੇਂ ਬੈਠੀ ਉਂਗਲਾ ਰਹੀ ਸੀ। ਉਹਦੇ ਲਾਗੇ ਹੀ ਗੁੱਛਾ ਮੁੱਛਾ ਜਿਹਾ ਹੋਏ ਬੈਠੇ ਵੱਛੇ ਦੇ ਪਿੰਡੇ ਉਤਲੇ ਸਾਰੇ ਵਾਲ ਠੰਡ ਕਾਰਨ ਕੰਡਿਆਂ ਵਾਂਗ ਉੱਪਰ ਨੂੰ ਖੜੇ ਸਨ। ਉਹਨੇ ਵੱਛੇ ਦੇ ਪਿੰਡੇ ਤੇ ਹੱਥ ਫੇਰਨਾ ਚਾਹਿਆ, ਪਰ ਪਤਾ ਨਹੀਂ ਕੀ ਗੱਲ ਹੱਥ ਉੱਤੋਂ ਉਹਦੀ ਬੁੱਕਲ 'ਚੋਂ ਨਿਕਲ ਹੀ ਨਾ ਸਕੇ ਤੇ ਉਹ ਇੱਕ ਵਾਰ ਫੇਰ ਸਿਰ ਉੱਪਰ ਨੂੰ ਝੁਕੇ ਅਸਮਾਨ ਉਤਲੇ ਤਾਰਿਆਂ ਵੱਲ ਦੇਖਦਾ ਬਾਹਰ ਨੂੰ ਹੋ ਤੁਰਿਆ। ਕੋਰੇ ਤੇ ਤਰੇਲ ਦੀ ਮਾਰ ਕਾਰਨ ਕਣਕਾਂ ਤੇ ਸਰੋਂ ਸਿਰ ਸੁੱਟੀ ਖੜੀਆਂ ਸਨ। ਉਹਨਾਂ ਦੇ ਪਿੰਡਿਆਂ ਉਤਲੇ ਪਾਣੀ ਨੂੰ ਦੇਖ ਅਰਜਨ ਨੂੰ ਲੱਗਿਆ ਜਿਵੇਂ ਹੁਣ ਠੰਡ ਹੋਰ ਵੱਧ ਗਈ ਹੋਵੇ। ਢਾਬ ਵੱਲ ਨੂੰ ਤੁਰਿਆਂ ਜਾਂਦਿਆਂ ਉਹਨੂੰ ਲੱਗ ਰਿਹਾ ਸੀ ਜਿਵੇਂ ਉਹਦੇ ਅੰਦਰ ਕਿੰਨੀ ਟੁੱਟ ਭੱਜ ਹੋ ਰਹੀ ਹੋਵੇ। ਪਤਾ ਨਹੀਂ ਅਜੇ ਹੋਰ ਕਿੰਨਾ ਕੁ ਚਿਰ ਤੱਕ ਮੈਂ ਇਸੇ ਤਰ੍ਹਾਂ ਹੀ ਟੁੱਟਦਾ ਰਹਾਂਗਾ, ਉਹਨੇ ਮਨ 'ਚ ਹੀ ਸੋਚਿਆ। ਪਰ ਹੁਣ ਤਾਂ ਟੁੱਟਣ ਲਈ ਕੁਝ ਬਚਿਆ ਨਹੀਂ। ਫਿਰ ਉਹ ਕਿਉਂ ਇਸ ਤਰ੍ਹਾਂ ਸੋਚ ਰਿਹਾ ਸੀ? ਢਾਬ ਦਾ ਪਾਣੀ ਕੰਧ ਨਾਲ ਬਰਫ਼ ਬਣ ਕੇ ਜੰਮਿਆ ਪਿਆ ਸੀ। ਹੱਥ ਧੋਂਦਿਆਂ ਉਹਦੇ ਹੱਥ ਦੀਆਂ ਉਂਗਲਾਂ ਟੁੱਟ ਕੇ ਢਾਬ 'ਚ ਹੀ ਡਿੱਗ ਪੈਣ ਵਰਗੀਆਂ ਹੋ ਗਈਆਂ। ਅੱਜ ਉਹਦਾ ਸਾਰਾ ਪਿੰਡਾ ਟੁੱਟਣ ਕਰ ਰਿਹਾ ਸੀ। ਭਾਵੇਂ ਇੰਨੀ ਠੰਡ ਪੈ ਰਹੀ ਸੀ, ਪਰ ਉਹਦਾ ਪਿੰਡਾ ਭੱਠ ਵਾਂਗ ਤਪ ਰਿਹਾ ਸੀ। 2 ਕੁ ਕਦਮ ਤੁਰਦਿਆਂ ਹੀ ਉਹਨੂੰ ਸਾਹ ਚੜ ਜਾਂਦਾ। ਘਰੇ ਪਹੁੰਚੋ ਇੱਕ ਤਰ੍ਹਾਂ ਨਾਲ ਮੰਜੇ ਤੇ ਡਿੱਗ ਹੀ ਪਿਆ। ਉਹਦਾ ਮਨ ਕੀਤਾ ਉਹ ਰਜ਼ਾਈ ਫਿਰ ਦੜ ਵੱਟ ਕੇ ਪੈ ਜਾਏ, ਪਰ ਕੋਈ ਅਦਿੱਖ ਸ਼ੈ ਉਹਨੂੰ ਇਹ ਸਭ ਕੁਝ ਕਰਨ ਨਹੀਂ ਸੀ ਦੇ ਰਹੀ। ਹੁਣ ਤੱਕ ਗੁਰੂ ਵੀ ਉੱਠ ਖੜੀ ਸੀ। ਗੁਰੂ ਨੂੰ ਚੌਂਕੇ 'ਚ ਬੈਠ ਠਰੂ ਕਰਦਿਆਂ ਦੇਖ ਅਰਜਨ ਦਾ ਜੀ ਕੀਤਾ ਉਹ ਆਪ ਉੱਠ ਕੇ ਚਾਹ ਬਣਾ ਲਏ, ਨਾਲੇ ਚੁੱਲ੍ਹੇ ਅੱਗੇ ਜ਼ਰਾ ਹੱਥ ਗਰਮ ਹੋ ਜਾਣਗੇ। ਉਹ ਗੁਰੂ ਨੂੰ ਇਸ ਬਾਰੇ ਕਹਿੰਦਾ ਹੀ ਰਹਿ ਗਿਆ, ਪਰ ਚਾਹ ਬਣ ਜਾਣ ਤੱਕ ਉਹ ਉਹਨੂੰ ਬੁਲਾ ਹੀ ਨਾ ਸਕਿਆ। ਲੈ ਚਾਹ ਪੀ ਲਾ, ਗੁਰੂ ਨੇ ਚੌਂਕੇ 'ਚੋਂ ਹੀ ਆਵਾਜ਼ ਮਾਰਦਿਆਂ ਕਿਹਾ। ਉਰੇ ਹੀ ਫੜਾ ਦਿੰਦੀ ਤਾਂ ਚੰਗਾ ਸੀ। ਅਰਜਨ ਦਾ ਅੰਦਰੋਂ ਬਾਹਰ ਨੂੰ ਆਉਣ ਨੂੰ ਮਨ ਨਾ ਕੀਤਾ। ਚੁੱਲ੍ਹੇ ਮੂਹਰੇ ਆ ਜਾ, ਨਾਲੇ ਅੱਗ ਸੇਕ ਲਈ, ਗੁਰੂ ਨੇ ਪਿੱਤਲ ਦੇ ਗਲਾਸ 'ਚ ਚਾਹ ਪਾਉਂਦਿਆਂ ਕਿਹਾ। ਅਰਜਨ ਬੇਫਿਕਰੀ ਜਿਹੀ ਪਈ ਲਾਜੀ ਵੱਲ ਵੇਖਦਾ ਚੁੱਲ੍ਹੇ ਅੱਗੇ ਆ ਬੈਠਾ। ਪਿੱਤਲ ਦਾ ਗਲਾਸ ਫੜਦਿਆਂ ਉਹਦੇ ਹੱਥਾਂ 'ਚ ਨਿੱਘ ਜਿਹਾ ਆ ਗਿਆ। ਚਾਹ ਦਾ ਪਹਿਲਾ ਘੁੱਟ ਭਰਦਿਆਂ ਹੀ ਉਹਨੂੰ ਆਪਣੇ ਪਿੰਡੇ 'ਚ ਸੱਤਿਆ ਮੁੜਦੀ ਜਾਪੀ। ਕੀ ਗੱਲ, ਅੱਜ ਚਿੱਤ ਨਹੀਂ ਠੀਕ? ਗੁਰੂ ਨੇ ਵੀ ਆਪਣੇ ਗਲਾਸ 'ਚ ਚਾਹ ਪਾਉਂਦਿਆਂ ਕਿਹਾ।
ਅੱਗੇ ਕਿਹੜਾ ਠੀਕ ਰਹਿਣਾ, ਇੱਥੇ ਤਾਂ 12 ਮਹੀਨੇ ਇਹੋ ਹਾਲ ਆ। ਨਾ ਚਾਹੁੰਦਿਆਂ ਹੋਇਆਂ ਵੀ ਅਰਜਨ ਦੇ ਮੂੰਹੋਂ ਹੀ ਬੋਲ ਨਿਕਲੇ, ਅੱਜ ਰਹਿਣ ਦੇ ਫਿਰ ਤੂੰ, ਮੈਂ ਚਲੀ ਜਾਂਦੀ ਹਾਂ, ਤੂੰ ਕੋਈ ਪੂੜੀ ਪੜੀ ਲੈ ਲਈ। ਗੁਰੂ ਨੇ ਉਹਦੇ ਚਿਹਰੇ ਵੱਲ ਗੌਰ ਨਾਲ ਦੇਖਦਿਆਂ ਕਿਹਾ, ਪਰ ਚਾਹ ਪੀ ਕੇ ਉੱਠਦਿਆਂ ਉਹ ਤੋਂ ਗੁਰੂ ਨੂੰ ਕੋਈ ਵੀ ਜਵਾਬ ਨਾ ਦਿੱਤਾ ਗਿਆ। ਅੰਦਰ ਪਿਆ ਇੱਕ ਪੁਰਾਣਾ ਜਿਹਾ ਖੇਸ ਆਪਣੇ ਮੋਢੇ ਧਾਰੋ ਕਾਰਖਾਨੇ ਨੂੰ ਤੁਰਨ ਲੱਗਿਆ। ਇੱਕ ਵਾਰ ਫਿਰ ਚੌਂਕ ਲਾਗੇ ਆ ਖੜਿਆ, ਜਿਵੇਂ ਉਹਨੂੰ ਕੁਝ ਯਾਦ ਆ ਗਿਆ ਹੋਵੇ। ਲਾਜੀ ਨੂੰ ਨਾ ਭੇਜਿਆ ਕਰ ਰੋਟੀ ਦੇ ਕੇ, ਤੂੰ ਆਪ ਆਇਆ ਕਰ। ਇਹ ਕਹਿੰਦਿਆਂ ਅਰਜਨ ਨੂੰ ਲੱਗਿਆ ਜਿਵੇਂ ਉਹ ਇਸ ਤੋਂ ਵੱਧ ਹੋਰ ਇੱਕ ਵੀ ਬੋਲ ਨਹੀਂ ਬੋਲ ਸਕੇਗਾ। ਗੁਰੂ ਨੇ ਪਲ ਦੀ ਪਲ ਅਰਜਨ ਦੇ ਮੂੰਹ ਵੱਲ ਦੇਖਿਆ, ਪਰ ਉਹਨੂੰ ਕਿਸੇ ਹੋਰ ਪਾਸੇ ਦੇਖਦਿਆਂ ਉਹ ਫਿਰ ਆਪਣੇ ਹੱਥਲੇ ਕੰਮ 'ਚ ਰੁੱਝ ਗਈ। ਗਲੀ ਦੇ ਸਭ ਮਕਾਨਾਂ ਦੇ ਦਰਵਾਜ਼ੇ ਬੰਦ ਪਏ ਸਨ ਤੇ ਅਰਜਨ ਵੱਧਦੀ ਜਾ ਰਹੀ ਧੁੰਦ 'ਚ ਗੁਆਚਿਆ ਜਿਹਾ ਕਾਰਖਾਨੇ ਵੱਲ ਨੂੰ ਤੁਰ ਪਿਆ। ਪਰਲੀ ਗਲੀ ਦਾ ਮੋੜ ਮੁੜਦਿਆਂ ਘੁਮਾਰਾਂ ਦੇ ਖੋਲੇ 'ਚ ਦੜੇ ਪਏ ਕੁੱਤੇ ਉਹਦੀ ਪੈੜ ਚਾਲ ਸੁਣ ਉਹਨੂੰ ਭੌਂਕੇ, ਪਰ ਠੰਡ ਤੋਂ ਡਰਦੇ ਬਾਹਰ ਨਾ ਨਿਕਲੇ। ਜੋ ਕੁਝ ਉਹਨੇ ਸੋਚਿਆ ਸੀ ਉਹ ਸਭ ਕੁਝ ਉਹ ਤੋਂ ਦੂਰ ਹੁੰਦਾ ਚਲਾ ਗਿਆ ਸੀ। ਉਹ ਗੱਡੀਆਂ ਖੁੰਝੀ ਸਵਾਰੀ ਵਾਂਗ ਖਾਲੀ ਖਾਲੀ ਪਏ ਉਹਨਾਂ ਰਾਹਾਂ ਵੱਲ ਦੇਖਦਾ ਰਿਹਾ, ਜਿਨ੍ਹਾਂ ਤੇ ਉਹਦਾ ਸਭ ਕੁਝ ਸੋਚਿਆ ਹੋਇਆ ਤੀਲਾ ਤੀਲਾ ਕਰਕੇ ਖਿੰਡਦਾ ਚਲਾ ਗਿਆ ਸੀ। ਉਹ ਗਲੀਓਂ ਨਿਕਲ ਰੇਲ ਦੀ ਲੀਹੇ ਚੜ੍ਹਿਆ ਹੀ ਸੀ ਕਿ ਕਾਰਖਾਨੇ ਦਾ ਦੂਸਰਾ ਘੁੱਗੂ ਵੀ ਅਚਾਨਕ ਹੀ ਚੀਕ ਉੱਠਿਆ। ਕਾਰਖਾਨੇ ਦਾ ਘੁੱਗੂ ਉਹਦੀਆਂ ਸਾਰੀਆਂ ਸੋਚਾਂ ਇੱਕਦਮ ਹੀ ਸੱਤ ਹੀਣ ਜਿਹੀਆਂ ਕਰਕੇ ਸੁੱਟ ਗਿਆ। ਉਹ ਤੇਜ਼ ਤੇਜ਼ ਕਦਮ ਵਧਾਉਂਦਾ ਕਾਰਖਾਨੇ ਵੱਲ ਨੂੰ ਤੁਰਿਆ ਜਾ ਰਿਹਾ ਸੀ। ਭਾਵੇਂ ਅੱਜ ਕਾਰਖਾਨੇ ਜਾਣ ਨੂੰ ਉਹਦਾ ਮਨ ਨਹੀਂ ਸੀ ਕਰ ਰਿਹਾ, ਪਰ ਨਾ ਚਾਹੁੰਦਿਆਂ ਹੋਇਆਂ ਵੀ ਉਹਦੇ ਕਦਮ ਆਪਣੇ ਆਪ ਹੀ ਕਾਰਖਾਨੇ ਵੱਲ ਨੂੰ ਵੱਧਦੇ ਜਾ ਰਹੇ ਸਨ। ਕਾਰਖਾਨੇ ਦਾ ਵੱਡਾ ਗੇਟ ਕਿਸੇ ਦਿਓ ਦੇ ਜਬਾੜੇ ਵਾਂਗ ਖੁੱਲ੍ਹਾ ਹਰ ਆਉਂਦੇ ਤੀਵੀਂ ਬੰਦੇ ਨੂੰ ਆਪਣੇ ਅੰਦਰ ਨਿਗਲੀ ਜਾਂਦਾ ਸੀ। ਜਦੋਂ ਅਰਜਨ ਗੇਟ ਅੱਗੇ ਪਹੁੰਚਿਆ ਤਾਂ ਉਹਦੇ ਅੱਗੇ 3-4 ਤੀਵੀਆਂ ਚੁੱਪਚਾਪ ਕਾਲੇ ਕਦਮੀ ਤੁਰੀਆਂ ਜਾ ਰਹੀਆਂ ਸਨ। ਗੇਟ ਦੇ ਲਾਗੇ ਹੀ ਬਣੀ ਇੱਕ ਨਿੱਕੀ ਜਿਹੀ ਕੋਠੜੀ ਦੇ ਬੂਹੇ ਅੱਗੇ ਸਟੂਲ ਤੇ ਢੋ ਲਾਈ ਬੈਠਾ ਗੋਰਖਾ ਚੌਕੀਦਾਰ ਉਂਘ ਰਿਹਾ ਸੀ। ਅਰਜਨ ਗੋਰਖੇ ਵੱਲ ਦੇਖਦਾ ਗੇਟ ਅੰਦਰ ਲੰਘ ਗਿਆ। ਕਾਰਖਾਨੇ ਦੇ ਵਿਹੜੇ ਥਾਂ ਥਾਂ ਕਪਾਹ ਦੇ ਵੱਡੇ ਵੱਡੇ ਢੇਰ ਲੱਗੇ ਪਏ ਸਨ। ਕੰਮ ਕਰਦੇ ਮਜ਼ਦੂਰ ਕਾਲੇ ਕਾਲੇ ਕਦਮੀ ਆਪੋ ਆਪਣੇ ਕੰਮ ਤੇ ਠਿਕਾਣਿਆਂ ਵੱਲ ਨੂੰ ਭੱਜੇ ਜਾ ਰਹੇ ਸਨ। ਉਹਨੂੰ ਪਤਾ ਹੀ ਨਾ ਲੱਗਿਆ ਕਿ ਕਾਰਖਾਨੇ ਦਾ ਤੀਜਾ ਘੁੱਗੂ ਕਦੋਂ ਬੋਲ ਗਿਆ। ਠੇਕੇਦਾਰ ਪੌੜੀਆਂ 'ਚ ਖੜਾ ਦੇਰ ਨਾਲ ਆਉਣ ਵਾਲਿਆਂ ਨੂੰ ਬੁਰਾ ਭਲਾ ਆਖ ਰਿਹਾ ਸੀ। ਅਰਜਨ ਵੀ ਹੋਰਨਾਂ ਵਾਂਗ ਨੀਵੀਂ ਪਾਈ ਠੇਕੇਦਾਰ ਦੇ ਲਾਗੇ ਦੀ ਲੰਘ ਗਿਆ। ਰੂੰ ਵੇਲਣ ਵਾਲੀਆਂ ਮਸ਼ੀਨਾਂ ਖੜ ਕਰਦੀਆਂ ਚੱਲ ਰਹੀਆਂ ਸਨ। ਕਈ ਤਾਂ ਖਾਲੀ ਚੱਲ ਰਹੀਆਂ ਹੋਣ ਕਰਕੇ ਹੋਰ ਵੀ ਜ਼ਿਆਦਾ ਖੜਾਕ ਕਰ ਰਹੀਆਂ ਸਨ। ਅਰਜਨ ਵਾਲੀ ਵੇਲਣੀ ਵੀ ਖਾਲੀ ਚੱਲ ਰਹੀ ਸੀ, ਪਰ ਨਾਲ ਦੀ ਮਸ਼ੀਨ ਤੇ ਬੈਠਾ ਸੁੱਖਾ ਕਦੇ ਕਦੇ ਅਰਜਨ ਦੀ ਵੇਲਣੀ 'ਚ ਵੀ ਕਪਾਹ ਦਾ ਰੁੱਗ ਸੁੱਟ ਦਿੰਦਾ ਸੀ। ਸ਼ਾਬਾਸ਼, ਜਿਉਂਦਾ ਰਹੋ ਮੇਰਿਆ ਬੱਗਿਆ ਸ਼ੇਰਾ, ਅਰਜਨ ਨੇ ਆਪਣੇ ਕੱਪੜੇ ਸਾਂਭ ਕੇ ਵੇਲਣੀ ਤੇ ਚੜ੍ਹਦਿਆਂ ਕਿਹਾ। ਉਹਨੇ ਖਾਲੀ ਚੱਲ ਰਹੀ ਮਸ਼ੀਨ 'ਚ ਕਾਲੀ ਕਾਲੀ ਕਪਾਹ ਦੇ ਰੁੱਗ ਸੁੱਟਣੇ ਸ਼ੁਰੂ ਕਰਤੇ। ਵੇਲਣੀ 'ਚ ਕਪਾਹ ਡਿੱਗਦਿਆਂ ਹੀ ਰੂਲੇ ਉੱਤੋਂ ਦੀ ਰੂੰ ਦੀ ਪਤਲੀ ਤਹਿ ਵੇਲਣੀ ਅੱਗੇ ਡਿੱਗਣ ਲੱਗ ਪਈ। ਅਰਜਨ ਨੇ ਠੰਡ ਤੋਂ ਬਚਣ ਲਈ ਆਲੇ ਦੁਆਲੇ ਕਪਾਹ ਇਕੱਠੀ ਕਰ ਲਈ ਤੇ ਆਪਣੇ ਪੈਰ ਵੀ ਕਪਾਹ 'ਚ ਲੁਕੋ ਲਏ ਤਾਂ ਕਿ ਪੈਰ ਵੀ ਨਿੱਘੇ ਹੋ ਜਾਣ। ਆ ਗਿਆ ਤਾਇਆ, ਅਰਜਨ ਦੀ ਮਸ਼ੀਨ ਨੂੰ ਤੇਲ ਦਿੰਦੇ ਮਿੰਦੇ ਨੇ ਕਿਹਾ। ਆਉਣਾ ਹੀ ਸੀ ਪੁੱਤਰਾ, ਨਾ ਆਇਆ ਕਿਹੜਾ ਗੁਜ਼ਾਰਾ ਹੁੰਦਾ। ਅਰਜਨ ਨੇ ਵੇਲਣੀ 'ਚ ਰੁੱਗ ਸੁੱਟਦਿਆਂ ਕਿਹਾ। ਤੂੰ ਕਾਹਨੂੰ ਹੁਣ ਜਾਨ ਰੋਲਦਾ ਫਿਰਦਾ, ਲਾਜੀ ਨੂੰ ਭੇਜ ਦਿਆ ਕਰਦਾ ਇਸ ਵੇਲੇ। ਤੂੰ ਆਉਣਾ ਹੀ ਆ ਤਾਂ ਦਿਨ ਚੜ੍ਹੇ ਆ ਜਾਇਆ ਕਰ। ਮਿੰਦੇ ਨੇ ਰੂਲੇ ਦੇ ਇੱਕ ਪਾਸੇ ਫਸ ਕੇ ਇਕੱਠੀ ਹੋ ਗਈ ਰੂੰ ਥੱਲੇ ਲਾ ਕੇ ਸੁੱਟਦਿਆਂ ਕਿਹਾ। ਜਦੋਂ ਮਿੰਦਾ ਬੋਲ ਰਿਹਾ ਸੀ ਤਾਂ ਅਰਜਨ ਬਲ ਰਹੇ ਬੱਲਬ ਦੇ ਪੀਲੇ ਪੀਲੇ ਚਾਨਣ 'ਚ ਉਹਦੀਆਂ ਖਚਰੀਆਂ ਅੱਖਾਂ ਵੱਲ ਦੇਖਦਾ ਰਿਹਾ। ਅਰਜਨ ਦਾ ਮਨ ਹੋਇਆ ਕਿ ਮਿੰਦੇ ਨੂੰ ਕੋਈ ਚੰਗਾ ਜਿਹਾ ਜਵਾਬ ਦੇਏ, ਪਰ ਉਹਨੂੰ ਤਾਂ ਉਹ ਬੋਲ ਹੀ ਨਹੀਂ ਸਨ ਲੱਭ ਰਹੇ ਜਿਨ੍ਹਾਂ ਨਾਲ ਗੱਲ ਸ਼ੁਰੂ ਕਰੇ। ਮਸ਼ੀਨ ਨੂੰ ਤੇਲ ਦੇ ਕੇ ਤੁਰੇ ਜਾ ਰਹੇ ਮਿੰਦੇ ਵੱਲ ਦੇਖ ਅਰਜਨ ਦੀਆਂ ਅੱਖਾਂ 'ਚ ਕੁਝ ਮੱਚ ਰਿਹਾ ਸੀ। ਇੰਨੀ ਠੰਡ 'ਚ ਵੀ ਆਪਣੇ ਮੱਥੇ ਤੇ ਉੱਭਰ ਆਈਆਂ ਮੁੜਕੇ ਦੀਆਂ ਨਿੱਕੀਆਂ ਨਿੱਕੀਆਂ ਬੂੰਦਾਂ ਨੂੰ ਪੂੰਝਦਿਆਂ ਅਰਜਨ ਨੂੰ ਲੱਗ ਰਿਹਾ ਸੀ ਜਿਵੇਂ ਉਹਦਾ ਸਾਰਾ ਪਿੰਡਾ ਹੀ ਮੱਚਣ ਲੱਗ ਪਿਆ ਹੋਵੇ। ਪਰ ਉਹ ਤਾਂ ਆਪਣੀ ਹੁਣ ਤੱਕ ਦੀ ਜ਼ਿੰਦਗੀ ਦਾ ਇੱਕ ਇੱਕ ਦਿਨ ਇਸੇ ਤਰ੍ਹਾਂ ਹੀ ਮੱਚਦਾ ਆ ਰਿਹਾ ਸੀ। ਅਜੇ ਵੀ ਉਹਦੇ ਪਿੰਡੇ 'ਚ ਕੁਝ ਅਜਿਹਾ ਬਚਿਆ ਰਹਿ ਗਿਆ ਹੋਣਾ, ਜਿਸ ਕਾਰਨ ਅੱਜ ਵੀ ਉਹਦਾ ਸਾਰਾ ਪਿੰਡਾ ਭੱਠ ਵਾਂਗ ਤਪ ਰਿਹਾ ਸੀ। ਉਹਨੂੰ ਮਸ਼ੀਨ ਤੇ ਆ ਕੇ ਬੈਠੇ ਨੂੰ ਅਜੇ ਮਸਾਂ ਹੀ ਅੱਧਾ ਪੌਣਾ ਘੰਟਾ ਬੀਤਿਆ ਹੋਣਾ ਕਿ ਉਹਦੇ ਬੁੱਲ ਸੁੱਕਣ ਲੱਗ ਪਏ। ਉਹਦਾ ਮਨ ਕੀਤਾ ਠੰਡੇ ਠਾਰ ਪਾਣੀ ਦੇ 3-4 ਗਲਾਸ ਇੱਕੋ ਸਾਹੀ ਪੀ ਜਾਏ, ਪਰ ਉਹਦਾ ਬਾਹਰ ਜਾਣ ਨੂੰ ਜੀਅ ਨਾ ਕੀਤਾ ਤੇ ਉਹ ਬੁੱਲਾਂ ਤੇ ਬਾਰ-ਬਾਰ ਜੀਭ ਫੇਰਦਾ ਉਸੇ ਤਰ੍ਹਾਂ ਹੀ ਬੈਠਾ ਰਿਹਾ। ਬਾਹਰ ਮਾੜੀ ਮਾੜੀ ਲੋ ਲੱਗਣ ਲੱਗ ਪਈ ਸੀ ਤੇ ਧੁੰਦ ਵੀ ਹੁਣ ਖਿੰਡਦੀ ਜਾ ਰਹੀ ਸੀ। ਕਈਆਂ ਦੇ ਘਰੋਂ ਚਾਹਾਂ ਆਉਣ ਲੱਗ ਪਈਆਂ ਸਨ। ਸੁੱਖੇ ਦੀ ਮਾਂ ਵੀ ਚਾਹ ਦਾ ਡੋਲੂ ਲੈ ਕੇ ਆਈ। ਸੁੱਖੇ ਦੀ ਮਾਂ ਵੇਲਣੀ 'ਚ ਰੁੱਗ ਪਾਉਣ ਲੱਗ ਪਈ ਤੇ ਸੁੱਖਾ ਚਾਹ ਵਾਲਾ ਡੋਲੂ ਖੋਲ ਕੇ ਬੈਠ ਗਿਆ। ਲੈ ਤਾਇਆ, 2 ਘੁੱਟਾਂ ਤੂੰ ਵੀ ਪੀ ਲੈ, ਸੁੱਖੇ ਨੇ ਗਲਾਸ 'ਚ ਚਾਹ ਪਾ ਕੇ ਅਰਜਨ ਨੂੰ ਫੜਾਉਂਦਿਆਂ ਕਿਹਾ। ਸ਼ੇਰ ਬੱਗਿਆ, ਪੀ ਲੈਣੀ ਸੀ, ਮੈਂ ਤਾਂ ਹੁਣੇ ਘਰੋਂ ਪੀ ਕੇ ਆਇਆ ਸੀ।
ਅਰਜਨ ਨੇ ਗਲਾਸ ਫੜਦਿਆਂ ਵੀ, ਨਾ ਨੁੱਕਰ ਜੀ ਕੀ ਪੀ ਲੈ, ਇਹ ਕਿਹੜਾ ਚਿੱਥਣੀ ਆ। ਸੁੱਖੇ ਦੀ ਮਾਂ ਨੇ ਅਰਜਨ ਵੱਲ ਦੇਖਦਿਆਂ ਕਿਹਾ। ਜੇ ਤੂੰ ਕਹਿੰਦੀ ਆ ਤਾਂ ਪੀ ਲੈਂਦੇ ਆ, ਅਰਜਨ ਨੇ ਮੂੰਹ ਨੂੰ ਗਲਾਸ ਲਾਉਂਦਿਆਂ ਕਿਹਾ। ਚਾਹ ਕੋਸੀ ਕੋਸੀ ਜਿਹੀ ਸੀ। ਉਹਨੇ ਚਾਹ ਦੀਆਂ 2 ਘੁੱਟਾਂ ਹੀ ਕੀਤੀਆਂ ਤੇ ਗਲਾਸ ਸੁੱਖੇ ਵੱਲ ਨੂੰ ਵਧਾ ਦਿੱਤਾ। ਜਿਉਂਦਾ ਵਸਦਾ ਰਹੋ ਪੁੱਤਰ, ਅਰਜਨ ਨੇ ਸੁੱਖੇ ਨੂੰ ਅਸੀਸ ਦਿੰਦਿਆਂ ਕਿਹਾ। ਪੁੱਤਰਾ, ਸ਼ਬਦ ਉਹਦੇ ਮੂੰਹ ਚੋਂ ਇਉਂ ਨਿਕਲਿਆ ਜਿਵੇਂ ਉਹਦੇ ਕੋਈ ਪੁੱਤਰ ਹੀ ਨਾ ਹੋਵੇ, ਪਰ ਅਗਲੇ ਹੀ ਪਲ ਉਹਦੀਆਂ ਅੱਖਾਂ ਅੱਗੇ ਦੀ ਤੇਜੋ ਦਾ ਚਿਹਰਾ ਘੁੰਮ ਗਿਆ, ਜੋ ਉਹਦੇ ਹੱਥਾਂ ਚੋਂ ਮੱਛੀ ਵਾਂਗ ਤਿਲਕਦਾ ਚਲਿਆ ਗਿਆ ਸੀ। ਅਰਜਨ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਹਦਾ ਕੀ ਕਸੂਰ ਸੀ, ਜਿਸ ਕਾਰਨ ਉਹਨੂੰ ਇਸ ਤਰ੍ਹਾਂ ਰੁਲਣ ਲਈ ਇਕੱਲਾ ਛੱਡ ਦਿੱਤਾ ਗਿਆ ਤੇ ਉਹ ਆਪਣੀ ਉਮਰ ਦੇ ਇਹ ਆਖਰੀ ਦਿਨਾਂ 'ਚ ਭੋਰਾ ਭੋਰਾ ਕਰਕੇ ਮਰ ਰਿਹਾ ਸੀ। ਕਈ ਵਾਰ ਉਹਦਾ ਜੀਅ ਕਰਦਾ ਕਿ ਉਹ ਇੱਕ ਦਿਨ ਹੀ ਸਬੂਤੇ ਦਾ ਸਬੂਤਾ ਮਰ ਜਾਏ, ਪਰ ਮੌਤ ਇੰਨੀ ਜਲਦੀ ਉਹਨੂੰ ਆਉਂਦੀ ਨਹੀਂ ਸੀ ਦਿਸਦੀ। ਉਹਨੂੰ ਤਾਂ ਉਦੋਂ ਵੀ ਮੌਤ ਨਾ ਆਈ ਜਦੋਂ ਵੱਗ ਚਾਰਨ ਗਿਆ, ਉਹਨੂੰ ਕਾਲੇ ਨਾਗ ਨੇ ਡਸ ਲਿਆ ਸੀ। ਪਰ ਉਸ ਵੇਲੇ ਉਹ ਮਰਨਾ ਨਹੀਂ ਸੀ ਚਾਹੁੰਦਾ, ਉਹ ਜੇ ਹੋਰ ਕੁਝ ਦੇਖਣਾ ਚਾਹੁੰਦਾ ਸੀ। ਪਰ ਹੁਣ ਕੁਝ ਹੋਰ ਗੱਲ ਹੈ। ਸਭ ਕੁਝ ਦੇਖ ਲੈਣ ਦੇ ਬਾਅਦ ਹੀ ਉਹਨੂੰ ਧਰਵਾਸ ਨਹੀਂ ਆ ਰਿਹਾ ਸੀ। ਜੇ ਇਹੋ ਜਿਹਾ ਕੁਝ ਹੀ ਦੇਖਣਾ ਸੀ ਤਾਂ ਉਦੋਂ ਹੀ ਮਰ ਜਾਂਦਾ ਤਾਂ ਚੰਗਾ ਸੀ, ਉਹਨੇ ਬੈਠੇ ਬੈਠੇ ਸੋਚਿਆ। ਉਦੋਂ ਵੱਗ ਚਾਰਨ ਜਾਇਆ ਕਰਦਾ ਸੀ, ਤੇਜਾ ਜੇ ਮਾੜਾ ਜਿਹਾ ਹੀ ਉਡਾਰ ਹੋਇਆ ਸੀ। ਕਦੇ ਕਦੇ ਜਿੱਦ ਕਰਕੇ ਉਹ ਆਪ ਵੀ ਅਰਜਨ ਨਾਲ ਰਲ ਜਾਂਦਾ। ਅਰਜਨ ਉਹਨੂੰ ਬਥੇਰਾ ਰੋਕ ਰੋਕ ਰੱਖਦਾ, ਪਰ ਉਹ ਮੋੜੇ ਲਾ ਜੇਠ ਹਾੜ ਦੀਆਂ ਧੁੱਪਾਂ 'ਚ ਆਪਣਾ ਮੂੰਹ ਲਾਲ ਸੂਹਾ ਕਰ ਲੈਂਦਾ। ਇੱਕ ਵਾਰ ਤਾਂ ਉਹਨੂੰ ਗਰਮੀ ਲੱਗ ਜਾਣ ਕਾਰਨ ਕਿੰਨੇ ਹੀ ਦਿਨ ਤਾਪ ਚੜ੍ਹਦਾ ਰਿਹਾ ਸੀ। ਅਰਜਨ ਦਾ ਪਿਓ ਵੀ ਪਿੰਡ ਦਾ ਵੱਗ ਚਾਰਿਆ ਕਰਦਾ ਸੀ। ਇਹ ਕੰਮ ਉਹਨੂੰ ਇੱਕ ਤਰ੍ਹਾਂ ਨਾਲ ਵਿਰਸੇ 'ਚ ਮਿਲਿਆ ਸੀ। ਉਹ ਆਪ ਵੀ ਤੇਜੇ ਵਾਂਗ ਆਪਣੇ ਬਾਪੂ ਨਾਲ ਜਾਣ ਲਈ ਜ਼ਿੱਦ ਕਰ ਬਹਿੰਦਾ, ਜਿਸ ਕਾਰਨ ਉਹਨੂੰ ਕਈ ਵਾਰ ਛਿੱਤਰ ਵੀ ਖਾਣੇ ਪੈਂਦੇ। ਪਰ ਹੌਲੀ ਹੌਲੀ ਉਹਦੇ ਪਿਓ ਨੂੰ ਉਹਦਾ ਸੁੱਖ ਮਿਲਣ ਲੱਗ ਪਿਆ। ਉਹ ਆਪ ਤਾਂ ਕਿਸੇ ਛਾਂਦਾਰ ਦਰਖਤ ਹੇਠਾਂ ਬੈਠਾ ਬੀੜੀਆਂ ਪੀਂਦਾ ਰਹਿੰਦਾ ਤੇ ਅਰਜਨ ਆਸੇ ਪਾਸੇ ਦੇ ਵਾਹਣਾਂ 'ਚ ਖੇਡੇ ਫਿਰਦੇ ਡੰਗਰਾਂ ਨੂੰ ਮੋੜ ਲਿਆਉਂਦਾ। 2 ਕੁ ਸਾਲਾਂ 'ਚ ਹੀ ਅਰਜਨ ਨੇ ਸਾਰਾ ਵੱਗ ਆਪਣੇ ਅਧੀਨ ਕਰ ਲਿਆ ਤੇ ਫਿਰ ਅੜੇ ਥੋੜੇ ਉਹ ਆਪ ਹੀ ਵੱਗ ਨੂੰ ਬਾਹਰ ਲੈ ਜਾਂਦਾ। ਅਰਜਨ ਦੇ ਬਾਪੂ ਨੇ ਇੱਕ ਤਰ੍ਹਾਂ ਵੱਗ ਦੀ ਵਾਗਡੋਰ ਅਰਜਨ ਦੇ ਹੀ ਫੜਾ ਦਿੱਤੀ ਸੀ। ਪਹਿਲਾਂ ਤਾਂ ਅਰਜਨ ਵੱਗ ਨੂੰ ਬੜੇ ਚਾਅ ਨਾਲ ਬਾਹਰ ਲੈ ਜਾਇਆ ਕਰਦਾ ਸੀ, ਪਰ ਜਿਉਂ-ਜਿਉਂ ਜਵਾਨ ਹੁੰਦਾ ਗਿਆ ਤਿਉਂ-ਤਿਉਂ ਹੀ ਉਹਨੂੰ ਇਸ ਕੰਮ ਤੋਂ ਖਿਝ ਜਿਹੀ ਆਉਣ ਲੱਗ ਪਈ। ਜਦੋਂ ਪੱਕੀ ਸੜਕੇ ਸਾਈਕਲਾਂ ਤੇ ਚੜ੍ਹੇ ਜਾਂਦੇ ਆਪਣੇ ਹਾਣਦਿਆਂ ਨੂੰ ਨਾਲ ਦੇ ਸ਼ਹਿਰ ਸਕੂਲ ਜਾਂਦੇ ਦੇਖਦਾ ਤਾਂ ਉਹਦਾ ਮਨ ਕਰਦਾ ਕਿ ਉਹ ਆਪ ਵੀ ਸੋਹਣੇ ਸੋਹਣੇ ਕੱਪੜੇ ਪਾ ਕੇ ਉਹਨਾਂ ਵਾਂਗ ਹੀ ਸਾਈਕਲ ਤੇ ਚੜ੍ਹ ਕੇ ਸਕੂਲ ਜਾਏ। ਪਰ ਉਹਦਾ ਪਿਓ ਤਾਂ ਕਦੀ ਸਾਲ 'ਚ ਮਾਈ ਇੱਕ ਅੱਧਾ ਕੁੜਤਾ ਉਹਨੂੰ ਸਵਾ ਕੇ ਦਿੰਦਾ ਸੀ, ਜਿਹਨੂੰ ਉਹ ਉਦੋਂ ਤੱਕ ਗਲੋਂ ਨਹੀਂ ਸੀ ਲਾਉਂਦਾ ਜਦ ਤੱਕ ਉਹ ਪਾਠ ਨਹੀਂ ਸੀ ਜਾਂਦਾ। ਸਕੂਲ ਜਾਣ ਦੀ ਉਹਦੀ ਇੱਛਾ ਹੀ ਰਹੀ। ਉਸ ਵੇਲੇ ਉਹਨੂੰ ਲੱਗਦਾ ਜਿਵੇਂ ਵੱਗ ਨੇ ਤਾਂ ਉਹਦਾ ਕਦੇ ਵੀ ਖਹਿੜਾ ਨਾ ਛੱਡਣਾ ਹੋਵੇ। ਕਈ ਵਾਰ ਉਹ ਅੱਕਿਆ ਜਿਹਾ ਕਈ ਡੰਗਰਾਂ ਨੂੰ ਐਵੇਂ ਕੁੱਟ ਧਰਦਾ, ਪਰ ਹੌਲੀ ਹੌਲੀ ਸਭ ਕੁਝ ਠੀਕ ਹੁੰਦਾ ਚਲਾ ਗਿਆ। ਫਿਰ ਉਹਨੂੰ ਸਮਝ ਆਈ ਕਿ ਇਹ ਜੂਲਾ ਤਾਂ ਉਹਨੇ ਆਪ ਹੀ ਆਪਣੀ ਧੌਣ ਤੇ ਖੁਸ਼ੀ ਧਰਾਇਆ ਸੀ। ਹੁਣ ਤਾਂ ਇਹਨੂੰ ਲਾਉਣਾ ਔਖਾ ਹੀ ਨਹੀਂ, ਸਗੋਂ ਅਸੰਭਵ ਵੀ ਸੀ, ਤੇ ਉਹਨੇ ਇਸ ਸਭ ਕੁਝ ਨੂੰ ਜਿਵੇਂ ਕਿਵੇਂ ਮਨਜ਼ੂਰ ਕਰ ਲਿਆ ਸੀ। ਅਰਜਨ ਤੋਂ ਵੱਡਾ ਤਾਂ ਅਰਜਨ ਦੇ ਵਿਆਹ ਤੋਂ ਥੋੜਾ ਚਿਰ ਬਾਅਦ ਹੀ ਸ਼ਹਿਰ ਆ ਗਿਆ ਸੀ, ਪਰ ਗੁਰੂ ਦੇ ਇਹ ਕਹਿਣ ਤੇ ਕਿ ਸ਼ਹਿਰ ਦੀ ਸਾਰੀ ਨਾਲੋਂ ਸਾਨੂੰ ਤਾਂ ਪਿੰਡ ਦੀ ਅੱਧੀ ਚੰਗੀ ਹੈ, ਤਾਂ ਗੁਰੂ ਦੇ ਵਿੱਚ ਦਾ ਹੀ ਚਲਾ ਗਿਆ। ਉਹਨੇ ਤਾਂ ਕਦੇ ਸੁਪਨੇ 'ਚ ਵੀ ਨਹੀਂ ਸੀ ਸੋਚਿਆ ਕਿ ਉਹਨੂੰ ਇੰਨੀ ਵਧੀਆ ਤੀਵੀਂ ਮਿਲ ਜਾਏਗੀ। 2 ਜਵਾਕ ਜੰਮ ਕੇ ਹੀ ਉਹ ਤਾਂ ਉਹੀ ਸੁੱਤੀ ਗਈ ਸੀ। ਖਾਣ ਪੀਣ ਨੂੰ ਤਾਂ ਇੱਕ ਪਾਸੇ ਰਿਹਾ, ਉਹਨੂੰ ਤਾਂ ਲੂਣ ਤੇਲ ਦਾ ਫਿਕਰ ਹੀ ਖਹਿੜਾ ਨਹੀਂ ਸੀ ਛੱਡਦਾ। ਗੁਰੂ ਤਾਂ ਬਸ ਇਹਨਾਂ ਫਿਕਰਾਂ 'ਚ ਨਿੱਘਰਦੀ ਚਲੀ ਗਈ। ਉਹਨੂੰ ਦਿਨੋਂ ਦਿਨ ਇਸ ਤਰ੍ਹਾਂ ਹੁੰਦੀ ਜਾਂਦੀ ਵੇਖ ਅਰਜਨ ਬੜਾ ਫਿਕਰ ਕਰਦਾ, ਪਰ ਉਹਦੇ ਫਿਕਰ ਕਰਨ ਨਾਲ ਤਾਂ ਕੁਝ ਨਹੀਂ ਸੀ ਹੋ ਸਕਦਾ। ਕਦੇ ਕਦੇ ਅਰਜਨ ਦਾ ਮਨ ਕਰਦਾ ਉਹ ਵੀ ਵੱਡੇ ਕੋਲ ਸ਼ਹਿਰ ਚਲਾ ਜਾਏ, ਪਰ ਹਰ ਵਾਰੀ ਗੁਰੂ ਨੂੰ ਅਜਿਹਾ ਕਰਨ ਤੋਂ ਵਰਜਦੀ ਰਹੀ। ਮੈਂ ਆਪੇ ਠੀਕ ਹੋ ਜੂ, ਤੂੰ ਕਾਹਨੂੰ ਫਿਕਰ ਕਰਦਾ? ਕਿਧਰੇ ਨਹੀਂ ਮੈਨੂੰ ਕੁਝ ਹੁੰਦਾ। ਗੁਰੂ ਦੀਆਂ ਸਿੱਧ ਪੱਧਰੀਆਂ ਸੁਣ ਕੇ ਤਾਂ ਉਹ ਕਿਸੇ ਪਾਸੇ ਦਾ ਵੀ ਨਾ ਰਹਿੰਦਾ। ਦੁਪਹਿਰੇ ਰੋਟੀ ਦੀ ਛੁੱਟੀ ਦਾ ਘੁੱਗੂ ਵੱਜਿਆ ਤਾਂ ਉਹ ਵੀ ਦੂਸਰਿਆਂ ਦੇ ਨਾਲ ਹੀ ਮਸ਼ੀਨ ਬੰਦ ਕਰਕੇ ਥੱਕਿਆ ਜਿਹਾ ਪੌੜੀਆਂ ਉਤਰ ਆਇਆ। ਨਿੱਘੀ ਨਿੱਘੀ ਧੁੱਪ 'ਚ ਉਹਨੂੰ ਆਪਣਾ ਆਪ ਜ਼ਰਾ ਤਾਚ ਆਉਂਦਾ ਜਾਪਿਆ। ਪੌੜੀਆਂ ਉਤਰ ਕੇ ਉਹਨੇ ਸਾਹਮਣੇ ਪਏ ਕਪਾਹ ਦੇ ਵੱਡੇ ਢੇਰ ਵੱਲ ਦੇਖਿਆ। ਗੁਰੂ ਨੂੰ ਕਿਤੇ ਵੀ ਨਜ਼ਰ ਨਾ ਆਈ, ਪਰ ਫਿਰ ਵੀ ਉਹ ਕਪਾਹ ਦੇ ਢੇਰਾਂ ਦੇ ਪੈਰਾਂ 'ਚ ਸੂਰਜ ਵੱਲ ਨੂੰ ਮੂੰਹ ਕਰਕੇ ਲੰਮਾ ਪਿਆ, ਜ਼ਰਾ ਸੁਸਤਾਉਣ ਲੱਗ ਪਿਆ। ਉਹਨੂੰ ਪਏ ਨੂੰ ਅਜੇ ਮਸਾਂ ਹੀ ਕੁਝ ਪਲ ਬੀਤੇ ਹੋਣੇ ਨੇ ਕਿ ਗੁਰੂ ਰੋਟੀ ਲੈ ਉਹਦੇ ਲਾਗੇ ਆ ਖੜੀ। ਲੈ ਉੱਠ, ਰੋਟੀ ਖਾ ਲਾ। ਗੁਰੂ ਨੇ ਉਹਦੇ ਲਾਗੇ ਕਪਾਹ ਤੇ ਬੈਠਦਿਆਂ ਕਿਹਾ। ਕੀ ਗੱਲ ਅੱਜ ਕਵੇਲਾ ਹੀ ਕਰਤਾ? ਅਰਜਨ ਨੇ ਉੱਠ ਕੇ ਬੈਠਾ ਹੁੰਦਿਆਂ ਕਿਹਾ। ਬਸ ਕੰਮ ਧੰਦੇ 'ਚ ਪਤਾ ਹੀ ਨਹੀਂ ਲੱਗਿਆ। 2 ਮੱਕੀ ਦੀਆਂ ਰੋਟੀਆਂ ਉੱਤੇ ਸਾਗ ਧਰ ਅਰਜਨ ਨੂੰ ਫੜਾਉਂਦਿਆਂ ਗੁਰੂ ਬੋਲੀ। ਰੋਟੀ ਖਾਂਦਿਆਂ ਗੁਰੂ ਘਰ ਦੀਆਂ ਅੜਾਂ ਥੋੜਾਂ ਬਾਰੇ ਬੋਲਦੀ ਰਹੀ, ਪਰ ਅਰਜਨ ਨੀਵੀਂ ਪਾਈ ਰੋਟੀ ਖਾਣ 'ਚ ਮਗਨ ਰਿਹਾ।
ਅੱਜ ਰੋਟੀ ਉਹਨੂੰ ਚੰਗੀ ਨਹੀਂ ਸੀ ਲੱਗ ਰਹੀ। 2 ਕੁ ਬੁਰਕੀਆਂ ਖਾਣ ਤੋਂ ਬਾਅਦ ਹੀ ਰੋਟੀ ਉਹਦੇ ਮੂੰਹ 'ਚ ਫੁੱਲਣ ਲੱਗ ਪੈਂਦੀ। ਮਸਾਂ ਹੀ ਅੱਧੀ ਕੁ ਰੋਟੀ ਉਹ ਤੋਂ ਖਾਧੀ ਗਈ, ਬਾਕੀ ਦੀ ਬਚਦੀ ਰੋਟੀ ਉਹਨੇ ਗੁਰੂ ਨੂੰ ਫੜਾ ਦਿੱਤੀ। ਗੁਰੂ ਨੇ ਸਾਗ ਵਾਲੀ ਕੌਲੀ ਤੇ ਬਚਦੀ 1.5 ਕੁ ਰੋਟੀ ਪੌਣੇ ਨੇ ਲੜ ਨਾਲ ਬੰਨ੍ਹ ਲਈ। ਰੋਟੀ ਦੀ ਛੁੱਟੀ ਤੋਂ ਬਾਅਦ ਦਾ ਘੁੱਗੂ ਵੱਜਿਆ ਤਾਂ ਉਹਦਾ ਉੱਠਣ ਨੂੰ ਜੀ ਨਾ ਕੀਤਾ। ਉਹ ਪਹਿਲਾਂ ਵਾਂਗ ਹੀ ਕਪਾਹ ਤੇ ਲੰਮਾ ਪਿਆ ਰਿਹਾ। ਕੀ ਗੱਲ, ਚਿੱਤ ਠੀਕ ਨਹੀਂ? ਗੁਰੂ ਨੇ ਨਾਲ ਦੇ ਮਜ਼ਦੂਰਾਂ ਨੂੰ ਮੁੜ ਕੰਮ ਤੇ ਜਾਂਦਿਆਂ ਦੇਖ ਕਿਹਾ, ਐਂ ਕਰ ਤੂੰ ਬੈਠ, ਚੱਲ ਕੇ ਮੈਂ ਠਹਿਰ ਕੇ ਆਉਣਾ, ਜਰਾ ਪਿੰਡੇ ਨੂੰ ਸੇਕ ਜਿਹਾ ਲਵਾ ਲਾਂ। ਇਹ ਆਖ ਅਰਜਨ ਨੇ ਸੂਰਜ ਵੱਲ ਨੂੰ ਪਿੱਠ ਕਰ ਲਈ ਤੇ ਪਰੇ ਨੂੰ ਮੂੰਹ ਕਰਕੇ ਪੈ ਗਿਆ। ਗੁਰੂ ਰੋਟੀ ਵਾਲਾ ਪੌਣਾ ਉਹਦੇ ਲਾਗੇ ਰੱਖ ਗਈ ਤੇ ਆਪ ਉੱਠ ਕੇ ਮਸ਼ੀਨ ਤੇ ਜਾ ਬੈਠੀ। ਅਰਜਨ ਦੇ ਪਏ ਪਏ ਦੇ ਜ਼ਹਿਨ 'ਚ ਤੇਜੋ ਦਾ ਚਿਹਰਾ ਬਾਰ-ਬਾਰ ਘੁੰਮਿਆ। ਉਹਨੂੰ ਸਮਝ ਨਾ ਲੱਗੀ ਕਿ ਜਿਹਨੂੰ ਉਹ ਇੰਨਾ ਲਾਡ ਲਡਾਉਂਦਾ ਹੁੰਦਾ ਸੀ, ਹੁਣ ਉਹ ਇੰਨਾ ਨਿਰਮੋਹਾ ਕਿਉਂ ਹੋ ਗਿਆ। ਪਤਾ ਨਹੀਂ ਉਹਦੀ ਕਿਸਮਤ 'ਚ ਬੁੱਢੇ ਬਾਰੇ ਇਸ ਤਰ੍ਹਾਂ ਰੋਲਣਾ ਲਿਖਿਆ ਹੋਵੇ। ਉਹ ਪਿਆ ਪਿਆ ਸੋਚੀ ਜਾ ਰਿਹਾ ਸੀ। ਕਿੰਨਾ ਕੁਝ ਸੋਚਿਆ ਕਰਦਾ ਸੀ ਉਹ ਤੇਜੋ ਬਾਰੇ ਕਿ ਉਹ ਵੱਡਾ ਹੋ ਕੇ ਤੇਜੇ ਬਾਰੇ ਕਿ ਵੱਡਾ ਹੋ ਕੇ ਉਹਨਾਂ ਦਾ ਆਸਰਾ ਬਣੇਗਾ। ਉਹ ਵੱਡਾ ਤਾਂ ਜ਼ਰੂਰ ਹੋ ਗਿਆ ਸੀ, ਪਰ ਉਹਨਾਂ ਦਾ ਆਸਰਾ ਨਾ ਬਣ ਸਕਿਆ। ਬੜੇ ਚਾਵਾਂ ਨਾਲ ਉਹਨੇ ਤੇਜੇ ਦਾ ਵਿਆਹ ਕੀਤਾ ਸੀ, ਪਰ ਵਿਆਹ ਤੋਂ ਬਾਅਦ ਪੂਰਾ 1 ਵਰ੍ਹਾ ਵੀ ਨਾ ਬੀਤਿਆ ਕਿ ਉਹ ਆਪਣੀ ਘਰ ਵਾਲੀ ਨੂੰ ਲੈ ਕੇ ਸ਼ਹਿਰ ਜਾ ਵਰਜਿਆ। ਅਰਜਨ ਨੇ ਬਥੇਰੇ ਵਾਸਤੇ ਪਾਏ ਕਿ ਉਹ ਰਹੇ ਭਾਵੇਂ ਕਿਤੇ ਵੀ, ਪਰ ਉਹਨੂੰ ਮਾੜਾ ਮੋਟਾ ਕੁਛ ਨਾ ਕੁਛ ਭੇਜਦਾ ਤਾਂ ਰਹੇ। ਸਾਡਾ ਆਪਦਾ ਤਾਂ ਸਰਦਾ ਨਹੀਂ, ਅਸੀਂ ਇੰਨੇ ਵੱਗ ਨੂੰ ਕੀ ਕਰੀਏ। ਇੱਕ ਦਿਨ ਤੇਜੇ ਦੀ ਬਹੂ ਦੀ ਇਹ ਗੱਲ ਸੁਣ ਅਰਜਨ ਉਹਦੇ ਕੋਲੋਂ ਅਜਿਹਾ ਵਾਪਸ ਆਇਆ ਕਿ ਹੁਣ ਤੱਕ ਉਧਰ ਨੂੰ ਮੂੰਹ ਨਹੀਂ ਕੀਤਾ। ਉਹ ਅੰਦਰੋਂ ਕਿਤੇ ਬਹੁਤ ਟੁੱਟ ਗਿਆ ਸੀ, ਜਿਹਨੂੰ ਦੁਬਾਰਾ ਜੋੜਿਆ ਨਹੀਂ ਸੀ ਜਾ ਸਕਦਾ। ਅਰਜਨ ਨੇ ਕਪਾਹ ਦੇ ਢੇਰ ਦੇ ਪੈਰਾਂ 'ਚ ਪਿਆ ਜਦੋਂ ਪਾਸਾ ਪਰਤਿਆ ਤਾਂ ਸੂਰਜ ਕਾਰਖਾਨੇ ਦੀ ਅਸਮਾਨ ਛੂੰਹਦੀ ਚਿਮਨੀ ਦੇ ਪਰਲੇ ਪਾਸੇ ਕਾਫੀ ਹੇਠਾਂ ਨੂੰ ਲੈ ਚੱਲਿਆ ਸੀ। ਉਹਨੇ ਆਪਣੇ ਅੰਗਾਂ 'ਚ ਤਾਕਤ ਇਕੱਠੀ ਕਰਦਿਆਂ ਉੱਠਣਾ ਚਾਹਿਆ, ਪਰ ਉਹਦਾ ਤਾਂ ਅੰਗ ਨਿਢਾਲ ਹੋਇਆ ਪਿਆ ਸੀ, ਜਿਵੇਂ ਕੋਈ ਬਹੁਤ ਹੀ ਥਕੇਵੇਂ ਵਾਲਾ ਕੰਮ ਕਰਕੇ ਹਟਿਆ ਹੋਵੇ। ਫਿਰ ਵੀ ਉਹਨੇ ਚਿਹਰੇ ਤੇ ਤਾਜ਼ਗੀ ਲਿਆਉਂਦਿਆਂ ਉੱਠ ਕੇ ਮਸ਼ੀਨ ਵੱਲ ਤੁਰਨਾ ਚਾਹਿਆ, ਪਰ ਉਹ ਤੋਂ ਤੁਰਿਆ ਨਾ ਜਾ ਸਕਿਆ। ਉਹਦੇ ਸਾਰੇ ਪਿੰਡੇ 'ਚੋਂ ਜਾਂ ਤਾਂ ਤੇਜ਼ ਧੁੱਪ ਕਾਰਨ, ਬੁਖਾਰ ਕਾਰਨ ਬੜਾ ਸੇਕ ਮਾਰ ਰਿਹਾ ਸੀ। ਸਾਰਾ ਪਿੰਡਾ ਮੁੜਕੇ ਨਾਲ ਤਰ ਹੋਇਆ ਪਿਆ ਸੀ। ਤੁਰਨ ਲੱਗਿਆ ਉਹਦੀਆਂ ਅੱਖਾਂ ਅੱਗੇ ਹਨੇਰੀ ਜਿਹੀ ਆ ਗਈ ਤੇ ਉਹਨੂੰ ਸਭ ਕੁਝ ਧੁੰਦਲਾ ਧੁੰਦਲਾ ਜਿਹਾ ਦਿਖਣ ਲੱਗ ਗਿਆ। ਕੁਝ ਪਲ ਖੜਨ ਤੋਂ ਬਾਅਦ ਆਪਣੇ ਆਪ ਆਉਂਦਿਆਂ ਉਹ ਹੌਲੀ ਹੌਲੀ ਪੌੜੀਆਂ ਚੜ੍ਹ ਮਸ਼ੀਨ ਲਾਗੇ ਜਾ ਪਹੁੰਚਿਆ। ਉਹਨੂੰ ਲੱਗਿਆ ਹੁਣ ਮਸ਼ੀਨ ਤੇ ਉਹ ਤੋਂ ਚੜ੍ਹ ਨਹੀਂ ਹੋਣਾ। ਜੇ ਨਹੀਂ ਚਿੱਤ ਮੰਨਦਾ ਤਾਂ ਘਰ ਨੂੰ ਚਲਿਆ ਜਾ, ਨਾਲੇ ਜਾਂਦਾ ਹੋਇਆ ਕੋਈ ਗੋਲੀ ਗਾਲੀ ਲੈ ਜੀ, ਸ਼ਾਇਦ ਠੰਡ ਲੱਗ ਗਈ ਹੋਣੀ ਆ। ਗੁਰੂ ਨੇ ਵੇਲਣੀ ਦੇ ਉੱਤੋਂ ਦੀ ਝੁੱਕ ਕੇ ਉਹਦੇ ਲਾਗੇ ਜਿਹੇ ਹੁੰਦਿਆਂ ਕਿਹਾ। ਅਰਜਨ ਨੂੰ ਸਮਝ ਨਹੀਂ ਸੀ ਲੱਗ ਰਿਹਾ ਕਿ ਉਹ ਗੁਰੂ ਨੂੰ ਕੀ ਜਵਾਬ ਦੇ। ਬਿਨਾਂ ਕੋਈ ਜਵਾਬ ਦਿੱਤਿਆਂ ਉਹਨੀ ਪੈਰੀਂ ਪੌੜੀਆਂ ਉਤਰ ਆਇਆ ਤੇ ਢਲ ਢਲੇ ਸੂਰਜ ਦੀ ਠੰਡੀ ਹੁੰਦੀ ਜਾ ਰਹੀ ਧੁੱਪ 'ਚ ਘਰ ਵੱਲ ਤੁਰ ਪਿਆ। ਰਸਤੇ 'ਚ ਡਾਕਟਰ ਦੀ ਦੁਕਾਨ ਲਾਗੇ ਪਹੁੰਚ ਉਹਦੇ ਕਦਮ ਕੁਝ ਪਲਾਂ ਲਈ ਰੁਕੇ, ਪਰ ਕੁਝ ਸੋਚ ਉਹ ਫੇਰ ਘਰ ਵੱਲ ਨੂੰ ਪਹਿਲਾਂ ਦੀ ਤਰ੍ਹਾਂ ਹੀ ਤੁਰ ਪਿਆ। ਅੱਗੇ ਆ ਕੇ ਇੱਕ ਵਾਰ ਫੇਰ ਉਹਦਾ ਮਨ ਹੋਇਆ ਕਿ ਉਹ ਡਾਕਟਰ ਨੂੰ ਨਬਜ਼ ਦਿਖਾਈ ਆਏ, ਪਰ ਉਹਦੇ ਪੈਰ ਤਾਂ ਪਿਛਾਂਹ ਮੁੜਨ ਦਾ ਨਾਂ ਹੀ ਨਹੀਂ ਸੀ ਲੈ ਰਹੇ। ਘਰੇ ਆ ਕੇ ਉਹ ਮੰਜੇ ਤੇ ਡਿੱਗੀ ਪਿਆ। ਅਰਜਨ ਨੂੰ ਇਸ ਤਰ੍ਹਾਂ ਮੰਜੇ ਤੇ ਆ ਕੇ ਪੈਂਦਿਆਂ ਵੇਖ ਲਾਜੀ ਘਬਰਾਈ ਜੀ ਪਾਣੀ ਦਾ ਗਲਾਸ ਭਰ ਕੇ ਅਰਜਨ ਨੂੰ ਫੜਾਉਣ ਲਈ ਲੈ ਕੇ ਆਈ। ਕੀ ਗੱਲ ਬਾਪੂ, ਆਏ ਪੈ ਗਿਆ ਆ ਕੇ? ਲਾਜੀ ਘਬਰਾਈ ਜੀ ਪਾਣੀ ਦਾ ਗਲਾਸ ਫੜਾਉਂਦਿਆਂ ਬੋਲੀ। ਅਰਜਨ ਨੇ ਲਾਜੀ ਦੇ ਹੱਥੋਂ ਪਾਣੀ ਦਾ ਗਲਾਸ ਫੜਿਆ ਤੇ ਪੀ ਕੇ ਫੇਰ ਪਹਿਲਾਂ ਵਾਂਗ ਹੀ ਲੰਮਾ ਪੈ ਗਿਆ। ਬਾਪੂ ਕੀ ਗੱਲ? ਲਾਜੀ ਨੇ ਗਲਾਸ ਭੁੰਜੇ ਰੱਖ ਅਰਜਨ ਦਾ ਮੱਥਾ ਘੁੱਟਦਿਆਂ ਪੁੱਛਿਆ। ਕੁਛ ਨਹੀਂ, ਤੂੰ ਘਾਬਰਨਾ, ਮੈਂ ਠੀਕ ਠਾਕ ਹਾਂ। ਅਰਜਨ ਨੇ ਸਿਰ ਘੁੱਟਦੀ ਲਾਜੀ ਦਾ ਹੱਥ ਫੜ ਉਹਦੀਆਂ ਅੱਖਾਂ 'ਚ ਉਤਰ ਆਏ ਪਾਣੀ ਵੱਲ ਦੇਖਦਿਆਂ ਕਿਹਾ, ਉਹੀ ਜਰਾ ਭਖ ਜੀ ਹੋ ਗਈ, ਹੋਰ ਮੈਨੂੰ ਕਿਹੜਾ ਗੋਲੀ ਵੱਜੀ ਆ। ਜਾਂ ਤੂੰ ਰੋਟੀ ਪਾਣੀ ਦਾ ਕਰ ਲਾ, ਅਰਜਨ ਨੇ ਅੱਖਾਂ ਬੰਦ ਕਰਦਿਆਂ ਕਿਹਾ। ਲਾਜੀ ਜਕਾਂ ਤਕਾਂ ਜੀਆਂ ਕਰਦੀ ਉੱਠ ਕੇ ਬਾਹਰ ਚਲੀ ਗਈ ਤੇ ਕਾਹਲੀ ਕਾਹਲੀ ਚੁੱਲ੍ਹੇ ਚੌਂਕੇ ਦੇ ਕੰਮ ਧੰਦੇ 'ਚ ਰੁੱਝ ਗਈ। ਪਰ ਕੰਮ ਕਰਦਿਆਂ ਤੇ ਅੰਦਰ ਬਾਹਰ ਆਉਂਦੇ ਜਾਂਦੇ ਵੀ ਉਹਦਾ ਧਿਆਨ ਅਰਜਨ ਵੱਲ ਹੀ ਸੀ। ਬਾਪੂ, ਤਾਪ ਦੀ ਗੋਲੀ ਮੰਗਵਾ ਦਿਆਂ? ਤੇਰਾ ਤਾਂ ਪਿੰਡਾ ਬਲਾਈ ਗਰਮ ਆ। ਲਾਜੀ ਨੇ ਚੁੱਲ੍ਹੇ ਤੇ ਦਾਲ ਧਰ ਅੰਦਰ ਆ ਕੇ ਇੱਕ ਵਾਰ ਫੇਰ ਅਰਜਨ ਦਾ ਸਿਰ ਘੁੱਟਦਿਆਂ ਪੁੱਛਿਆ। ਰੋਡੂ ਨੂੰ ਭੇਜ ਕੇ ਗੋਲੀ ਮੰਗਵਾ ਲੈ, ਅਰਜਨ ਨੇ ਤਾਪ ਦੀ ਸੇਕ ਨਾਲ ਬਾਰ-ਬਾਰ ਬੰਦ ਹੁੰਦੀਆਂ ਅੱਖਾਂ ਨੂੰ ਜ਼ੋਰ ਨਾਲ ਖੋਲ੍ਹਦਿਆਂ ਕਿਹਾ। ਚੰਗਾ, ਮੈਂ ਪਹਿਲਾਂ ਚਾਹ ਧਰ ਦਿਆਂ। ਇਹ ਜਵਾਬ ਦੇ ਲਾਜੀ ਨੇ ਚੁੱਲ੍ਹੇ ਤੇ ਦਾਲ ਲਾ ਕੇ ਚਾਹ ਧਰਤੀ ਤੇ ਗਲੀ ਖੁੱਦੋ ਖੁੰਡੀ ਖੇਡਦੇ ਰੋਡੂ ਨੂੰ ਆਵਾਜ਼ ਮਾਰਨ ਬਾਹਰ ਨੂੰ ਹੋ ਤੁਰੀ। ਰੋਡੂ ਨੂੰ ਤਾਪ ਦੀ ਗੋਲੀ ਲੈਣ ਲਈ ਭੇਜ ਕੇ ਲਾਜੀ ਫੇਰ ਅਰਜਨ ਦਾ ਸਿਰ ਘੁੱਟਣ ਆ ਲੱਗੀ। ਪੁੱਤ, ਤੂੰ ਰੋਟੀ ਪਾਣੀ ਦਾ ਕਰ ਲਾ, ਸਿਰ ਘੁੱਟਣ ਨੂੰ ਰਹਿਣ ਦੇ, ਕਿਧਰੇ ਨਹੀਂ ਮੈਨੂੰ ਕੁਛ ਹੁੰਦਾ। ਅਰਜਨ ਨੇ ਪਿਆਂ ਹੀ ਦਿਨ ਛਿਪ ਜਾਣ ਕਾਰਨ ਚੋਰੀ ਚੋਰੀ ਅੰਦਰ ਵੜਦੇ ਆਉਂਦੇ ਹਨੇਰੇ ਨੂੰ ਘੂਰਦਿਆਂ ਕਿਹਾ।
ਚਾਹ ਨਾਲ ਗੋਲੀ ਲੈ ਕੇ ਅਰਜਨ ਰਜਾਈ ਲਪੇਟ ਕੇ ਪੈ ਗਿਆ। ਫਿਰ ਉਹਨੂੰ ਪਤਾ ਨਹੀਂ ਕਿ ਕਦੋਂ ਗੁਰੂ ਆਈ, ਕਦੋਂ ਘਰ ਦੇ ਸਾਰੇ ਜੀਅ ਰੋਟੀ ਖਾ ਕੇ ਲੰਮੇ ਪੈ ਗਏ। ਜਦੋਂ ਉਹਦੀ ਅੱਖ ਖੁੱਲੀ ਤਾਂ ਬਲ ਰਹੇ ਦੀਵੇ ਦੇ ਚਾਨਣੇ ਗੁਰੂ ਉਹਦੇ ਸਿਰਹਾਣੇ ਬੈਠੀ ਉਹਦਾ ਸਿਰ ਫੋਲੇ ਫੋਲੇ ਘੁੱਟ ਰਹੀ ਸੀ। ਲਾਜੀ ਨਾਲ ਦੇ ਮੰਜੇ ਤੇ ਰੋਡੂ ਨਾਲ ਪਈ ਉਂਗਲਾਉਂਦੀ ਹੋਈ ਆਪਣੇ ਆਪ ਨੂੰ ਜਾਗਦਿਆਂ ਰੱਖ ਰਹੀ ਸੀ। ਰੋਟੀ ਨਹੀਂ ਖਾਣੀ? ਗੁਰੂ ਨੇ ਉਹਨੂੰ ਅੱਖਾਂ ਖੋਲਦਿਆਂ ਦੇਖ ਪੁੱਛਿਆ, ਪਰ ਉਹਨੇ ਨਾਂ 'ਚ ਸਿਰ ਹਿਲਾਤਾ, ਬੋਲਿਆ ਕੁਛ ਨਾ। ਕੁਝ ਸਮਾਂ ਗੁਰੂ ਅਰਜਨ ਦਾ ਸਿਰ ਉਸੇ ਤਰ੍ਹਾਂ ਬੈਠੀ ਘੁੱਟਦੀ ਰਹੀ, ਪਰ ਜਦੋਂ ਉਹਨੂੰ ਨੀਂਦ ਦਾ ਦੂਜਾ ਤੀਜਾ ਝੂਟਾ ਜਿਹਾ ਆਇਆ ਤਾਂ ਉੱਠ ਕੇ ਨਾਲ ਦੇ ਮੰਜੇ ਤੇ ਜਾ ਲੰਮੀ ਪਈ। ਮੰਜੇ ਤੇ ਪੈਂਦੀਆਂ ਉਹਨੂੰ ਨੀਂਦ ਨੇ ਆ ਘੇਰਿਆ, ਪਰ ਅਰਜਨ ਤਾਂ ਉਹੀ ਅੱਖਾਂ ਮੀਚੀ ਪਿਆ ਸੀ। ਉਹਨੂੰ ਤਾਂ ਹੁਣ ਤੱਕ ਨੀਂਦ ਆਈ ਹੀ ਨਹੀਂ ਸੀ। ਉਹ ਤਾਂ ਦੁਪਹਿਰਾਂ ਵੇਲੇ ਦਾ ਹੀ ਇਸ ਤਰ੍ਹਾਂ ਪਿਆ ਸੀ। ਉਹਨੇ ਇੱਕ ਪਲ ਅੱਖਾਂ ਪੁੱਟ ਕੇ ਦੇਖਿਆ, ਦੀਵਾ ਉਹਦੇ ਆਪਣੇ ਵਾਂਗ ਹੀ ਜਾਗ ਰਿਹਾ ਸੀ। ਉਹਦਾ ਮਨ ਕੀਤਾ ਗੁਰੂ ਨੂੰ ਆਵਾਜ਼ ਮਾਰ ਕੇ ਦੀਵਾ ਬੁਝਾਉਣ ਲਈ ਕਹੇ, ਪਰ ਬੋਲ ਉਹਦੇ ਮੂੰਹੋਂ ਨਾ ਨਿਕਲ ਸਕੇ ਤੇ ਨਾ ਹੀ ਉਹ ਤੋਂ ਆਪ ਹੀ ਉੱਠ ਕੇ ਹਿੰਮਤ ਕੀਤੀ ਜਾ ਸਕੀ। ਉਹਦੀਆਂ ਅੱਖਾਂ ਫੇਰ ਪਹਿਲਾਂ ਵਾਂਗ ਹੀ ਆਪਣੇ ਆਪ ਮਿਚ ਗਈਆਂ। ਮਿਚੀਆਂ ਹੋਣ ਦੇ ਬਾਵਜੂਦ ਵੀ ਉਹਦੀਆਂ ਅੱਖਾਂ ਅੱਗੇ ਇਕੱਲੇ ਦਿਨ ਦਾ ਉਹ ਦ੍ਰਿਸ਼ ਘੁੰਮ ਗਿਆ, ਜਦੋਂ ਤੇਜੇ ਨੂੰ ਮਿੰਨਤਾਂ ਕਰ ਕਰ ਪਿੰਡ ਆਉਣ ਲਈ ਕਿਹਾ ਕਰਦਾ ਸੀ। ਇੱਕ ਇੱਕ ਦ੍ਰਿਸ਼ ਅਜੇ ਵੀ ਪਹਿਲਾਂ ਵਾਂਗ ਹੀ ਸਾਮਰਥਕ ਦਿਖਾਈ ਦੇ ਰਿਹਾ ਸੀ। ਕਈ ਵਾਰ ਉਹਦੇ ਮਨ 'ਚ ਆਇਆ, ਉਹਨੂੰ ਬਾਰ-ਬਾਰ ਯਾਦ ਕਰਨ ਦਾ ਹੁਣ ਕੀ ਫਾਇਦਾ? ਇਹ ਸਭ ਕੁਝ ਤਾਂ ਉਹਨੂੰ ਹੁਣ ਭੁੱਲ ਜਾਣਾ ਚਾਹੀਦਾ, ਪਰ ਲੱਖ ਕੋਸ਼ਿਸ਼ ਕਰਨ ਤੇ ਵੀ ਉਹ ਤੋਂ ਇਹ ਸਭ ਕੁਝ ਭੁਲਾਇਆ ਨਹੀਂ ਸੀ ਭੁੱਲਦਾ। ਉਹਦੀਆਂ ਅੱਖਾਂ ਅੱਗੇ ਖੇਰੂ ਹੋ ਗਏ ਆਪਣੇ ਘਰ ਦੀ ਤਸਵੀਰ ਆਉਂਦੀ, ਤਾਂ ਭਰੇ ਹੋਏ ਮਨ ਨਾਲ ਘਰ ਦੇ ਖੁੱਲੇ ਬੂਹੇ ਵੱਲ ਵੇਖਦਾ, ਜਿੱਥੇ ਉਹਨੂੰ ਜਾਂ ਤਾਂ ਗੁਰੂ ਦਿਖਾਈ ਦੇ ਰਹੀ ਹੁੰਦੀ ਜਾਂ ਫਿਰ ਲਾਜੀ, ਜਿਹਦਾ ਫਿਕਰ ਉਹਨੂੰ ਦਿਨ ਰਾਤ ਵੱਢ ਖਾਂਦਾ ਰਹਿੰਦਾ ਸੀ। ਸਭ ਕੁਝ ਉਹਦੀਆਂ ਅੱਖਾਂ ਸਾਹਮਣੇ ਕਿਣਕਾ ਕਿਣਕਾ ਹੋ ਖਿੰਡਿਆ ਪਿਆ ਸੀ, ਜੋ ਤੋਂ ਕਿਸੇ ਹੀਲੇ ਵੀ ਇਕੱਠਾ ਨਹੀਂ ਸੀ ਕੀਤਾ ਜਾ ਰਿਹਾ। ਹੁਣ ਉਹ ਆਪਣੇ ਆਪ ਨੂੰ ਇਕੱਲਾ ਰਹਿ ਗਿਆ ਦੇਖ ਹੋਰ ਵੀ ਬੁੱਢਾ ਹੁੰਦਾ ਜਾ ਰਿਹਾ ਸੀ। ਗਮ ਨਾਲ ਝੁਕ ਗਈ ਉਹਦੀ ਕਮਰ ਇਸ ਤਰ੍ਹਾਂ ਲੱਗ ਰਹੀ ਸੀ ਜਿਵੇਂ ਉਹਨੇ ਕਿਸੇ ਪਲ ਵੀ ਟੁੱਟ ਜਾਣਾ ਹੋਵੇ। ਘਰ ਦੀਆਂ ਕਬੀਲਦਾਰੀਆਂ 'ਚ ਉਲਝਿਆ ਉਹ ਸਮੁੰਦਰ 'ਚ ਡੁੱਬ ਰਹੇ ਜਹਾਜ਼ ਵਾਂਗ ਲੱਗ ਰਿਹਾ ਸੀ, ਜਿਹਨੂੰ ਕਿਸੇ ਨੇ ਵੀ ਡੁੱਬਣੋਂ ਨਾ ਬਚਾ ਸਕਣਾ ਹੋਵੇ। ਪਰ ਉਹ ਅਜੇ ਆਪਣੇ ਆਪ ਨੂੰ ਡੁੱਬਣ ਨਹੀਂ ਸੀ ਦੇਣਾ ਚਾਹੁੰਦਾ। ਘਰ ਦੀਆਂ ਡਿੱਗਦੀਆਂ ਕੰਧਾਂ ਨੂੰ ਉਹਨੇ ਮੋਢਾ ਦੇ ਕੇ ਥੰਮ ਲਿਆ ਸੀ ਤੇ ਗਰੀਬ ਦੇ ਬੋਝ ਨਾਲ ਹੇਠਾਂ ਨੂੰ ਲਿਫਦੀ ਆ ਰਹੀ ਛੱਤ ਹੇਠਾਂ ਉਹ ਆਪਣੇ ਆਪ ਹੀ ਥੰਮੀ ਬਾਣਾ ਅੜ ਖੜੋਤਾ। ਕਾਫੀ ਚਿਰ ਦੀ ਖੱਜਲ ਖੁਆਰੀ ਤੋਂ ਬਾਅਦ ਉਹ ਰੂੰ ਦੇ ਕਾਰਖਾਨੇ ਜਾ ਲੱਗਿਆ ਸੀ, ਜਿਸ ਨਾਲ ਉਹਨਾਂ ਦੀ ਮਾੜੀ ਜੀ ਡੰਗ ਟਪਾਸੀ ਹੋਣ ਲੱਗ ਪਈ। ਕਾਰਖਾਨੇ ਰੂੰ ਵੇਲਣ ਵਾਲੀ ਜ਼ਮੀਨ ਤੇ ਬੈਠਾ ਜਾਂ ਕਾਰਖਾਨੇ ਜਾਂਦਿਆਂ ਜਾਂ ਆਉਂਦਿਆਂ ਬੀਤ ਗਏ ਦਿਨਾਂ ਦੀ ਕੱਲੀ ਯਾਦ ਉਹਦੇ ਪਿੰਡੇ ਨੂੰ ਚੋਭਾ ਮਾਰਦੀ ਤਾਂ ਉਹਨੂੰ ਆਪਣਾ ਅੱਗਾ ਹੋਰ ਨੇੜੇ ਆ ਗਿਆ ਲੱਗਦਾ, ਪਰ ਉਹਦੇ ਚੜ੍ਹਦੀਆਂ ਕਲਾਂ 'ਚ ਰਹਿਣ ਵਾਲੇ ਹੌਸਲੇ ਨੇ ਅੱਗੇ ਨੂੰ ਜਿਵੇਂ ਹੋਰ ਅਗਾਂਹ ਧੱਕ ਦਿੱਤਾ ਹੋਵੇ। ਜਿਹੜਾ ਅਰਜਨ ਕਦੇ ਜਵਾਨੀ ਵੇਲੇ ਬੜਕਾ ਮਾਰਦਾ ਪਿੰਡ ਦੀਆਂ ਗਲੀਆਂ 'ਚ ਤੁਰਿਆ ਫਿਰਦਾ ਸਰਪੰਚ ਦੀ ਧੀ ਭੱਪੀ ਦੀਆਂ ਅੱਖਾਂ 'ਚ ਬਿਜਲੀ ਬਣ ਲਿਸ਼ਕਿਆ ਸੀ ਤੇ ਪੰਡਤਾਂ ਦੀ ਤੋਸ਼ੀ ਉਹਦੀ ਸਾਰੀ ਦੀ ਸਾਰੀ ਬਣੀ ਸਭ ਕੁਝ ਕਰ ਗੁਜ਼ਰਨ ਲਈ ਹਵਾ ਉਡਾਰੀਆਂ ਮਾਰਦੀ ਫਿਰਦੀ ਸੀ, ਅੱਜ ਉਹੀ ਅਰਜਨ ਮਿੱਟੀ ਬਣਿਆ ਪਿਆ ਸੀ। ਸਭ ਕੁਝ ਉਹਦੀਆਂ ਅੱਖਾਂ ਅੱਗੋਂ ਦੀ ਤਰਦਾ ਲੰਘ ਗਿਆ। ਉਹ ਨਿਢਾਲ ਜਿਹਾ ਹੋਇਆ ਪਿਆ ਸੀ, ਜਿਵੇਂ ਉਹਦੀ ਜਾਨ ਟੁੱਟ ਰਹੀ ਹੋਵੇ। ਪਿਆਂ ਉਹਨੇ ਗੁਰੂ ਦੇ ਮੰਜੇ ਵੱਲ ਵੇਖਿਆ। ਉਹ ਵੀ ਸੁੱਤੀ ਪਈ ਸੀ। ਦੀਵਾ ਵੀ ਮੱਠਾ ਪਹਿਲਾਂ ਵਾਂਗ ਹੀ ਬਲ ਰਿਹਾ ਸੀ। ਲੱਗਦਾ ਸੀ ਉਹਦੇ 'ਚ ਵੀ ਅਰਜਨ ਵਾਂਗ ਅਜੇ ਕੁਝ ਦਮ ਹੈ। ਇੱਕ ਵਾਰ ਤਾਂ ਉਹਦਾ ਮਨ ਕੀਤਾ ਆਵਾਜ਼ ਮਾਰ ਉਹ ਗੁਰੂ ਨੂੰ ਹੀ ਜਗਾ ਲਏ। ਬੀਤ ਗਏ ਵਰ੍ਹਿਆਂ ਦੀ ਗਾਥਾ ਦੀ ਕੱਲੀ ਗੱਲ ਮੁੱਢੋਂ ਸੁੱਢੋਂ ਫੇਰ ਇੱਕ ਵਾਰ ਦੁਹਰਾਈ, ਪਰ ਉਹਨੂੰ ਲੱਗਿਆ ਜਿਵੇਂ ਇਹ ਸਭ ਕੁਝ ਉਸ ਕੋਲੋਂ ਮੁੜ ਦੁਹਰਾਇਆ ਹੀ ਨਹੀਂ ਜਾ ਸਕਣਾ ਹੋਵੇ। ਪਿਆਂ ਕੁੱਕੜ ਦੀ ਵਾਂਗ ਉਹਦੇ ਕੰਨੀ ਪਈ। ਉਹਨੂੰ ਲੱਗਿਆ ਜਿਵੇਂ ਹੁਣ ਦਿਨ ਚੜ੍ਹਨ ਵਾਲਾ ਹੀ ਹੋਵੇ। ਰਾਤ ਦੇ ਭੰਨੇ ਬੁਖਾਰ ਕਾਰਨ ਉਹਦੇ ਪਿੰਡੇ ਦਾ ਅੰਗ ਦੁਖ ਰਿਹਾ ਸੀ। ਕੰਮ ਤੇ ਜਾਣਾ ਤਾਂ ਇੱਕ ਪਾਸੇ ਰਿਹਾ, ਉਸ 'ਚ ਤਾਂ ਉੱਠਣ ਦੀ ਵੀ ਸਤਿਆ ਨਹੀਂ ਸੀ ਰਹੀ। ਚੁੱਪਚਾਪ ਪਿਆ ਗੁਰੂ ਨੂੰ ਮੰਜੇ ਤੋਂ ਉੱਠਦਿਆਂ ਦੇਖਦਾ ਰਿਹਾ। ਗੁਰੂ ਉੱਠ ਕੇ ਚੌਂਕੇ 'ਚ ਚਾਹ ਧਰਨ ਜਾ ਲੱਗੀ। ਜਿੰਨਾ ਚਿਰ ਉਹ ਚਾਹ ਬਣਾਉਂਦੀ ਰਹੀ ਉਦੋਂ ਤੱਕ ਅਰਜਨ ਪਿਆ ਕਿੰਨਾ ਕੁਝ ਹੀ ਸੋਚਦਾ ਰਿਹਾ। ਲੈ ਚਾਹ ਪੀ ਲਾ। ਗੁਰੂ ਚਾਹ ਦਾ ਗਲਾਸ ਲਈ ਖੜੀ ਉਹਨੂੰ ਉੱਠਣ ਲਈ ਆਖ ਰਹੀ ਸੀ। ਅਰਜਨ ਨੇ ਉੱਠ ਕੇ ਚਾਹ ਦਾ ਗਲਾਸ ਫੜ ਲਿਆ। ਲੈ ਉੱਠ ਕੁੜੀਏ, ਤੂੰ ਵੀ ਚਾਹ ਪੀ ਲਾ, ਗੁਰੂ ਨੇ ਲਾਜੀ ਨੂੰ ਝੰਜੋੜ ਕੇ ਜਗਾਉਂਦਿਆਂ ਕਿਹਾ। ਅਰਜਨ ਚੁੱਪਚਾਪ ਬੈਠਾ ਚਾਹ ਪੀਂਦਾ ਰਿਹਾ। ਕੁਝ ਪਲਾਂ ਬਾਅਦ ਲਾਜੀ ਅੱਖਾਂ ਮਲਦੀ ਉੱਠ ਬੈਠੀ। ਤੂੰ ਜਾ ਅੱਜ ਕਾਰਖਾਨੇ, ਮੈਂ ਅੱਜ ਤੇਰੇ ਪਿਓ ਨੂੰ ਨਾਲ ਲਿਜਾ ਕੇ ਦਵਾਈ ਦਵਾਉਣੀ ਆ, ਗੁਰੂ ਨੇ ਲਾਜੀ ਨੂੰ ਚਾਹ ਦਾ ਗਲਾਸ ਫੜਾਉਂਦਿਆਂ ਕਿਹਾ। ਲਾਜੀ ਨੇ ਬਿਨਾਂ ਬੋਲਿਆਂ ਚਾਹ ਦਾ ਗਲਾਸ ਫੜ ਲਿਆ। ਗੁਰੂ ਦਾ ਬੋਲ ਸੁਣ ਅਰਜਨ ਨੂੰ ਲੱਗਿਆ ਜਿਵੇਂ ਉਸ ਕੋਲੋਂ ਚਾਹ ਦਾ ਤੱਤਾ ਘੁੱਟ ਭਰਿਆ ਗਿਆ ਹੋਵੇ। ਪਲਾਂ 'ਚ ਉਹਦੀਆਂ ਅੱਖਾਂ ਅੱਗੋਂ ਦੀ ਕਿੰਨਾ ਕੁਝ ਲੰਘ ਗਿਆ।
ਉਹ ਕਦੇ ਗੁਰੂ ਵੱਲ ਤੇ ਕਦੇ ਲਾਜੀ ਵੱਲ ਤੱਕ ਇੱਕ ਟੱਕ ਵੇਖੀ ਜਾ ਰਿਹਾ ਸੀ। ਕੁਝ ਕਹਿਣ ਲਈ ਉਹਦੇ ਬੁੱਲ ਕੰਬ ਰਹੇ ਸੀ, ਪਰ ਉਹ ਅੰਦਰੋਂ ਕਿਤੇ ਇੰਨਾ ਟੁੱਟਿਆ ਪਿਆ ਸੀ ਕਿ ਉਹਦੇ ਮੂੰਹੋਂ ਇੱਕ ਵੀ ਬੋਲ ਨਾ ਨਿਕਲ ਸਕਿਆ। ਤੇ ਲਾਜੀ ਨੂੰ ਚਾਹ ਪੀ ਕੇ ਦਰੋਂ ਬਾਹਰ ਹੁੰਦਿਆਂ ਉਹਦੀਆਂ ਬੰਦ ਹੋ ਗਈਆਂ ਅੱਖਾਂ 'ਚ ਜਿਵੇਂ ਵੇਖਣ ਦੀ ਵੀ ਹਿੰਮਤ ਨਾ ਰਹੀ ਹੋਵੇ। ਧੰਨਵਾਦ। ਅਗਲੀ ਕਹਾਣੀ ਹੈ ਕੰਧ। ਕਹਾਣੀਕਾਰ ਮੰਮਾ ਕੱਕਾ ਮਹਿਤਾਬ। ਇਹ ਕੁੜੀ ਇੱਕ ਸਰਦਾਰ ਜੀ ਮੈਨੂੰ ਤੋਹਫੇ ਦੇ ਤੌਰ 'ਤੇ ਦੇ ਗਏ ਸਨ। ਸਰਦਾਰ ਜੀ ਜਿਨ੍ਹਾਂ ਨੂੰ ਮੈਂ 1.5 ਘੰਟੇ ਤੋਂ ਮਨ 'ਚ ਗਾਲਾਂ ਕੱਢ ਰਿਹਾ ਸੀ, ਕਿਉਂਕਿ ਉਹ ਪੂਰੀ ਸੀਟ 'ਤੇ ਪੈਰ ਪਸਾਰ ਕੇ ਬੈਠੇ ਹੋਏ ਸਨ ਤੇ ਮੈਂ ਖਲੋਤਾ ਖਲੋਤਾ ਥੱਕ ਗਿਆ ਸੀ। ਉਹ ਕੋਝਾ ਜਿਹਾ ਸਰਦਾਰ ਜੋ ਅੰਮ੍ਰਿਤਸਰ ਦਾ ਕੋਈ ਵਪਾਰੀ ਲੱਗਦਾ ਸੀ, ਉਂਘ ਰਿਹਾ ਸੀ। ਉਹਦੇ ਨਾਲ ਬੈਠੀ ਕੁੜੀ ਵੀ ਸੌਂ ਰਹੀ ਸੀ। ਉਹ ਝੂਲਦੀ ਹੋਈ ਕਦੇ ਉਹਦੇ ਮੋਢੇ ਨਾਲ ਆ ਲੱਗਦੀ, ਕਦੇ ਸੰਭਲ ਕੇ ਬਹਿ ਜਾਂਦੀ। ਸਰਦਾਰ ਨੇ ਕੁੜੀ ਨਾਲ ਕੁਝ ਗੱਲਾਂ ਵੀ ਕੀਤੀਆਂ ਸੀ। ਮੈਨੂੰ ਚਿੜ ਜਿਹੀ ਹੋ ਰਹੀ ਸੀ ਕਿ ਇਹ ਵਪਾਰੀ ਕਿਸੇ ਤੌਰ 'ਤੇ ਵੀ ਇਸ ਕੁੜੀ ਦੇ ਪਾਤਰ ਨਹੀਂ ਸੀ, ਪਰ ਵਪਾਰੀ ਤਾਂ ਸਦਾ ਹੀ ਧਨ ਦੇ ਆਸਰੇ ਵਪਾਰ ਕਰਦਾ ਆਇਆ। ਪਰ ਮੈਂ ਸਰਦਾਰ ਦਾ ਬੜਾ ਧੰਨਵਾਦੀ ਸੀ ਕਿ ਉਹ ਮੈਨੂੰ ਆਪਣੀ ਸੀਟ 'ਤੇ ਇਹ ਕੁੜੀ ਦੇ ਕੇ ਆਪ ਅਗਲੇ ਸਟੇਸ਼ਨ 'ਤੇ ਗੱਡੀ ਤੋਂ ਉਤਰ ਗਿਆ ਸੀ। ਗੱਡੀ ਤੁਰ ਪਈ ਤੇ ਉਹ ਕੁੜੀ ਫੇਰ ਉਂਘਣ ਲੱਗ ਪਈ। ਉਹਦਾ ਬਰੀਫਕੇਸ ਖਿੜਕੀ ਦੀ ਕੰਧ ਨਾਲ ਲੱਗਾ ਹੋਇਆ ਸੀ, ਜਿਸ 'ਤੇ ਬਾਂਹ ਟਿਕਾ ਕੇ ਉਹ ਸੌਣ ਦਾ ਯਤਨ ਕਰ ਰਹੀ ਸੀ। ਕਿੰਨੀ ਸੁੰਦਰਤਾ ਤੇ ਕਿੰਨੀ ਸਾਦਗੀ ਸੀ ਉਸ ਕੁੜੀ 'ਚ। ਰੱਬ ਇਹ ਦੋਵੇਂ ਵਸਤਾਂ ਘੱਟ ਹੀ ਇੱਕ ਥਾਂ ਰਲਾਉਂਦਾ ਹੈ। ਗੁਲਾਬੀ ਰੰਗ ਤੇ ਚਮਕਦੇ ਕਾਲੇ ਕੇਸ, ਸ਼ਰਾਬੀ ਅੱਖਾਂ, ਸੋਹਣੀ ਨੱਕ, ਚਮਕਦਾ ਚਿਹਰਾ, ਰਸੀਲੇ ਗੁਲਾਬੀ ਹੋਂਠ, ਚਿੱਟੀਆਂ ਕਾਲੀਆਂ ਬੂਟੀਆਂ ਵਾਲੀ ਕਮੀਜ਼ ਤੇ ਨਾਲ ਚੂੜੀਦਾਰ ਪਜਾਮੇ 'ਚ ਉਹਦਾ ਅੰਗ ਅੰਗ ਨਿਖਰ ਰਿਹਾ ਸੀ। ਭਰੀਆਂ ਭਰੀਆਂ ਲੰਮੀਆਂ ਬਾਹਾਂ, ਗੋਲ ਗੋਲ ਪਿੰਜਣੀਆਂ ਤੇ ਕਾਲੇ ਸੈਂਡਲ 'ਚ ਚਮਕਦੇ ਗੁਲਾਬੀ ਪੈਰ ਕਿੰਨੇ ਸੋਹਣੇ ਲੱਗ ਰਹੇ ਸਨ। ਕੁੜੀ ਕੀ ਸੀ, ਰਸ ਭਰੀ ਸੀ। ਉਹਦੇ ਗਲੇ 'ਚ ਸਟੀਲ ਦੀ ਚੇਨ 'ਚ ਇੱਕ ਪੈਂਡਲ ਲਟਕ ਰਿਹਾ ਸੀ, ਜਿਸ 'ਤੇ ਅੰਗਰੇਜ਼ੀ ਦਾ ਅੱਖਰ ਕੇ ਲਿਖਿਆ ਹੋਇਆ ਸੀ। ਉਹਦੇ ਸਰੀਰ 'ਤੇ ਬਸ ਇਹੋ ਹੀ ਇੱਕ ਗਹਿਣਾ ਸੀ। ਇਸ ਨਾਲ ਵੀ ਉਹ ਕਿੰਨੀ ਸੋਹਣੀ ਲੱਗ ਰਹੀ ਸੀ। ਉਹਦੀ ਢਿੱਲੀ ਜਿਹੀ ਗੁੱਤ ਉਹਦੇ ਸੀਨੇ 'ਤੇ ਲਟਕ ਰਹੀ ਸੀ, ਜੋ ਉਹਦਾ ਸ਼ਿੰਗਾਰ ਸੀ। ਮੈਂ ਸੋਚ ਰਿਹਾ ਸੀ, ਜੇ ਬੰਦਾ ਆਪੇ ਹੀ ਸੋਹਣਾ ਹੋਵੇ ਤਾਂ ਸ਼ਿੰਗਾਰ ਦੀ ਵੀ ਕੀ ਲੋੜ ਹੁੰਦੀ ਹੈ। ਗੱਡੀ ਦੀ ਰਫ਼ਤਾਰ ਤੇਜ਼ ਹੋ ਜਾਏ ਤਾਂ ਬੰਦੇ ਨੂੰ ਨੀਂਦ ਆਉਣ ਲੱਗ ਪੈਂਦੀ ਹੈ। ਸਾਡੇ ਸਾਹਮਣੇ ਦੀਆਂ ਦੋਹਾਂ ਸੀਟਾਂ 'ਤੇ ਇੱਕ ਅਧਖੜ ਉਮਰ ਦੀ ਔਰਤ ਤੇ ਉਸ ਦੇ 3 ਬਾਲ ਬੈਠੇ ਸਨ। 2 ਬਾਲ ਸੀਟ 'ਤੇ ਲੇਟੇ ਹੋਏ ਸਨ ਤੇ ਤੀਜੇ ਨੂੰ ਆਪਣੇ ਦੁਪੱਟੇ ਹੇਠ ਲੁਕਾ ਕੇ ਦੁੱਧ ਪਿਆ ਰਹੀ ਸੀ। ਮੇਰੇ ਨਾਲ ਬੈਠੀ ਕੁੜੀ ਨੀਂਦਰ ਦਾ ਝੋਂਕਾ ਖਾ ਕੇ ਮੇਰੇ ਮੋਢੇ ਨਾਲ ਆ ਲੱਗੀ। ਮਾਫ਼ ਕਰਨਾ, ਉਹ ਜਾਗ ਪਈ ਤੇ ਮੇਰੇ ਕੋਲੋਂ ਖਿਮਾ ਮੰਗਦੀ ਹੋਈ ਡੱਬੇ ਦੀ ਕੰਧ ਨਾਲ ਲੱਗ ਕੇ ਬਹਿ ਗਈ। ਕੋਈ ਗੱਲ ਨਹੀਂ, ਜੇ ਤੁਹਾਨੂੰ ਨੀਂਦ ਆ ਰਹੀ ਹੈ ਤੁਸੀਂ ਸੌਂ ਜਾਓ, ਮੈਂ ਖੜਾ ਹੋ ਜਾਣਾ ਵਾ। ਨਹੀਂ ਨਹੀਂ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੈਠੇ ਰਹੋ। ਉਹਨੇ ਬਾਹਾਂ ਚੁੱਕ ਕੇ ਕਿਆਮਤ ਵਰਗੀ ਆਕੜ ਭੰਨੀ, ਟਿਕ ਕੇ ਬਹਿ ਗਈ। ਪਰ ਕੁਝ ਮਿੰਟ ਮਗਰੋਂ ਹੀ ਫੇਰ ਉਂਘਣ ਲੱਗ ਪਈ ਤੇ ਮੇਰੇ ਮੋਢੇ ਨਾਲ ਆ ਲੱਗੀ। ਤੇ ਫਿਰ ਮੇਰੇ ਕੋਲੋਂ ਮਾਫ਼ੀ। ਮੈਨੂੰ ਹਾਸਾ ਆ ਗਿਆ ਤੇ ਮੈਂ ਕਿਹਾ, ਇਸ 'ਚ ਮਾਫ਼ੀ ਮੰਗਣ ਵਾਲੀ ਕੋਈ ਗੱਲ ਨਹੀਂ। ਨੀਂਦਰ ਤੇ ਭੁੱਖ ਦੇ ਕਿਸੇ ਦਾ ਵਸ ਨਹੀਂ ਹੁੰਦਾ। ਤੁਸੀਂ ਸ਼ਾਇਦ ਰਾਤੀ ਸੁੱਤੇ ਨਹੀਂ। ਹਾਂ, ਉਹ ਨਿੰਮਾ ਨਿੰਮਾ ਹੱਸ ਰਹੀ ਸੀ। ਗੁਲਾਬੀ ਹੋਠਾਂ ਅੰਦਰ ਜਿਵੇਂ ਕਲੀਆਂ ਖਿੜ ਰਹੀਆਂ ਹੋਣ। ਮੈਂ ਰਾਤ ਦੀ ਬੱਸ ਕਾਂਗੜੇ ਤੋਂ ਆਈ ਸੀ। ਬੱਸ ਵਿੱਚ ਨੀਂਦਰ ਨਹੀਂ ਆਈ, ਇਸੇ ਲਈ ਹੁਣ ਨੀਂਦ ਆ ਰਹੀ ਹੈ। ਤੁਸੀਂ ਕਾਂਗੜੇ 'ਚ ਰਹਿੰਦੇ ਹੋ? ਨਹੀਂ, ਰਹਿੰਦੀ ਤੇ ਪਾਣੀਪਤ ਹਾਂ, ਪਰ ਉੱਥੇ ਪੜ੍ਹਾਉਂਦੀ ਹਾਂ। ਤੁਸੀਂ ਬੜੇ ਥੱਕੇ ਜਾਪਦੇ ਹੋ, ਮੈਂ ਖਲੋ ਜਾਣਾ, ਤੁਸੀਂ ਸੀਟ 'ਤੇ ਲੇਟ ਜਾਓ। ਇਹ ਕਿਵੇਂ ਹੋ ਸਕਦਾ ਹੈ? ਨਹੀਂ, ਤੁਸੀਂ ਬੈਠੇ ਰਹੋ, ਮੈਂ ਕੋਈ ਕਿਤਾਬ ਪੜ੍ਹਨੀ ਆ। ਤੇ ਉਹਨੇ ਆਪਣੇ ਬਰੀਫਕੇਸ 'ਚੋਂ ਇੱਕ ਕਿਤਾਬ ਕੱਢ ਲਈ। ਕਿਤਾਬ ਦੇ ਕਾਲਜ ਦਾ ਨਾਂ ਸੀ, ਜੋ ਅੰਗਰੇਜ਼ੀ ਅੱਖਰ ਕੇ ਨਾਲ ਸ਼ੁਰੂ ਹੁੰਦਾ ਸੀ। ਇਹ ਤੁਹਾਡੇ ਗਲੇ 'ਚ ਕਾਲਜ ਦਾ ਨਿਸ਼ਾਨ ਲਟਕ ਰਿਹਾ? ਮੇਰੀ ਗੱਲ 'ਤੇ ਉਹ ਹੱਸ ਪਈ। ਉਹਦਾ ਚਿਹਰਾ ਖਿੜ ਗਿਆ। ਆਪਣੇ ਦੋਹਾਂ ਹੱਥਾਂ ਨਾਲ ਅੱਖਾਂ ਮਲਦੀ ਹੋਈ ਕਹਿਣ ਲੱਗੀ, ਬੰਦਾ ਕੁਝ ਪੜ੍ਹਦਾ ਰਹੇ ਜਾਂ ਗੱਲਾਂ ਕਰਦਾ ਰਹੇ ਤਾਂ ਨੀਂਦਰ ਨਹੀਂ ਆਉਂਦੀ। ਇਹ ਕਿਤਾਬ ਮੇਰੇ ਕਾਲਜ ਦੀ ਲਾਇਬ੍ਰੇਰੀ ਦੀ ਹੈ, ਪਰ ਮੇਰੇ ਲੋਕਟ 'ਚ ਮੇਰੇ ਨਾਂ ਦਾ ਪਹਿਲਾ ਅੱਖਰ ਲਿਖਿਆ ਹੈ। ਜੇ ਤੁਸੀਂ ਬੁਰਾ ਨਾ ਮੰਨੋ ਤਾਂ ਮੈਂ ਤੁਹਾਨੂੰ ਤੁਹਾਡਾ ਨਾਂ ਦੱਸਾਂ? ਕੁਸਮ ਜਾਂ ਕਸਤੂਰੀ? ਉਹ ਸ਼ਰਮਾ ਗਈ, ਫਿਰ ਮੁਸਕਾਈ ਤੇ ਕਾਲੀ ਚੁੰਨੀ ਸਿਰ 'ਤੇ ਲੈਂਦੇ ਕਹਿਣ ਲੱਗੀ, ਤੁਹਾਡਾ ਦੂਜਾ ਗਵੇੜ ਬਿਲਕੁਲ ਠੀਕ ਹੈ, ਪਰ ਤੁਸੀਂ ਇਹ ਕਿਵੇਂ ਜਾਤਾ? ਵੇਖੋ, ਹਿਮਾਚਲ ਵਿੱਚ ਬਹੁਤ ਸਾਰੀਆਂ ਕੁੜੀਆਂ ਦਾ ਇਹ ਨਾਂ ਹੁੰਦਾ ਹੈ। ਉਹ ਸੁਗੰਧੀ ਦਾ ਦੇਸ਼ ਹੈ, ਇਸ ਲਈ ਕੁੜੀ ਦੇ ਨਾਂ ਵੀ ਸੁਗੰਧ ਭਰੇ ਰੱਖੇ ਜਾਂਦੇ ਨੇ। ਹਰ ਕੁੜੀ ਵੀ ਆਪਣੀ ਆਪਣੀ ਮਹਿਕ ਦਿੰਦੀ ਹੈ। ਫਿਰ ਅੱਖਰ ਦੇ ਨਾਲ ਕਸਤੂਰੀ ਦੀ ਸੁਗੰਧ ਦਾ ਨਾਂ ਵੀ ਤੇ ਹੋ ਸਕਦਾ ਹੈ। ਮੈਨੂੰ ਮਾਫ਼ ਕਰਨਾ, ਕਿਸੇ ਕੁੜੀ ਬਾਰੇ ਕੋਈ ਗੱਲ ਕਰਨੀ ਚੰਗੀ ਨਹੀਂ ਹੁੰਦੀ, ਪਰ ਮੈਂ ਸੋਚ ਕੇ ਤੁਹਾਡੇ ਨਾਲ ਗੱਲੀਂ ਪੈ ਗਿਆ ਕਿ ਗੱਲਾਂ ਕਰਦੇ ਨੀਂਦਰ ਨਹੀਂ ਆਉਂਦੀ। ਨੀਂਦਰ ਜਾਂ ਤੇ ਪੂਰੀ ਆਉਣੀ ਚਾਹੀਦੀ ਹੈ ਤੇ ਜਾਂ ਨਹੀਂ ਆਉਣੀ ਚਾਹੀਦੀ।
ਨਹੀਂ ਤੇ ਪਿੰਡਾ ਟੁੱਟਣ ਲੱਗ ਪੈਂਦਾ, ਸਿਹਤ ਖਰਾਬ ਹੋ ਜਾਂਦੀ ਹੈ। ਇਹ ਤਾਂ ਤੁਸੀਂ ਠੀਕ ਕਹਿ ਰਹੇ ਹੋ, ਪਰ ਕਿਸੇ ਵੱਡੇ ਨਾਲ ਐਵੇਂ ਗੱਲਾਂ ਵੀ ਕਿਵੇਂ ਕੀਤੀ ਜਾ ਸਕਦੀ ਹੈ? ਵਿਸ਼ੇਸ਼ ਕਰਕੇ ਕੁੜੀਆਂ ਲਈ ਤਾਂ ਬੜੀ ਔਖੀ ਗੱਲ ਹੈ। ਕਸਤੂਰੀ ਜੀ, ਜੇ ਤੁਸੀਂ ਬੁਰਾ ਨਾ ਮੰਨੋ ਤਾਂ ਮੈਂ ਤੁਹਾਨੂੰ ਤੁਹਾਡੇ ਨਾਂ ਨਾਲ ਬੁਲਾਵਾਂ? ਉਹ ਹੱਸ ਪਈ, ਜਿਹਦਾ ਮਤਲਬ ਸੀ ਕਿ ਉਹਨੂੰ ਕੋਈ ਇਤਰਾਜ਼ ਨਹੀਂ ਸੀ, ਤੇ ਮੈਂ ਕਹਿਣ ਲੱਗਾ, ਤੁਸੀਂ ਬਿਲਕੁਲ ਸੱਚ ਕਹਿੰਦੇ ਹੋ। ਇਸ ਪੂਰੀ ਆਜ਼ਾਦੀ ਦੇ ਯੁੱਗ ਵਿੱਚ ਵੀ ਜੇ ਗੁਲਾਮੀ ਦੇ ਯੁੱਗ ਨਾਲੋਂ ਵੀ ਮਾੜਾ ਹੈ, ਮਰਦ ਤੇ ਔਰਤ ਦੇ ਆਪਸੀ ਸੰਬੰਧਾਂ ਨੂੰ ਉਹ ਥਾਂ ਪ੍ਰਾਪਤ ਨਹੀਂ ਹੋ ਸਕੀ ਜੋ ਮਾਨਸਿਕ ਤੌਰ ਤੇ ਅਣਜਾਣ ਲੋਕਾਂ ਦੀ ਵਿਸ਼ੇਸ਼ਤਾ ਹੈ। ਇੱਥੇ ਇੱਕ ਕੁੜੀ ਦਾ ਕਿਸੇ ਮੁੰਡੇ ਨਾਲ ਹੱਸ ਕੇ ਗੱਲ ਕਰਨਾ ਓਨਾ ਹੀ ਮਾੜਾ ਸਮਝਿਆ ਜਾਂਦਾ ਜਿੰਨਾ ਕਿ 100 ਸਾਲ ਪਹਿਲਾਂ ਸਮਝਿਆ ਜਾਂਦਾ ਸੀ। ਇੱਥੇ ਔਰਤ ਮਰਦ ਦੀ ਪਤਨੀ ਹੋ ਸਕਦੀ ਹੈ ਜਾਂ ਰਖੇਲ, ਪਰ ਉਹਦੀ ਮਿੱਤਰ ਨਹੀਂ ਹੋ ਸਕਦੀ। ਇਸੇ ਤਰ੍ਹਾਂ ਆਪਣੇ ਨੌ ਦੰਦ ਨਾਲ ਟੁੱਕਦੇ ਹੋਏ ਕਹਿ ਰਹੀ ਸੀ, ਪਰ ਇਸ ਲਈ ਵੀ ਤਾਂ ਮਰਦ ਕਸੂਰਵਾਰ ਏ। ਬਹੁਤ ਘੱਟ ਔਰਤਾਂ ਮਰਦਾਂ ਨੂੰ ਸ਼ੱਕ ਨਾਲ ਵੇਖਦੀਆਂ ਨੇ, ਪਰ ਮਰਦ ਹਰ ਔਰਤ ਦੀ ਹਰ ਹਰਕਤ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦਾ ਹੈ। ਮੈਂ ਇੱਥੇ ਤੁਹਾਡੇ ਨਾਲ ਗੱਲ ਕਰਨ 'ਚ ਸੰਕੋਚ ਕਰ ਰਹੀ ਹਾਂ, ਕਿਉਂਕਿ ਡੱਬੇ 'ਚ ਬੈਠੇ ਤੇ ਖਲੋਤੇ ਕਿੰਨਿਆਂ ਹੀ ਬੰਦਿਆਂ ਦੀਆਂ ਅੱਖਾਂ ਸਾਡੇ ਵੱਲ ਝਾਤ ਰਹੀਆਂ ਨੇ। ਤੁਸੀਂ ਕਿਸ ਮਰਦ ਨੂੰ ਵਿਸ਼ਵਾਸ ਕਰਾ ਸਕਦੇ ਹੋ ਕਿ ਤੁਸੀਂ ਮੇਰੇ ਨਾਲ ਕੋਈ ਐਸੀ ਵੈਸੀ ਗੱਲ ਨਹੀਂ ਕਰ ਰਹੇ ਹੋ, ਬਲਕਿ ਨੀਂਦਰ ਨੂੰ ਦੂਰ ਕਰਨ ਲਈ ਕੁਝ ਚੁਟਕਲੇ ਸੁਣਾ ਰਿਹਾ? ਮੈਂ ਉਹਦੀ ਗੱਲ ਪੂਰੀ ਕਰਦੇ ਕਿਹਾ। ਉਹ ਆਪਣੀ ਗੁੱਤ ਨੂੰ ਗਿੱਚੀ ਦੁਆਲੇ ਘੁਮਾਉਂਦੇ ਹੋਏ ਹੱਸ ਪਈ ਤੇ ਉਂਗਲਾਂ ਵਿੱਚ ਉਂਗਲਾਂ ਪਾ ਕੇ ਕੜਾਕੇ ਕੱਢਣ ਲੱਗ ਪਈ। ਉਹਦੀਆਂ ਉਂਗਲਾਂ 'ਚ ਚਾਂਦੀ ਦੇ 3-4 ਛੱਲੇ ਸਨ, ਜਿਨ੍ਹਾਂ 'ਚ ਲਾਲ ਤੇ ਸਾਵੇ ਨਗ ਚਮਕ ਰਹੇ ਸਨ। ਮੈਂ ਕਿਹਾ, ਇੰਜ ਦੇ ਜੇਵਰ ਹਿਮਾਚਲ 'ਚ ਖੂਬ ਚੱਲਦੇ ਨੇ ਤੇ ਉੱਥੋਂ ਦੀਆਂ ਸੋਹਣੀਆਂ ਸਜਾਦੀਆਂ ਔਰਤਾਂ ਨੂੰ ਸਜਦੇ ਵੀ ਬੜੇ ਨੇ। ਤੁਸੀਂ ਉੱਧਰ ਆਉਂਦੇ ਜਾਂਦੇ ਰਹਿੰਦੇ ਹੋ? ਹਾਂ, ਮੈਂ ਜੜੀ ਬੂਟੀਆਂ ਦੀ ਖੋਜ 'ਚ ਉੱਧਰ ਆਉਂਦਾ ਰਹਿੰਦਾ ਵਾਂ। ਤੁਸੀਂ ਆਪਣਾ ਪਤਾ ਦੱਸੋ, ਅਗਲੀ ਵਾਰ ਮੈਂ ਜ਼ਰੂਰ ਤੁਹਾਨੂੰ ਮਿਲ ਕੇ ਆਵਾਂਗਾ। ਕਿਉਂ? ਇਸ ਗੱਲਬਾਤ ਨੂੰ ਜਾਰੀ ਰੱਖਣ ਲਈ, ਤਾਂ ਜੋ ਨੀਂਦਰ ਨਾ ਆਵੇ। ਉਹ ਮੇਰੀ ਗੱਲ ਤੇ ਖਿੜ ਹੱਸ ਪਈ। ਉਹ ਹੁਣ ਕਿਤਾਬ ਪੜ੍ਹ ਰਹੀ ਸੀ। ਕੁਝ ਸਤਰਾਂ ਪੜ੍ਹ ਕੇ ਚੁੱਪ ਹੋ ਜਾਂਦੀ। ਮੈਂ ਫਿਰ ਕੋਈ ਗੱਲ ਛੇੜ ਦਿੰਦਾ। 2-4 ਮਿੰਟ ਵਿਚਾਰ ਵਟਾਂਦਰਾ ਹੋ ਜਾਂਦਾ। ਉਹਦੀ ਯਾਤਰਾ ਹੁਣ ਮੁੱਕਣ ਵਾਲੀ ਸੀ। ਉਹ ਫਿਰ ਤੋਂ ਸੌਣਾ ਨਹੀਂ ਸੀ ਚਾਹੁੰਦੀ, ਇਸ ਲਈ ਕਦੇ ਲੱਤਾਂ ਪਸਾਰਦੀ, ਕਦੇ ਬਾਹਾਂ ਚੁੱਕ ਕੇ ਆਕੜਾਂ ਭੰਨਦੀ। ਇੰਨੇ ਨੂੰ ਚਾਹ ਵਾਲਾ ਡੱਬੇ 'ਚ ਆ ਗਿਆ। ਮੈਂ ਉੱਤੋਂ ਚਾਹ ਦੀ ਟਰੇ ਰਖਵਾ ਲਈ। 2 ਪਿਆਲੇ ਚਾਹ ਸੀ, ਸੈਂਡਵਿਚ ਸਨ ਤੇ ਕੇਕ ਪੀਸ ਸਨ। ਮੈਂ ਕੇਕ ਪੀਸ ਕਸਤੂਰੀ ਵੱਲ ਕੀਤੇ। ਧੰਨਵਾਦ, ਮੈਂ ਸਫ਼ਰ 'ਚ ਕੁਝ ਨਹੀਂ ਖਾਂਦੀ। ਚੰਗਾ, ਤੇ ਗਰਮ ਚਾਹ ਦਾ ਕੱਪ ਤਾਂ ਲਓ, ਇਸ ਨਾਲ ਤੁਹਾਡੀ ਥਕਾਵਟ ਤੇ ਸੁਸਤੀ ਦੂਰ ਹੋ ਜਾਏਗੀ। ਕਸਤੂਰੀ ਨੇ ਚਾਹ ਦਾ ਕੱਪ ਫੜ ਲਿਆ, ਕੁਝ ਸੋਚਿਆ ਤੇ ਫਿਰ ਚਾਹ ਸਾਹਮਣੇ ਬੈਠੀ ਔਰਤ ਨੂੰ ਦੇ ਦਿੱਤੀ, ਜੋ ਆਪਣੇ ਬਾਲ ਨੂੰ ਥੱਪ ਕੇ ਸੁਆ ਰਹੀ ਸੀ। ਕਸਤੂਰੀ ਜੀ, ਤੁਸੀਂ ਇਹ ਕੀ ਕਰ ਰਹੇ ਹੋ? ਵੇਖੋ, ਜੇ ਅੱਜ ਤੋਂ 20 ਵਰ੍ਹੇ ਪਿੱਛੋਂ ਤੁਸੀਂ ਮੈਨੂੰ ਮਿਲੋ ਤਾਂ ਮੈਂ ਵੀ ਇਸ ਔਰਤ ਵਰਗੀ ਹੀ ਹੋਵਾਂਗੀ। ਫਿਰ ਤੁਸੀਂ ਖਬਰੇ ਚਾਹ ਦਾ ਕੱਪ ਮੈਨੂੰ ਪੇਸ਼ ਨਾ ਕਰੋ, ਇਸ ਲਈ ਮੈਂ ਹੁਣੇ ਹੀ ਇਹ ਕੱਪ ਤੁਹਾਡੇ ਵੱਲੋਂ ਦੇ ਦਿੱਤਾ ਹੈ। ਕਦੇ ਪਿੱਛੇ ਦੀ ਕੰਧ ਨੂੰ ਪਾਰ ਕਰਕੇ ਵੀ ਵੇਖੋ, ਇਸ ਤੋਂ ਅੱਗੇ ਵੀ ਬਹੁਤ ਕੁਝ ਹੈ। ਗੱਡੀ ਅੰਬਾਲੇ ਛਾਉਣੀ ਰੁਕ ਗਈ ਸੀ। ਉਹ ਆਪਣਾ ਬਰੀਫ ਕੇਸ ਚੁੱਕ ਕੇ ਗੱਡੀ ਤੋਂ ਲੱਥ ਗਈ। ਮੈਂ ਪਾਟੀਆਂ ਅੱਖਾਂ ਨਾਲ ਉਸ ਵੱਲ ਤੱਕ ਰਿਹਾ ਸੀ। ਚਾਹ ਦੀ ਭਾਫ ਨਾਲ ਕਸਤੂਰੀ ਦੀ ਖੁਸ਼ਬੂ ਸਾਰੇ ਕੰਪਾਰਟਮੈਂਟ 'ਚ ਖਿੰਡਰਦੀ ਜਾ ਰਹੀ ਸੀ। ਧੰਨਵਾਦ। ਅਗਲੀ ਕਹਾਣੀ ਹੈ, ਪੰਛੀ ਬੁੱਢੇ ਨਹੀਂ ਹੁੰਦੇ। ਕਹਾਣੀਕਾਰ ਕੇਵਲ ਸੂਦ। ਸਰਦੀਆਂ 'ਚ ਛੁੱਟੀ ਵਾਲੇ ਦਿਨ ਲੌਨ 'ਚ ਕੁਰਸੀ ਰੱਖੇ ਬਹਿਣਾ ਉਹਨੂੰ ਬਹੁਤ ਚੰਗਾ ਲੱਗਦਾ ਹੈ। ਕਈ ਦਿਨਾਂ ਮਗਰੋਂ ਅੱਜ ਇੰਜ ਬੈਠਾ ਤਾਂ ਅਚਾਨਕ ਨਜ਼ਰਾਂ ਸਾਹਮਣੇ ਵਾਲੇ ਰੁੱਖ ਉੱਤੇ ਜਾ ਟਿਕੀਆਂ। ਪਤਲੀਆਂ ਪੱਤੀਆਂ ਵਾਲੇ ਪੀਲੇ ਫੁੱਲਾਂ ਦੇ ਗੁੱਛੇ ਤੇ ਗੁੱਛੇ ਹਵਾ 'ਚ ਕੰਬ ਜਾਂਦੇ ਚੰਗੇ ਲੱਗਦੇ ਸਨ। ਉਹਨੂੰ ਲੱਗਿਆ ਜਿਵੇਂ ਸਦੀਆਂ ਮਗਰੋਂ ਇਹ ਨਜ਼ਾਰਾ ਵੇਖ ਰਿਹਾ ਹੋਵੇ। ਇਸੇ ਅਹਿਸਾਸ ਕਰਕੇ ਖੁਦ ਨੂੰ ਅਜਨਬੀ ਜਿਹਾ ਮਹਿਸੂਸ ਕਰਨ ਲੱਗ ਪਿਆ। ਕੀ ਨਾਂ ਹੈ ਇਸ ਰੁੱਖ ਦਾ? ਉਹ ਨਹੀਂ ਜਾਣਦਾ। ਆਪਣੇ ਹੀ ਘਰ 'ਚ ਲੱਗੇ ਪੇੜ ਪੌਦਿਆਂ ਦੇ ਨਾਂ ਜਿਹੜਾ ਬੰਦਾ ਨਹੀਂ ਜਾਣਦਾ, ਉਹ ਅਜਨਬੀ ਨਹੀਂ ਤਾਂ ਹੋਰ ਕੀ ਹੋਏਗਾ। ਉਹਨੇ ਸ਼ਰਮਿੰਦਗੀ ਨਾਲ ਗਰਦਨ ਝੁਕਾ ਲਈ। ਤਦੇ ਇੱਕ ਚਿੜੀ ਦੀ ਚੀਂ ਨੇ ਉਹਨੂੰ ਅੰਦਰੋਂ ਬਾਹਰ ਖਿੱਚ ਲਿਆ। ਉਸੇ ਪੇੜ ਉੱਤੇ ਪਤਾ ਨਹੀਂ ਕਿੱਥੋਂ ਆ ਕੇ ਬਹਿ ਗਈ ਸੀ। ਉਹਨੇ ਦੇਖਣ ਦੀ ਕੋਸ਼ਿਸ਼ ਕੀਤੀ, ਪਰ ਫੁੱਲ ਪੱਤਿਆਂ 'ਚ ਕਿਤੇ ਕੁਝ ਪਤਾ ਨਾ ਚੱਲਿਆ। ਸੋਚਿਆ, ਇੱਕ ਨਿੱਕਾ ਜਿਹਾ ਪੱਥਰ ਚੁੱਕ ਕੇ ਦੇ ਮਾਰੇ ਉਹ ਫੁਰ ਕਰਕੇ ਉੱਡ ਜਾਏਗੀ। ਚਿੜੀ ਨੂੰ ਉਹਨੂੰ ਇੰਜ ਹਟਾ ਦੇਣ ਦਾ ਦੁੱਖ ਸ਼ਾਇਦ ਵੱਡਾ ਲੱਗੇ, ਪਰ ਜੇ ਕਿਤੇ ਉਸ ਵੱਲੋਂ ਮਾਰਿਆ ਗਿਆ ਪੱਥਰ ਉਹਦੀ ਟੰਗ ਉੱਤੇ ਲੱਗ ਜਾਏ ਤਾਂ ਉਹਨੂੰ ਇਹ ਸੱਟ ਲੱਗਣ ਦਾ ਦੁੱਖ ਪਹਿਲੇ ਦੁੱਖ ਨਾਲੋਂ ਵੱਡਾ ਲੱਗੇਗਾ। ਪਰ ਉਹਨੇ ਅਜਿਹਾ ਕੁਝ ਨਹੀਂ ਕੀਤਾ ਤੇ ਚਿੜੀ ਆਪਣੇ ਆਪ ਉੱਡ ਗਈ ਤੇ ਆਪਣੇ ਝੁੰਡ 'ਚ ਜਾ ਮਿਲੀ। ਚਿੜੀਆਂ ਦਾ ਇਹ ਝੁੰਡ ਰਾਤ ਇਸੇ ਸ਼ਹਿਤੂਤ ਦੇ ਪੇੜ ਉੱਤੇ ਬਿਤਾਉਂਦਾ ਹੈ।
ਸਵੇਰੇ ਇਸ ਝੁੰਡ ਦੀ ਇੱਕ ਚਿੜੀ ਹੌਲੀ ਜਿਹੀ ਚੀਂ-ਚੀਂ ਕਰਦੀ ਹੈ ਤੇ 2-3 ਮਿੰਟਾਂ ਦੇ ਵਕਫੇ ਵਿੱਚ ਹੀ ਇੱਕਦਮ ਸਾਰੀਆਂ ਚਿੜੀਆਂ ਚੀਂ-ਚੀਂ ਕਰਨ ਲੱਗ ਪੈਂਦੀਆਂ। ਇਹ ਚਿੜੀਆਂ ਸਰਦੀਆਂ ਵਿੱਚ ਵੀ ਘੌਂਸਲਾ ਨਹੀਂ ਬਣਾਉਂਦੀਆਂ, ਬਸ ਇੱਕ ਦੂਜੇ ਦੇ ਨਾਲ-ਨਾਲ ਜੁੜ ਕੇ ਬਹਿ ਜਾਂਦੀਆਂ ਹਨ ਤੇ ਰਾਤ ਕੱਟ ਜਾਂਦੀ ਹੈ। ਬਹੁਤ ਹੀ ਠੰਡ ਪਵੇ ਤਾਂ ਕਦੇ-ਕਦਾਈਂ ਸੁਣਨ 'ਚ ਆਉਂਦਾ ਕਿ ਪੰਛੀ ਮਰ ਗਏ ਹਨ। ਆਪਣੇ ਲੌਨ 'ਚ ਤਾਂ ਉਹਨੇ ਕਦੇ ਕੋਈ ਚਿੜੀ ਮਰੀ ਹੋਈ ਨਹੀਂ ਵੇਖੀ। ਕੀ ਚਿੜੀਆਂ ਬੁੱਢੀਆਂ ਨਹੀਂ ਹੁੰਦੀਆਂ? ਇੱਕ ਵਾਰ ਉੱਡਣ ਲਾਇਕ ਹੋ ਜਾਂਦੀਆਂ ਹਨ ਤਾਂ ਫਿਰ ਉਮਰ ਭਰ ਉੱਡਦੀਆਂ ਹੀ ਰਹਿੰਦੀਆਂ ਹਨ। ਜਵਾਨੀ ਤੇ ਬੁਢੇਪੇ ਦਾ ਕੋਈ ਅੰਤਰ ਉਹਨਾਂ 'ਚ ਵੇਖਣ ਨੂੰ ਨਹੀਂ ਮਿਲਦਾ। ਘਰ ਵਸਾਉਣਾ ਹੋਵੇ ਤਦੇ ਘੌਂਸਲਾ ਬਣਾਉਂਦੀਆਂ ਹਨ, ਬੱਚੇ ਜਵਾਨ ਹੋਏ ਤਾਂ ਫਿਰ ਆਜ਼ਾਦ। ਬੱਚੇ ਵੀ ਉੱਡ ਜਾਂਦੇ ਹਨ ਤੇ ਖੁਦ ਵੀ ਉੱਡ ਆਉਂਦੀਆਂ ਹਨ ਤੇ ਮਰਨ ਤੱਕ ਬੜੇ ਮਜ਼ੇ ਨਾਲ ਇਸੇ ਅੰਦਾਜ਼ ਨਾਲ ਜਿਉਂਦੀਆਂ ਹਨ। ਨਾ ਕਦੇ ਇਕੱਲ ਮਹਿਸੂਸ ਕਰਦੀਆਂ ਹਨ ਤੇ ਨਾ ਹੀ ਕਦੇ ਬੁੱਢੀਆਂ ਹੁੰਦੀਆਂ ਹਨ। ਸੰਧਿਆ, ਉਹਦੀ ਮਾਂ ਤੇ ਉਹਦੀ ਮਾਂ ਦੀ ਮਾਂ ਇਸੇ ਅੰਦਾਜ਼ ਨਾਲ ਕਿਉਂ ਨਹੀਂ ਜੀ ਸਕੀਆਂ? ਉਹ ਸੋਚਣ ਲੱਗ ਪੈਂਦਾ ਹੈ। ਕੱਲ ਸੰਧਿਆ ਅਚਾਨਕ ਬਹੁਤ ਦਿਨਾਂ ਪਿੱਛੋਂ ਉਹਦੇ ਸਾਹਮਣੇ ਆ ਖੜੀ ਹੋਈ ਸੀ। ਸਿਰ ਦੇ 1-2 ਵਾਲ ਚਿੱਟੇ ਹੋ ਚੱਲੇ ਸਨ। ਕੁਝ ਹੀ ਦਿਨਾਂ 'ਚ ਉਹਨੇ ਮਹਿਸੂਸ ਕੀਤਾ ਕਿ ਢਲਦੀ ਉਮਰ ਵਾਲੀ ਇੱਕ ਚਿੜੀ ਜ਼ਰੂਰ ਇਹੋ ਜਿਹੀ ਹੋਏਗੀ। ਭੋਜਨ ਹੋ ਗਿਆ? ਉਹਨੇ ਪੁੱਛਿਆ ਸੀ। ਹਾਂ, ਹੋ ਗਿਆ। ਕੈਂਟੀਨ 'ਚ ਨਹੀਂ ਗਈ? ਕੀ ਕਰਨਾ ਸੀ ਜਾ ਕੇ? ਖਾਣਾ ਹੀ ਕਿੰਨਾ ਹੁੰਦਾ। 2 ਸਲਾਈਸ ਸਨ ਤੇ ਦਹੀਂ ਸੀ। ਸੀਟ ਉੱਤੇ ਹੀ ਖਾ ਲਿਆ। ਉਹਨੂੰ ਖਿਆਲ ਆਉਂਦਾ ਪਿਛਲੇ ਦਿਨੀਂ ਫੋਨ ਕਰਨ ਗਿਆ ਸੀ ਤਾਂ ਡੱਬਾ ਭਰ ਚੌਲ ਤਾਂ ਖਾਂਦਿਆਂ ਤਾਂ ਉਹਨੇ ਆਪਣੀ ਅੱਖੀਂ ਵੇਖਿਆ ਸੀ ਕਿ ਵਿੱਚ ਉਬਲੇ ਹੋਏ ਅੰਡੇ ਦੀਆਂ ਫਾਕਾਂ ਵੀ ਸਨ, ਪਰ ਉਹ ਬੋਲਦਾ ਕੁਝ ਨਹੀਂ। ਸੰਧਿਆ ਬੜੀ ਮੂਡੀ ਹੈ। ਕੀ ਪਤਾ ਕਦ ਤੇ ਕਿਉਂ ਨਾਰਾਜ਼ ਹੋ ਜਾਏ ਤੇ ਮੂੰਹ ਮੋਟਾ ਕਰ ਲਏ। ਪਿਛਲੇ ਦਿਨੀ ਇੰਝ ਹੀ ਤਾਂ ਹੋਇਆ ਸੀ। ਪਤਾ ਨਹੀਂ ਅਜਿਹਾ ਕੀ ਹੋ ਗਿਆ ਸੀ ਕਿ ਉਹ ਕਈ ਦਿਨਾਂ ਤੱਕ ਉਸ ਨਾਲ ਬੋਲੀ ਨਹੀਂ ਸੀ। ਬੋਲਣਾ ਤਾਂ ਦੂਰ ਰਿਹਾ, ਅੱਖ ਤੱਕ ਨਹੀਂ ਸੀ ਮਿਲਾਈ, ਬਲਕਿ ਕੰਨੀ ਕਤਰਾ ਨਿਕਲ ਜਾਂਦੀ ਰਹੀ ਸੀ। ਕੁਝ ਇਸ ਅੰਦਾਜ਼ ਨਾਲ ਕਿ ਇਹ ਵੀ ਨਾ ਲੱਗੇ ਕਿ ਜਾਣ ਪਛਾਣ ਹੀ ਨਹੀਂ, ਤੇ ਕੁਝ ਇਹ ਵੀ ਕਿ ਨਾਰਾਜ਼ਗੀ ਹੈ ਤਾਂ ਪਰ ਇੰਨੀ ਵੀ ਨਹੀਂ ਕਿ ਲੱਗੇ ਫੇਰ ਤੇ ਬੋਲਣਾ ਨਹੀਂ ਹੋਏਗਾ। ਸਵੇਰੇ ਫੋਨ ਕਰਨ ਗਿਆ ਸੀ ਤਾਂ ਉਹਨੂੰ ਵਿਸ਼ ਨਹੀਂ ਕੀਤਾ ਸੀ। ਮੁੜਦੇ ਹੋਏ ਨੂੰ ਖਿਆਲ ਆਇਆ ਸੀ ਕਿ ਗੜਬੜ ਹੋ ਗਈ। ਹੋ ਸਕਦਾ ਸੰਧਿਆ ਫਿਰ ਤੋਂ ਅਬੋਲਾ ਕਰ ਦੇਵੇ। ਉਸ ਮਗਰੋਂ ਫੋਨ ਸੁਣਨ ਗਿਆ ਸੀ ਤਾਂ ਉਹਨੇ ਚੋਗਾ ਚੁੱਕਣ ਤੋਂ ਪਹਿਲਾਂ ਨਮਸਤੇ ਕਰਤੀ। ਸੰਧਿਆ ਨੇ ਮੁਸਕਰਾ ਕੇ ਨਮਸਤੇ ਦਾ ਜਵਾਬ ਦਿੱਤਾ ਸੀ। ਮੁੜਨ ਲੱਗਿਆ ਸੀ ਤਾਂ ਉਹਨੇ ਪੁੱਛ ਲਿਆ ਸੀ, ਮਿਸਿਸ ਸ਼ਰਮਾ ਨਾਲ ਗੱਲ ਹੋਈ? ਉਹਨੂੰ ਸਾੜੀ ਪਸੰਦ ਆਈ? ਨਹੀਂ, ਕੁਝ ਅਜਿਹਾ ਨਹੀਂ ਹੋਇਆ ਕਿ ਗੱਲ ਹੀ ਨਹੀਂ ਹੋ ਸਕੀ, ਬਸ ਆਉਣਾ ਜਾਣਾ ਹੀ ਲੱਗਿਆ ਰਿਹਾ। ਉਹ ਝੂਠ ਬੋਲ ਰਿਹਾ ਸੀ। ਅਸਲ ਗੱਲ ਤਾਂ ਇਹ ਸੀ ਕਿ ਉਹ ਬਿਲਕੁਲ ਹੀ ਭੁੱਲ ਗਿਆ ਸੀ। ਬਲਕਿ ਭੁੱਲਿਆ ਨਹੀਂ ਸੀ, ਪਤਨੀ ਨੇ ਭੁਲਾ ਦਿੱਤਾ ਸੀ। ਦਿਨ ਵੇਲੇ ਛੋਟੀ ਗੁੱਡੀ ਕਿਤੋਂ ਇੱਕ ਪਿੱਲਾ ਚੁੱਕ ਲਿਆਈ ਸੀ। ਹੁਣ ਘਰ ਪੁੱਜਦਿਆਂ ਹੀ ਪਤਨੀ ਉਹਦੇ ਪਿੱਛੇ ਪੈ ਗਈ ਸੀ। ਭਜਾਓ ਉਹਨੂੰ, ਬਾਹਰ ਮੈਟੀ ਦੇ ਗੱਦੇ ਉੱਤੇ ਚੜਿਆ ਬੈਠਾ, ਸਵੇਰੇ ਸਭ ਗੰਦਾ ਕਰ ਦੇਗਾ। ਅੱਜ ਬੜੀ ਮੁਸ਼ਕਿਲ ਨਾਲ ਸਾਰਾ ਫਰਸ਼ ਸਾਬਣ ਨਾਲ ਧੁਲਵਾਇਆ। ਨਿੰਮੋ ਕਹਿੰਦੀ ਹੈ ਉਹ ਰੋਜ਼-ਰੋਜ਼ ਅਜਿਹਾ ਨਹੀਂ ਕਰੇਗੀ। ਉੱਠਦੇ ਹੋ ਕਿ ਮੈਂ ਭਜਾਵਾਂ ਇਹਨੂੰ? ਉਹ ਦਰਵਾਜ਼ਾ ਖੋਲ, ਬਾਹਰ ਨੂੰ ਵੱਧਦੀ ਹੈ। ਉਹ ਸੋਚਦਾ ਭਜਾਉਣਾ ਸੀ ਤਾਂ ਦਿਨ ਵੇਲੇ ਕਿਉਂ ਨਾ ਭਜਾਤਾ। ਕਹਿੰਦਾ ਹੈ ਹੁਣ ਰਾਤ ਵੇਲੇ ਇੰਨੀ ਸਰਦੀ 'ਚ ਕਿੱਥੇ ਭਜਾਏਗੀ ਇਹਨੂੰ। ਬੇਗਮ ਪਤਨੀ ਨੇ ਕੁਝ ਨਹੀਂ ਸੁਣਿਆ ਸੀ। ਸੁਣਦਿਆਂ ਹੀ ਕਦ ਨੇ ਹੋਰ ਬਾਹਰ ਨੂੰ ਚਲੀ ਗਈ ਸੀ। ਕੀ ਕਰਦੀ ਹੈ ਭਾਗਵਾਨੀ? ਪਤਨੀ ਨੇ ਮੁੜਦੇ ਹੋਇਆਂ ਤੇ ਬਿਫਰਦੇ ਹੋਇਆ ਕਿਹਾ ਸੀ। ਤਾਂ ਉਹਨੂੰ ਗੱਦੇ ਤੋਂ ਉਠਾਓ। ਉੱਠਦਾ ਬਾਬਾ, ਹੁਣੇ ਤਾਂ ਆਇਆ, ਰਤਾ ਆਰਾਮ ਤਾਂ ਕਰ ਲੈਂਦੇ। ਤੇ ਫਿਰ ਇਸੇ ਚੱਕਰ 'ਚ ਸਭ ਭੁੱਲ ਗਿਆ ਸੀ। ਹੁਣ ਸੰਧਿਆ ਨੂੰ ਇਹ ਸਾਰਾ ਕੁਝ ਕਿਵੇਂ ਦੱਸਦਾ? ਗੱਲ ਟਾਲਦੇ ਹੋਏ ਕਮਰੇ ਤੋਂ ਬਾਹਰ ਨਿਕਲ ਆਉਣਾ ਚਾਹੁੰਦਾ ਸੀ। ਘਰ ਵਾਲੀ ਨੂੰ ਪੁੱਛੇ ਬਿਨਾਂ ਕੁਝ ਨਹੀਂ ਕਰਨਾ ਚਾਹੀਦਾ, ਸੰਧਿਆ ਨੇ ਕਿਹਾ ਸੀ। ਕਰਨਾ ਚਾਹਵੇ ਵੀ ਤਾਂ ਕੀ ਕੋਈ ਪਤੀ ਕਰ ਪਾਉਂਦਾ? ਅਜੀਬ ਰਿਸ਼ਤਾ ਹੈ। ਔਰਤ ਤਾਂ ਉਹ ਤੋਂ ਵੀ ਅਜੀਬ ਸ਼ੈ ਹੈ, ਨਾ ਛੱਡੇ ਬਣਦਾ ਨਾ ਰੱਖੇ। ਹੁਣ ਸੰਧਿਆ ਅਚਾਨਕ ਆ ਗਈ ਸੀ ਤੇ ਲੱਗਿਆ ਸੀ ਸਭ ਠੀਕ ਹੈ। ਗੱਲ ਕਰਨ ਦੇ ਮੂਡ 'ਚ ਸੀ। ਉਹਦੀ ਸੀਟ ਸਾਹਮਣੇ ਪਈ ਕੁਰਸੀ ਦੀ ਪਿੱਠ ਫੜ ਖੜੀ ਹੋ ਗਈ ਸੀ। ਮਾਂ ਦਾ ਕੀ ਹਾਲ ਹੈ? ਚੰਗਾ ਹੈ। ਸਵੇਰੇ 6:30 ਵਜੇ ਬੰਦ ਕਰ ਆਉਂਦੀ ਹਾਂ, ਸ਼ਾਮ ਨੂੰ 6 ਵਜੇ ਜਾ ਕੇ ਖੋਹ ਲੈਂਦੀ ਹਾਂ। ਘਰ 'ਚ ਹੋਰ ਤਾਂ ਕੋਈ ਹੈ ਨਹੀਂ ਜਿਹੜਾ ਦੇਖ ਲਵੇ। ਸੰਧਿਆ ਇਕੱਲੀ ਰਹਿੰਦੀ ਹੈ। ਖਾਣਾ ਥਰਮਸ 'ਚ ਗਰਮ ਦੁੱਧ ਤੇ ਕੁਝ ਸੈਂਡਵਿਚ ਜਾਂ ਅਜਿਹਾ ਹੀ ਕੁਝ ਹੋਰ ਰੱਖ ਆਉਂਦੀ ਹਾਂ। ਖੁਦ ਕੀ ਕੁਝ ਨਹੀਂ ਕਰ ਪਾਉਂਦੀ? ਖੁਦ ਕੁਝ ਕਰ ਸਕਦੀ ਤਾਂ ਗੱਲ ਹੀ ਕੀ ਸੀ। ਹੁਣ ਜਦ ਰੰਗ ਤਾਂ ਠੀਕ ਹੋ ਗਿਆ, ਬਾਹਰੋਂ ਕਮਰਾ ਬੋਲਟ ਨਾ ਕਰਕੇ ਆਵਾਂ ਤਾਂ ਕੁਝ ਨਾ ਕੁਝ ਕਰਨ ਲੱਗ ਪੈਂਦੀ ਹੈ। ਕਦੇ ਕੱਪੜੇ ਸੁਕਾਉਣ ਚੁੱਕਣ ਲੱਗ ਪਈ ਤਾਂ ਕਦੇ ਕਿਚਨ 'ਚ ਕੁਝ ਕਰਨ ਲੱਗ ਪਈ। ਹੁੰਦਾ ਕੁਝ ਹੈ ਨਹੀਂ, ਬਸ ਉਂਝ ਹੀ ਕੁਝ ਕਰਦੇ ਕਰਾਉਂਦਿਆਂ ਗਿਰ ਪੈਂਦੀ ਹੈ। ਸਿਰ ਫਟ ਜਾਂਦਾ। 2-3 ਵਾਰ ਘਰ ਹੀ ਡਾਕਟਰ ਮਿਲਵਾ ਚੁੱਕੀ ਹਾਂ। ਹਸਪਤਾਲ ਵਿੱਚੋਂ ਵੀ
ਕੌਮੇ ਦੀ ਹਾਲਤ ਵਿੱਚ ਚੁੱਕ ਲਿਆਈ ਸਾਂ। ਅਜਿਹੇ ਲੋਕਾਂ ਦੀ ਤਾਂ ਡਾਕਟਰ ਵੀ ਪਰਵਾਹ ਨਹੀਂ ਕਰਦੇ। ਇੱਕ ਵਾਰ ਇੰਜ ਕਰਨ ਲੱਗ ਪਈ ਜਿਵੇਂ ਮਰਦੇ ਵੇਲੇ ਕੋਈ ਆਦਮੀ ਕਰਦਾ ਹੈ। ਮੈਂ ਉੱਥੇ ਹੀ ਸੀ, ਭੱਜੀ ਫਿਰੀ। ਕੋਈ ਸੁਣੇ ਹੀ ਨਾ, ਕਹਿ ਦਿੱਤਾ ਬੁੱਢੀ ਮਰ ਰਹੀ ਹੈ। ਅਜਿਹੀ ਹਾਲਤ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ, ਸੋ ਚੁੱਕ ਲਿਆਈ। ਇੱਕ ਡਾਕਟਰ ਮੇਰੀ ਫਰੈਂਡ ਹੈ, ਉਹਨੂੰ ਫੋਨ ਕੀਤਾ, ਕਹਿਣ ਲੱਗੀ ਇਸ ਹਾਲਤ 'ਚ ਤਾਂ ਮੈਂ ਕੱਢ ਦਿੰਨੀ ਆ, ਅੱਗੇ ਤੂੰ ਜਾਣੇ। ਸੋ ਤਦ ਤੋਂ ਰਤਾ ਸੰਭਲ ਗਈ। ਪਰ ਹੁਣ ਤਾਂ ਮਰਨ ਤੱਕ ਇਸੇ ਹਾਲਤ ਵਿੱਚ ਰਹਿਣਾ। ਅਧਰੰਗ ਠੀਕ ਹੋ ਗਿਆ ਤੇ ਇਹਦਾ ਮਤਲਬ ਹੈ ਸਰੀਰ ਤਾਂ ਕੰਮ ਕਰ ਰਿਹਾ। ਹਾਂ, ਸਰੀਰ ਤਾਂ ਕੰਮ ਕਰ ਰਿਹਾ, ਭੁੱਖ ਲੱਗਦੀ ਹੈ, ਚੰਗਾ ਖਾ ਲੈਂਦੀ ਹੈ, ਨੀਂਦ ਵੀ ਆ ਜਾਂਦੀ ਹੈ। ਸ਼ੁਰੂ 'ਚ ਡਾਕਟਰ ਨੇ ਨੀਂਦ ਦੀਆਂ ਗੋਲੀਆਂ ਦਿੱਤੀਆਂ ਸੀ, ਉਹਨੂੰ ਵਹਿਮ ਹੋ ਗਿਆ ਕਿ ਉਸੇ ਗੋਲੀ ਨਾਲ ਨੀਂਦ ਆਉਂਦੀ ਹੈ। ਹੁਣ ਮੈਂ ਇੱਕ ਦੂਜੀ ਗੋਲੀ ਦੇ ਦਿੰਨੀ ਆ, ਉਹ ਸਮਝਦੀ ਹੈ ਨੀਂਦ ਦੀ ਗੋਲੀ ਹੈ, ਸੌਂ ਜਾਂਦੀ ਹੈ। ਸਵੇਰੇ ਕਹੇਗੀ ਦੇਖਿਆ ਤੂੰ ਨੀਂਦ ਦੀ ਗੋਲੀ ਦਿੱਤੀ ਸੀ ਤਾਂ ਮੈਨੂੰ ਝੱਟ ਨੀਂਦ ਆ ਗਈ। ਉਂਝ ਜ਼ਿਆਦਾ ਨਹੀਂ ਬੋਲਦੀ, ਬਸ ਕਦੇ ਖਾਣਾ ਦੇਣ 'ਚ ਦੇਰ ਹੋ ਜਾਏ ਤਾਂ ਝਿੜ ਕੇ ਕਹੇਗੀ ਤੂੰ ਮੈਨੂੰ ਖਾਣ ਨੂੰ ਕਿਉਂ ਨਹੀਂ ਦਿੰਦੀ, ਭੁੱਖਾ ਮਾਰਨਾ ਚਾਹੁੰਦੀ ਹੈ। ਜਾਂ ਕਦੇ ਕਦਾਈ ਕਹੇਗੀ ਤੂੰ ਮੈਨੂੰ ਬਾਹਰ ਨਹੀਂ ਨਿਕਲਣ ਦਿੰਦੀ। ਹੁਣ ਭਲਾ ਉਹਨੂੰ ਕਿਵੇਂ ਸਮਝਾਵਾਂ ਕਿ ਤੈਨੂੰ ਬਾਹਰ ਕਿਵੇਂ ਨਿਕਲਣ ਦੇਵਾਂ ਮੜੀਏ। ਬਾਥਰੂਮ ਵਗੈਰਾ ਜਾਣਾ ਹੋਵੇ ਤਾਂ ਅਟੈਚਡ ਬਾਥਰੂਮ ਹੈ, 2 ਬੈਡਰੂਮ ਦਾ ਫਲੈਟ ਹੈ ਮੇਰੇ ਕੋਲ, ਇੱਕ ਕਮਰਾ ਉਹਦੇ ਲਈ ਬਣਵਾਇਆ ਹੈ। ਬਾਥਰੂਮ ਇੰਨਾ ਨੇੜੇ ਹੈ ਕਿ ਘਿਸਟ ਕੇ ਵੀ ਜਾਣਾ ਚਾਹੇ ਤਾਂ ਚਲੀ ਜਾਏ। ਬਾਥਰੂਮ ਵਗੈਰਾ ਦੀ ਦਿੱਕਤ ਤਾਂ ਤਦ ਹੋਈ ਜਦ ਅਧਰੰਗ ਕਾਰਨ 1 ਮਹੀਨਾ ਬਿਸਤਰ 'ਚ ਹੀ ਪਈ ਰਹੀ ਸੀ। ਸੱਜੇ ਪਾਸੇ ਦਾ ਅਧਰੰਗ ਸੀ, ਬਿਲਕੁਲ ਹਿੱਲਿਆ ਨਹੀਂ ਜਾਂਦਾ ਸੀ। ਬਿਸਤਰ ਵਿੱਚ ਹੀ ਪਿਸ਼ਾਬ ਵਗੈਰਾ ਸਭ ਕੁਝ। 1 ਮਹੀਨੇ ਦੀ ਛੁੱਟੀ ਲਈ ਮੈਂ ਤਦ ਇਹਨੂੰ ਸਾਂਭਿਆ। ਚਾਹੁੰਦਾ ਸੀ ਸੰਧਿਆ ਨੂੰ ਕਹੇ ਬਹਿ ਜਾ, ਥੱਕ ਜਾਏਂਗੀ, ਪਰ ਉਹ ਗੱਲਾਂ 'ਚ ਇੰਨੀ ਲੀਨ ਸੀ ਕਿ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਅਨੁਚਿਤ ਹੁੰਦੀ। ਉਦੋਂ ਤੇ ਉਹਦਾ ਇੱਕ ਕੁਲੀਗ ਵੀ ਉਨੇ ਹੀ ਧਿਆਨ ਨਾਲ ਉਹਦੀਆਂ ਗੱਲਾਂ ਸੁਣ ਰਹੇ ਸੀ। ਕੁਲੀਗ ਨੇ ਪੁੱਛਿਆ ਉਮਰ ਕਿੰਨੀ ਹੋਏਗੀ? ਉਮਰ ਤਾਂ ਕੋਈ ਬਹੁਤੀ ਨਹੀਂ, 65-66 ਸਾਲ ਦੀ ਹੋਏਗੀ। ਅਸਲ ਗੱਲ ਤਾਂ ਇਹ ਹੈ ਕਿ ਭਾਰੀ ਸਦਮੇ ਕਰਕੇ ਦਿਮਾਗ ਦੀਆਂ ਨਸਾਂ ਬਿਲਕੁਲ ਡਰਾਈ ਹੋ ਗਈਆਂ। ਕਿਸੇ ਗੱਲ 'ਚ ਕੋਈ ਦਿਲਚਸਪੀ ਨਹੀਂ ਰਹੀ। ਦਿਮਾਗ ਬਿਲਕੁਲ ਬਲੈਂਕ ਹੋ ਚੁੱਕਿਆ ਹੈ। ਆਪਣਾ ਆਪ ਵੀ ਕੁਝ ਹੁੰਦਾ ਹੈ, ਆਪਣੇ ਆਪ ਨੂੰ ਪਹਿਚਾਣਿਆ ਹੀ ਨਹੀਂ ਕਦੀ। ਕਿਸੇ ਕੰਮ 'ਚ ਦਿਲ ਨਹੀਂ ਲੱਗਦਾ। ਸ਼ੁਰੂ ਤੋਂ ਹੀ ਹੱਥ ਨਾਲ ਕਦੇ ਕੁਝ ਕੀਤਾ ਨਹੀਂ। ਨੌਕਰੀ ਕਰਦੀ ਸੀ ਤਾਂ ਭਾਈ ਦੀ ਪਤਨੀ ਜਾਂ ਬੱਚੇ ਸਭ ਕਰ ਲੈਂਦੇ ਸੀ। ਨਾ ਖਾਣਾ ਪਕਾਉਣਾ ਆਇਆ, ਨਾ ਸੀਣਾ ਪਰਾਉਣਾ। ਕੁਝ ਪੜ੍ਹਨ ਵਿੱਚ ਵੀ ਮਨ ਨਹੀਂ ਲੱਗਦਾ। ਡਾਕਟਰਾਂ ਨੇ ਕਿਹਾ ਮੈਂਟਲ ਹਸਪਤਾਲ 'ਚ ਭਰਤੀ ਕਰਵਾ ਦੇ, ਪਰ ਮੇਰਾ ਮਨ ਨਹੀਂ ਮੰਨਿਆ। ਹਾਲਤ ਹੋਰ ਵੀ ਖਰਾਬ ਹੋ ਕੇ ਮੇਰੇ ਕੋਲ ਆ ਜਾਏਗੀ ਤਾਂ ਮੈਂ ਕੀ ਕਰਾਂਗੀ? ਮੈਂ ਵੀ ਤਾਂ ਨੌਕਰੀ ਕਰਨੀ ਹੈ। ਕਦ ਤੋਂ ਅਜਿਹੀ ਹਾਲਤ ਹੈ ਸੰਧਿਆ? ਉਹਨੂੰ ਕੁਝ ਯਾਦ ਆ ਰਿਹਾ ਸੀ 3-4 ਸਾਲ ਤੋਂ। ਕਾਰਨ ਕੀ ਉਹੀ ਗੱਲ ਹੈ ਜਿਹੜੀ ਤੂੰ ਦੱਸੀ ਸੀ? ਉਹ ਸੰਧਿਆ ਦੀਆਂ ਅੱਖਾਂ 'ਚ ਝਾਕਦਾ ਹੋਇਆ ਪੁੱਛਦਾ। ਹਾਂ ਉਹੀ। ਉਹ ਗੱਲ ਉਹਨੂੰ ਅਧੂਰੀ ਜੀ ਯਾਦ ਹੈ। ਸੰਧਿਆ ਨੇ ਦੱਸਿਆ ਸੀ ਅਚਾਨਕ ਇੱਕ ਦਿਨ ਚਿੱਠੀ ਆਈ, ਬਾਬੂ ਮਰਨ ਵਾਲਾ ਹੈ, ਆ ਕੇ ਦੇਖ ਜਾਓ। ਇਹ ਚਿੱਠੀ ਸੰਧਿਆ ਦੇ ਬਾਪ ਬਾਰੇ ਸੀ, ਜਿਹਨੂੰ ਉਹਦੀ ਮਾਂ ਸਾਲਾਂ ਪਹਿਲਾਂ ਮਰਿਆ ਹੋਇਆ ਸਮਝ ਬੈਠੀ ਸੀ। ਪਿਤਾ ਨੇ ਪ੍ਰਭਾਵ ਹੀ ਕੁਛ ਅਜਿਹਾ ਦਿੱਤਾ ਸੀ। ਮਾਂ ਨੇ ਸਬਰ ਕਰ ਲਿਆ ਸੀ। ਚਿੱਠੀ ਆਈ ਤਾਂ ਮਾਂ ਜ਼ਿੱਦ ਫੜ ਬੈਠੀ, ਚੱਲ ਉਹਨੂੰ ਦੇਖਣ ਚੱਲ। ਸੰਧਿਆ ਨੇ ਬਹੁਤ ਸਮਝਾਇਆ, ਹੁਣ ਜਾ ਕੇ ਕੀ ਕਰੇਂਗੀ, ਤੇਰੇ ਲਈ ਤਾਂ ਉਹ ਕਦ ਦਾ ਮਰ ਚੁੱਕਿਆ। ਮਾਂ ਨਹੀਂ ਮੰਨੀ ਤੇ ਸੰਧਿਆ ਨੂੰ ਉਹਨੂੰ ਲਿਜਾਣਾ ਹੀ ਪਿਆ ਸੀ। ਬਾਬੂ ਹਰਿਦੁਆਰ ਦੇ ਕਿਸੇ ਆਸ਼ਰਮ 'ਚ ਪਿਆ ਸੀ। ਮਾਂ ਨੇ ਉਲਾਂਭੇ ਭਰੀਆਂ ਨਜ਼ਰਾਂ ਨਾਲ ਮਰ ਰਹੇ ਬਾਬੂ ਵੱਲ ਦੇਖ ਕਿਹਾ ਸੀ, ਤੂੰ ਮੇਰੇ ਨਾਲ ਅਜਿਹਾ ਕਿਉਂ ਕੀਤਾ? ਜਾਣਾ ਹੀ ਸੀ ਤਾਂ ਮੈਨੂੰ ਕਹਿ ਕੇ ਚਲੇ ਜਾਣਾ ਸੀ। ਇੰਨੇ ਸਾਲ ਇਕੱਠੇ ਰਹੇ, ਤੂੰ ਮੈਨੂੰ ਇਸ ਕਾਬਲ ਵੀ ਨਾ ਸਮਝਿਆ। ਤੇ ਬਾਬੂ ਨੇ ਬਿਨਾਂ ਕੁਝ ਕਹੇ ਅੱਖਾਂ ਬੰਦ ਕਰ ਲਈਆਂ ਸਨ। ਇੱਧਰ ਬਾਬੂ ਨੇ ਅੱਖਾਂ ਬੰਦ ਕੀਤੀਆਂ, ਉੱਧਰ ਮਾਂ ਨੇ ਜ਼ਿੰਦਗੀ ਤੋਂ ਅੱਖਾਂ ਫੇਰ ਲਈਆਂ। ਕਿੱਸਾ ਖਤਮ। ਦੋਵੇਂ ਜੀਵ ਬੰਗਾਲੀ ਕਥਾ ਸਾਹਿਤ ਦੇ ਪਾਤਰ ਬਣ ਕੇ ਰਹਿ ਗਏ। ਉੱਧਰ ਪਿੱਛੇ ਸੰਧਿਆ ਬਚੀ ਸੀ, ਉਹਨੇ ਵੀ ਵਿਆਹ ਨਾ ਕਰਾਇਆ। ਦਾਦੀ ਬੰਗਲਾਦੇਸ਼ 'ਚ ਮਰ ਰਹੀ ਸੀ। ਸੰਧਿਆ ਕਹਿ ਰਹੀ ਸੀ ਅਸਲ ਜੜ ਤਾਂ ਇਕੱਲਾਪਣ ਹੈ। ਬੁੱਢਿਆਂ ਨੂੰ ਕੋਈ ਪੁੱਛਦਾ ਨਹੀਂ, ਆਪਣੇ ਸੁੱਖ ਵਿੱਚ ਕਿਸੇ ਤਰ੍ਹਾਂ ਦਾ ਦਖਲ ਕੋਈ ਨਹੀਂ ਚਾਹੁੰਦਾ, ਨਾ ਪੁੱਤ ਨਾ ਧੀ। ਇੱਥੋਂ ਤੱਕ ਕਿ ਕੋਈ ਦੁੱਖ ਵੀ ਨਹੀਂ ਵਟਾਉਣਾ ਚਾਹੁੰਦਾ। ਇੰਨਾ ਵੀ ਨਹੀਂ ਕਿਸੇ ਤੋਂ ਸਰਦਾ ਕਿ ਹਾਲ ਚਾਲ ਹੀ ਪੁੱਛ ਲਏ। ਬਾਹਰ ਦਾ ਕੋਈ ਪੁੱਛਣ ਲੱਗੇ ਤਾਂ ਘਰ ਵਾਲੇ ਕਹਿ ਦਿੰਦੇ ਆ ਛੱਡੋ, ਇਹ ਤਾਂ ਇੰਝ ਹੀ ਬੋਲਦੇ ਰਹਿੰਦੇ ਆ। ਇੱਕ ਓਲਡ ਹਾਊਸ ਬਣਵਾਉਣ ਦੀ ਸੋਚ ਰਹੇ ਸਾਂ, ਪਰ ਇੱਕ ਨਾਲ ਕੀ ਹੋਏਗਾ? ਸਾਂ ਵਿੱਚ ਕੌਣ ਸ਼ਾਮਲ ਸੀ ਸੰਧਿਆ ਉਹ ਪੁੱਛਣਾ ਚਾਹੁੰਦੀ ਸੀ। ਅੱਜ ਉਹ ਬੈਠਾ ਸੋਚ ਰਿਹਾ ਸੀ, ਨਹੀਂ ਕੁਝ ਨਹੀਂ ਹੋਏਗਾ, ਨਾ ਇੱਕ ਨਾਲ ਨਾ 100 ਨਾਲ, ਕਿਉਂਕਿ ਸੰਧਿਆ ਨੇ ਦੱਸਿਆ ਸੀ ਉਧਰ ਬੰਗਲਾਦੇਸ਼ 'ਚ ਦਾਦੀ ਮਾਂ ਵੀ ਇਕੱਲੀ ਹੈ, ਕੀ ਹੋਏਗਾ ਉਹਦਾ? ਉਹਦੇ ਅੰਦਰ ਬੈਠਾ ਬੁੱਢਾ ਆਦਮੀ ਪੁੱਛਣਾ ਚਾਹੁੰਦਾ ਹੈ, ਖੁਦ ਤੇਰਾ ਤੇ ਮੇਰਾ ਵੀ ਕੀ ਹੋਏਗਾ ਸੰਧਿਆ? ਤਦੇ ਇੱਕ ਹੋਰ ਚਿੜੀ ਰੁੱਖ ਉੱਤੇ ਆ ਕੇ ਬਹਿ ਗਈ, ਚੀਂ ਕਰਨ ਲੱਗ ਪਈ ਸੀ। ਇਸ ਵਾਰੀ ਉਹਨੂੰ ਉਡਾ ਦੇਣ ਜਾਂ ਜ਼ਖਮੀ ਕਰ ਦੇਣ ਦੀ ਨਹੀਂ ਸੋਚਦਾ, ਸਗੋਂ ਉਹਨੂੰ ਆਪਣੇ ਅੰਦਰ ਕਿਤੇ ਲੁਕੋ ਕੇ ਰੱਖ ਲੈਣ ਦੀ ਸੋਚਦਾ ਹੈ।
ਧੰਨਵਾਦ। ਅਗਲੀ ਕਹਾਣੀ ਹੈ ਪਾਗਲ ਨਾ ਹੋਵੇ ਤਾਂ। ਕਹਾਣੀਕਾਰ ਲੋਚਨ ਸਿੰਘ ਬਖਸ਼ੀ। ਬਾਹਰ ਚਾਰੇ ਪਾਸੇ ਕਾਲੀ ਬੋਲੀ ਰਾਤ ਪਸਰੀ ਹੋਈ ਹੈ। ਰਾਤ ਦੀਆਂ ਘਨੇਰੀਆਂ ਜ਼ੁਲਫਾਂ ਨੇ ਹਰ ਸ਼ੈ ਨੂੰ ਆਪਣੇ ਤਿਲਿਸਮੀ ਹਨੇਰੇ 'ਚ ਵਲੇਟ ਲਿਆ ਹੈ। ਇੱਕ ਸਨਸਨੀ ਉਪਜਾਊ ਕੋਸਾ ਮੋਸਾ ਹੌਲੀ ਹੌਲੀ ਰੇਂਗਦਾ ਹੋਇਆ ਤੁਰਿਆ ਆ ਰਿਹਾ ਹੈ। ਕਦੀ ਕਦੀ ਦੂਰੋਂ ਕੋਈ ਧਮਾਕਾ ਸੁਣਾਈ ਦੇ ਜਾਂਦਾ ਹੈ, ਬਿਜਲੀ ਚਮਕਦੀ ਹੈ ਤੇ ਫਿਰ ਅੱਖ ਦੇ ਫੋਰ 'ਚ ਘੋਰ ਹਨੇਰਾ ਪਸਰ ਜਾਂਦਾ ਹੈ। ਪਕੜੋ, ਮਾਰ, ਫੂਕੋ, ਚੂਹੇ ਬਚਣੇ ਨਹੀਂ ਚਾਹੀਦੇ, ਇਹ ਆਵਾਜ਼ਾਂ ਇੱਕ ਬੇਤਰਤੀਬ ਵਕਫੇ ਨਾਲ ਉੱਭਰਦੀਆਂ ਹਨ ਤੇ ਫਿਰ ਮਰਦਾਂ, ਔਰਤਾਂ ਤੇ ਬੱਚਿਆਂ ਦੀਆਂ ਮਿਲੀਆਂ ਜੁਲੀਆਂ ਚੀਕਾਂ ਦੇ ਸ਼ੋਰ ਸ਼ਰਾਬੇ 'ਚ ਵੱਟ ਜਾਂਦੀਆਂ ਹਨ। ਸੁੱਤੋਂ ਨੀਂਦੀਆਂ ਅੱਖੀਆਂ ਨਾਲ ਮੈਂ ਖਿੜਕੀ ਤੋਂ ਬਾਹਰ ਝਾਕਣ ਦਾ ਯਤਨ ਕਰਦਾ। ਬਾਹਰ ਸੰਘਣਾ ਹਨੇਰਾ ਹੈ। ਇਹ ਉਹੀ ਹਨੇਰਾ ਹੈ ਜਿਸ ਬਾਬਤ ਸਿਆਣੇ ਕਹਿੰਦੇ ਹਨ ਕਿ ਹੱਥ ਨੂੰ ਹੱਥ ਦਿਖਾਈ ਨਹੀਂ ਦਿੰਦਾ ਤੇ ਬੰਦੇ ਨੂੰ ਬੰਦਾ ਕਿਵੇਂ ਦਿਸ ਸਕਦਾ ਹੈ। ਇਨਸਾਨ ਦੀ ਪਛਾਣ ਉਹ ਵੀ ਬੜੀ ਔਖੀ ਹੋ ਗਈ ਜਾਪਦੀ ਹੈ, ਕਿਉਂਕਿ ਹਰ ਬੰਦੇ ਨੇ ਮੂੰਹ ਤੇ ਨਕਾਬ ਪਾਇਆ ਹੋਇਆ, ਮੂੰਹ ਤੇ ਮੁਖੌਟਾ ਲਾਇਆ ਹੋਇਆ, ਸਾਰਿਆਂ ਦੀਆਂ ਅੱਖਾਂ 'ਚ ਖੂਨ ਉਤਰਿਆ ਹੋਇਆ। ਪਾਗਲਾਂ ਵਾਂਗ ਲੋਕ ਅੱਗੇ ਪਿੱਛੇ ਭੱਜ ਰਹੇ ਹਨ, ਦਗੜ ਦਗੜ ਦੀ ਚੂਹਾ ਦੌੜ। ਇਹ ਬੰਦੇ ਨਹੀਂ ਪ੍ਰਤੀਤ ਹੁੰਦੇ, ਇਹ ਤਾਂ ਕਿਸੇ ਜਾਦੂਈ ਦੇਸ਼ ਦੇ ਪਾਤਰ ਹਨ ਜਿਹੜੇ ਨੰਗ ਧੜੰਗੇ ਬਾਹਰ ਨਿਕਲ ਆਏ ਹਨ। ਉਹਨਾਂ ਦੇ ਹੱਥਾਂ 'ਚ ਤਲਵਾਰਾਂ ਹਨ, ਤ੍ਰਿਸ਼ੂਲ ਹਨ, ਚਾਕੂ ਹਨ, ਭਾਲੇ ਹਨ, ਤੇਲ ਦੇ ਕਨਸਤਰ ਹਨ, ਪੈਟਰੋਲ ਦੇ ਟੀਨ ਹਨ। ਛੋਟੇ ਵੱਡੇ ਹੱਥਾਂ 'ਚ ਲੋਹੇ ਦੀਆਂ ਛੜਾਂ ਹਨ ਤੇ ਉਹ ਉਗੜ ਦੁਗੜ ਭੱਜਦੇ ਚੂਹਿਆਂ ਦੇ ਮਗਰ ਨੱਠ ਰਹੇ ਹਨ। ਪਿਛਲੇ 36 ਘੰਟਿਆਂ ਤੋਂ ਆਪਣੇ ਹਸਪਤਾਲ ਦੀ ਵਲਗਨ 'ਚ ਘਿਰਿਆ ਪਿਆ ਹਾਂ। ਕੱਟੇ ਹੋਏ ਅੰਗ, ਵੱਡੇ ਹੋਏ ਧੜ, ਪਾਟੇ ਹੋਏ ਸਿਰ, ਕੁਚਲੇ ਹੋਏ ਸਰੀਰ ਮੇਰੇ ਆਲੇ ਦੁਆਲੇ ਖਿਲਰੇ ਪਏ ਹਨ। ਪਿਛਲੇ 36 ਘੰਟਿਆਂ ਤੋਂ ਮੈਂ ਆਪਣੇ ਰਿਲੀਫ ਦਾ ਇੰਤਜ਼ਾਰ ਕਰ ਰਿਹਾ, ਉਹ ਨਹੀਂ ਆਇਆ। ਸ਼ਾਇਦ ਹੁਣ ਉਹ ਕਦੀ ਨਹੀਂ ਆਏਗਾ, ਪਰ ਇੱਕ ਡਾਕਟਰ ਹੋਣ ਦੇ ਨਾਤੇ ਮੈਂ ਸਭ ਕੁਝ ਛੱਡ ਕੇ ਨਹੀਂ ਜਾ ਸਕਦਾ। ਡਾਕਟਰ ਜੀ ਨੇ ਮੈਨੂੰ ਰਿਲੀਵ ਕਰਨਾ ਹੈ। ਉਹ ਸ਼ਹਿਰ ਦੇ ਅੰਦਰਲੇ ਇਲਾਕੇ ਚੂਹਿਆਂ ਵਾਲੀ ਬਸਤੀ 'ਚ ਰਹਿੰਦਾ ਹੈ। ਸ਼ਾਇਦ ਸੀ ਵਧੇਰੇ ਠੀਕ ਹੋਏਗਾ। ਮੈਨੂੰ ਚੇਤੇ ਹੈ ਉਸ ਦਿਨ ਮੈਂ ਉਹਦੇ ਘਰੋਂ ਹੀ ਵਾਪਸ ਆ ਰਿਹਾ ਸੀ ਜਦੋਂ ਮੈਨੂੰ ਗਲੀ ਦੀ ਨੁੱਕੜ ਤੇ ਉਹ ਗੁੰਡੇ ਮਿਲੇ ਸੀ। ਆਪਣੇ ਵਿਚਕਾਰ ਇੱਕ ਗੈਰ ਧਰਮ ਦੇ ਬੰਦੇ ਨੂੰ ਇਕੱਲਿਆਂ ਵੇਖ ਕੇ ਉਹਨਾਂ ਦਾ ਹੌਸਲਾ ਵੱਧ ਗਿਆ ਸੀ। ਉਹ ਤਾਂ ਆਪਣੀ ਗਲੀ 'ਚ ਕੁੱਤਾ ਵੀ ਸ਼ੇਰ ਹੁੰਦਾ, ਪਰ ਉਹਨਾਂ ਦੀਆਂ ਚਾਂਗਰਾਂ ਜ਼ਹਿਰ 'ਚ ਭਿੱਜੇ ਤੀਰ ਸਨ। ਲੱਗਦਾ ਸੀ ਜ਼ਬਾਨ ਦੀ ਥਾਵੇਂ ਕਿਸੇ ਨੇ ਉਹਨਾਂ ਦੇ ਮੂੰਹ 'ਚ ਤਿੱਖੀਆਂ ਛੁਰੀਆਂ ਰੱਖ ਦਿੱਤੀਆਂ ਸਨ। ਉਹਨਾਂ ਮੇਰੇ ਵੱਲ ਵੇਖਿਆ, ਫਿਰ ਇੱਕ ਦੂਜੇ ਵੱਲ ਵੇਖਿਆ, ਫਿਰ ਉਹਨਾਂ ਦੇ ਚਿਹਰਿਆਂ ਤੇ ਇੱਕ ਹਲਕੀ ਜਿਹੀ ਕਮੀਨੀ ਮਸ਼ਕਰੀ ਉੱਪਰਦੀ ਮੈਨੂੰ ਪ੍ਰਤੀਤ ਹੋਈ। ਗੱਲਾਂ ਆਪਸ 'ਚ ਕਰਦੇ ਸਨ, ਸੁਣਾਵਟਾਂ ਮੇਰੇ ਵੱਲ ਸੁੱਟਦੇ ਸਨ। ਮਤਾ ਕਿਸੇ ਭੁਲੇਖੇ 'ਚ ਹੋਵੇਂ ਤੁੰਨ ਦਿਆਂਗੇ ਸਾਰਿਆਂ ਨੂੰ, ਸਾਲੇ ਨਾ ਹੋਣ ਤਾਂ ਸਾਡੇ ਨਾਲ ਪੰਗੇ ਲੈਂਦੇ ਹੋ। ਫਿਰ ਦੂਜਾ ਬੋਲਿਆ, ਰਾਤੀ ਆਵਾਂਗੇ, ਕਹਿ ਦੇਈ ਸੂ। ਤਿਆਰ ਰਹੇ। ਪਤਾ ਨਹੀਂ ਕਿੰਨਾ ਚਿਰ ਕਿੰਨਾ ਕੁਝ ਉਹ ਬਕਦੇ ਰਹੇ। ਕੰਨ ਵਲੇਟ ਕੇ ਮੈਂ ਤੁਰ ਗਿਆ। ਦੇਰ ਤੱਕ ਮੇਰੇ ਕੰਨਾਂ 'ਚ ਗੰਦੇ ਸ਼ਰਾਰਤੀ ਬੋਲ ਗੂੰਜਦੇ ਰਹਿੰਦੇ। ਫਿਰ ਦੂਰ ਕੋਈ ਧਮਾਕਾ ਹੁੰਦਾ ਹੈ। ਇੱਕ ਹੋਰ ਮੈਂ ਆਪਣੇ ਵਾਰਡ ਦੀ ਖਿੜਕੀ 'ਚੋਂ ਬਾਹਰ ਝਾਕਦਾ। ਧੂੰਆਂਧਾਰ ਹਨੇਰੇ ਵਿੱਚੋਂ ਅੱਗ ਦੇ ਲੰਬ ਉੱਠਦੇ ਹੋਏ ਪ੍ਰਤੀਤ ਹੁੰਦੇ ਹਨ। ਹਰ ਹਰ ਮਹਾਦੇਵ, ਬੋਲੇ ਸੋ ਨਿਹਾਲ। ਹਨੇਰੇ 'ਚ ਕਿਰਪਾਨਾਂ ਲਿਸ਼ਕਦੀਆਂ ਹਨ, ਤ੍ਰਿਸ਼ੂਲ ਚਮਕਦੇ ਹਨ, ਫਿਰ ਕਾਲੇ ਧੂਏ ਦੇ ਪੇਚ ਸਾਰੇ ਦ੍ਰਿਸ਼ ਨੂੰ ਢੱਕ ਲੈਂਦੇ ਹਨ। ਬਲਦੇ ਹੋਏ ਸਿਵਿਆਂ ਦੀ ਸੜਾਂਧ ਸਾਰੇ ਵਾਤਾਵਰਨ 'ਚ ਫੈਲ ਜਾਂਦੀ ਹੈ। ਸਿਵਿਆਂ ਵਿੱਚੋਂ ਉੱਠਦੇ ਸ਼ੋਲੇ ਅਣਗਿਣਤ ਬਾਹਾਂ ਦਾ ਰੂਪ ਧਾਰ ਕੇ ਉੱਪਰ ਆਕਾਸ਼ ਨੂੰ ਹਾਲ ਪਾਰਿਆਂ ਕਰ ਰਹੇ ਹਨ। ਮੇਰਾ ਸਿਰ ਪਾਟ ਰਿਹਾ, ਮੇਰੀਆਂ ਕਨਪੱਟੀਆਂ 'ਚ ਤਰਾਟਾਂ ਉੱਠ ਰਹੀਆਂ ਹਨ, ਮੇਰੀਆਂ ਉਂਗਲੀਆਂ ਦੇ ਪੋਟੇ ਚਲੂੰ ਚਲੂੰ ਕਰ ਰਹੇ ਹਨ। ਮੇਰੇ ਆਲੇ ਦੁਆਲੇ ਕੱਟੇ ਹੋਏ ਸਰੀਰਾਂ ਦੇ ਅੰਗ ਇੱਕ ਪਿਰਾਮਿਡ ਵਾਂਗ ਉੱਭਰਦੇ ਚਲੇ ਜਾ ਰਹੇ ਹਨ। ਇਹ ਕੌਣ ਲੋਕ ਹਨ? ਮੇਰੇ ਆਪਣੇ ਹਨ ਜਾਂ ਪਰਾਏ? ਕਮਾਲ ਹੈ। 36 ਘੰਟਿਆਂ 'ਚ ਮੈਂ ਆਪਣੇ ਪਰਾਏ ਦੀ ਤਮੀਜ਼ ਵੀ ਕਰਨ ਲੱਗ ਪਿਆ। ਮੇਰੇ ਆਪਣੇ ਸਰੀਰ ਦੀ ਆਪਣੱਤ ਵੀ ਗਵਾਚ ਗਈ ਜਾਪਦੀ ਹੈ। ਮੈਂ ਕੌਣ ਹਾਂ? ਮੇਰਾ ਧਰਮ ਕੀ ਹੈ? ਭਾਈ ਡਾਕਟਰ ਦਾ ਕੋਈ ਧਰਮ ਨਹੀਂ ਹੁੰਦਾ। ਡਾਕਟਰ ਦਾ ਧਰਮ ਤਾਂ ਰੋਗੀਆਂ ਦੀ ਸੇਵਾ ਹੈ। ਦੁੱਖ ਦੇ ਪੋਟਿਆਂ ਨਾਲ ਮੈਂ ਉਹਨਾਂ ਦੇ ਜ਼ਖਮ ਸੀ ਰਿਹਾ, ਪਾਟੇ ਹੋਏ ਸਰੀਰਾਂ ਦੀ ਮੱਲਮ ਪੱਟੀ ਕਰ ਰਿਹਾ। ਮੇਰੇ ਆਲੇ ਦੁਆਲੇ ਮਨੁੱਖਤਾ ਸਿਸਕ ਰਹੀ ਹੈ, ਟੁੱਟੀ ਹੋਈ ਲੁਕਾਈ ਖਿਲ ਰਹੀ ਪਈ ਹੈ। ਅਬੋਧ ਬਾਲਕ ਵਾਂਗ ਜਿਹੜਾ ਟੁੱਟੇ ਹੋਏ ਘਰਾਂ ਦੀਆਂ ਕੰਧਾਂ ਮੁੜ ਕੇ ਸੱਜਰੀ ਰੇਤ ਨਾਲ ਖੜੀਆਂ ਕਰਨ ਦਾ ਯਤਨ ਕਰਦਾ, ਮੈਂ ਇਸ ਲੁੱਟੀ ਹੋਈ ਕਾਇਨਾਤ ਵਿੱਚ ਮੁੜ ਕੇ ਗੁੱਲ ਬੂਟੇ ਖਿਡਾਉਣ ਦਾ ਪ੍ਰਯਾਸ ਕਰ ਰਿਹਾ। ਇਹਨਾਂ ਸਾਰਿਆਂ ਦੀ ਦਵਾ ਤਾਂ ਮੇਰੇ ਪਾਸ ਹੈ, ਸਫਾ ਨਹੀਂ। ਸ਼ਫਾ ਤਾਂ ਭਗਵਾਨ ਦੇ ਹੱਥ 'ਚ ਹੈ। ਭਗਵਾਨ? ਤੁਸੀਂ ਭਗਵਾਨ ਦੀ ਗੱਲ ਕਰਦੇ ਹੋ? ਡਾਕਟਰ ਸਾਹਿਬ, ਭਗਵਾਨ ਕੱਲ੍ਹ ਤੀਕ ਉਸ ਸਾਹਮਣੇ ਵਾਲੇ ਮੰਦਿਰ 'ਚ ਰਹਿੰਦਾ ਸੀ। ਅੱਜ ਉਸ ਕਾਲੀ ਬੋਲੀ ਰਾਤ ਦੇ ਹਨੇਰੇ 'ਚ ਕਿਧਰੇ ਗਵਾਚ ਗਿਆ। ਬਸ ਫਸਾਦੀ ਆਏ, ਹੱਥਾਂ 'ਚ ਲੋਹੇ ਦੀਆਂ ਛੜਾਂ ਲੈ ਕੇ, ਤ੍ਰਿਸ਼ੂਲ ਤੇ ਤਲਵਾਰਾਂ ਲੈ ਕੇ। ਉਹਨਾਂ ਨੇ ਭਗਵਾਨ ਨੂੰ ਘਰੋਂ ਬੇਘਰ ਕਰ ਦਿੱਤਾ।
ਉਹਨੇ ਬਹੁਤੇਰੇ ਤਰਲੇ ਪਾਏ, ਬਹੁਤੇਰੇ ਹਾੜੇ ਕੱਢੇ, ਪਰ ਉਹਨਾਂ ਇੱਕ ਨਾ ਸੁਣੀ। ਉਹਨਾਂ ਨੇ ਭਗਵਾਨ ਨੂੰ ਡੰਡਾ ਵਿਖਾਇਆ ਤੇ ਉਹ ਸਹਿਮਿਆ ਹੋਇਆ, ਡਰ ਨਾਲ ਕੰਬਦਾ ਹੋਇਆ ਘਰੋਂ ਬੇਘਰ ਹੋ ਗਿਆ। ਭਗਵਾਨ ਨੇ ਆਖਿਆ, ਭਲੇ ਲੋਕੋ, ਮੈਂ ਤੁਹਾਨੂੰ ਸਭ ਕੁਝ ਦੇ ਸਕਦਾ ਹਾਂ। ਮੇਰੇ ਪਾਸ ਕਿਸੇ ਚੀਜ਼ ਦੀ ਕਮੀ ਨਹੀਂ। ਹੀਰੇ ਜਵਾਹਰਾਤ, ਕੱਪੜੇ, ਘਿਓ, ਮੈਦਾ, ਜੋ ਚਾਹੇ ਲੈ ਲਓ, ਪਰ ਮੈਨੂੰ ਘਰੋਂ ਬੇਘਰ ਨਾ ਕਰੋ। ਓਏ ਤੂੰ ਕੌਣ ਹੈ? ਬੜਾ ਖੁਦਾ ਬਣੀ ਫਿਰਦਾ। ਮੈਂ ਇਸ ਸ੍ਰਿਸ਼ਟੀ ਦਾ ਮਾਲਕ, ਇਸ ਸਾਰੀ ਕਾਇਨਾਤ ਦਾ ਖਾਲਕ। ਵਾਹ ਵਾਹ! ਸਾਰੇ ਲੋਕ ਪਾਗਲਾਂ ਵਾਂਗ ਹੱਸ ਪੈਂਦੇ ਹਨ। ਫਿਰ ਕੋਈ ਬੋਲਦਾ ਹੈ, ਅੱਛਾ ਖਾਸਾ ਬਹਿਰੂਪੀ ਹੈ, ਆਪਣੇ ਆਪ ਨੂੰ ਖੁਦਾ ਸਮਝਦੇ, ਚੁੱਕ ਕੇ ਬੋਰੀਏ ਬਿਸਤਰੇ ਸਮੇਤ ਬਾਹਰ ਸੁੱਟੋ। ਇੱਕ ਬੰਨਿਓ ਆਵਾਜ਼ ਆਈ, ਓਏ ਮਾਲਕ ਸਿੰਘ ਵਲਦ ਖਾਲਕ ਸਿੰਘ ਉਰਫ ਮਾਲਕ ਰਾਮ ਵਲਦ ਖਾਲਕ ਰਾਮ, ਅਲਿਆਸ ਮਾਲਕ ਹੁਸੈਨ ਵਲਦ ਖਾਲਕ ਹੁਸੈਨ, ਜੋ ਵੀ ਤੂੰ ਹੈ, ਹਵੇਲੀ ਤੋਂ ਬਾਹਰ ਹੋ ਜਾ। ਸਾਨੂੰ ਆਪਣੇ ਘੋੜਿਆਂ ਲਈ ਤਬੇਲਾ ਚਾਹੀਦਾ। ਰੱਬੁਲ ਆਲਮੀਨ ਹੈਰਾਨ ਪਰੇਸ਼ਾਨ ਬਿਟਰ ਬਿਟਰ ਵੇਖ ਰਿਹਾ। ਇਹ ਭਾਣਾ ਕੀ ਵਰਤ ਗਿਆ? ਕੱਲ ਤੱਕ ਉਹਨਾਂ ਦੇ ਮੂੰਹ 'ਚ ਜ਼ੁਬਾਨ ਨਹੀਂ ਸੀ। ਕੱਲ ਤੱਕ ਇਹ ਡਰੀ ਹੋਈ, ਸਹਿਮੀ ਹੋਈ ਮਖਲੂਕ ਸੀ, ਪਰ ਅੱਜ ਮੈਨੂੰ ਹੀ ਅੱਖਾਂ ਵਿਖਾ ਰਹੀ ਹੈ। ਕਿੱਥੇ ਗਿਆ ਮੇਰਾ ਰੋਬ, ਮੇਰਾ ਜਲਾਲ, ਮੇਰਾ ਖੌਫ, ਮੇਰੀ ਪਵਿੱਤਰਤਾ? ਰੱਬੁਲ ਆਲਮੀਨ ਨੇ ਵੇਖਿਆ ਮਸੀਤ ਦੀਆਂ ਮੀਨਾਰਾਂ ਤੱਕ ਹਨੇਰੇ ਦਾ ਸਮੁੰਦਰ ਠਾਠਾਂ ਮਾਰ ਰਿਹਾ ਸੀ। ਉਹਨੇ ਸੋਚਿਆ, ਬਿਹਤਰੀ ਇਸੇ 'ਚ ਹੈ, ਸਮੁੰਦਰ 'ਚ ਕੁੱਦ ਕੇ ਜਾਨ ਬਚਾਈ ਜਾਏ। ਜਿਸ ਵੇਲੇ ਮਸੀਤ ਦੇ ਮੀਨਾਰ ਤੋਂ ਸਰਗੀ ਦੀ ਪਹਿਲੀ ਨਮਾਜ਼ ਦੀ ਆਜ਼ਾਨ ਭੰਪੂ 'ਚ ਗੁੰਜਣ ਲੱਗੀ ਤਾਂ ਉਸੇ ਵੇਲੇ ਹਨੇਰੇ ਦੇ ਸਮੁੰਦਰ 'ਚ ਲਹਿਰਾਂ ਉਭਰੀਆਂ। ਰੱਬ ਨੂੰ ਪਹਿਲੀ ਵਾਰ ਅਹਿਸਾਸ ਹੋਇਆ, ਨਫ਼ਰਤ ਦੀ ਖਲੀਜ ਜਿੰਨੀ ਡੂੰਘੀ ਹੈ, ਉਨੀ ਲੰਮੀ ਤੇ ਚੌੜੀ ਵੀ ਹੈ। ਇਹਨੂੰ ਪਾਰ ਕਰਨਾ ਸਹਿਲ ਨਹੀਂ। ਭੰਪੂ ਬੋਲ ਰਿਹਾ, ਅੱਲਾਹੂ ਅਕਬਰ, ਅੱਲਾ ਸਭ ਤੋਂ ਵੱਡਾ ਹੈ। ਕਿਸੇ ਨੇ ਗਿਰਾਂ ਲਗਾਈ, ਸਮੁੰਦਰ ਤੋਂ ਵੀ ਵੱਡਾ ਹੈ, ਇਸੇ ਲਈ ਤਾਂ ਸਮੁੰਦਰ 'ਚ ਡੁੱਬਿਆ ਨਹੀਂ। ਲਾਈਫ ਜੈਕਟ ਪਾਈ ਹੋਈ ਸੂ, ਕਿਸੇ ਨੇ ਸੁਰ 'ਚ ਸੁਰ ਜੋੜਿਆ। ਹਸਪਤਾਲ ਦੀ ਇਹ ਇਮਾਰਤ ਜਿੱਥੇ ਮੈਂ ਬੈਠਾ, ਕੱਲ੍ਹ ਤੀ ਇੱਕ ਪਾਗਲਖਾਨਾ ਸੀ। ਅੰਗਰੇਜ਼ੀ ਸਰਕਾਰ ਨੇ ਇਹਨੂੰ ਬਣਵਾਇਆ ਸੀ। ਸਾਰੇ ਪਰਿਸ਼ਦ ਦੇ ਚਾਰੇ ਪਾਸੇ ਗਿਰਜਾ, ਗੁਰਦੁਆਰਾ, ਮੰਦਰ ਤੇ ਮਸੀਤ ਬਣੇ ਹੋਏ ਸਨ। ਉੱਚੀ ਚਾਰਦੀਵਾਰੀ ਦੇ ਅੰਦਰ ਪਹਾੜੀ ਦੀਆਂ ਸਿਖਰ ਤੇ ਬਣਿਆ ਇਹ ਪਰਿਸਰ ਇੰਨਾ ਸ਼ਾਨਦਾਰ ਸੀ ਕਿ ਰਾਤ ਦੀਆਂ ਰੌਸ਼ਨੀਆਂ ਦੀ ਜਗਮਗਾਹਟ 'ਚ ਇੱਕ ਪਰੀ ਘਰ ਪ੍ਰਤੀਤ ਹੁੰਦਾ ਸੀ, ਜਿਹਨੂੰ ਵੇਖ ਕੇ ਚੰਗਾ ਭਲਾ ਬੰਦਾ ਪਾਗਲ ਹੋ ਜਾਏ। ਕੱਲ੍ਹ ਤੀ ਕੇ ਸਾਰੇ ਲੋਕ ਇੱਥੇ ਹੀ ਰਹਿੰਦੇ ਸਨ। ਅੱਜ ਪਾਗਲਖਾਨੇ ਦੇ ਬੂਹੇ ਭੰਨ ਕੇ ਨਿਕਲ ਗਏ ਹਨ। ਉਹਨਾਂ ਦੇ ਹੱਥਾਂ 'ਚ ਤਲਵਾਰਾਂ ਹਨ, ਤਿਰਸ਼ੂਲ ਹਨ, ਬਰਛੇ ਹਨ, ਭਾਲੇ ਹਨ। ਕਾਲੀ ਬੋਲੀ ਰਾਤ ਨੇ ਸਾਰੀਆਂ ਮੇਢੀਆਂ ਇੱਕ ਇੱਕ ਕਰਕੇ ਸਮੇਟ ਲਈਆਂ ਹਨ। ਲੱਗਦਾ ਹੈ ਬਿਫਰੇ ਹੋਏ ਸੱਪਾਂ ਨੂੰ ਪਟਾਰੇ 'ਚ ਬੰਦ ਕਰਨ ਦਾ ਯਤਨ ਕਰ ਰਹੀ ਹੈ, ਪਰ ਉਹਦੀਆਂ ਜ਼ੁਲਫਾਂ ਤਾਂ ਸਰਸਰਾਂਦੀਆਂ ਹੋਈਆਂ ਫਾਂਸੀ ਦੀਆਂ ਰੱਸੀਆਂ ਹਨ, ਜਿਨ੍ਹਾਂ ਦੀ ਮਖਮਲੀ ਪਕੜ ਬੜੀ ਪੇਢੀ ਹੈ। ਹਰ ਪਾਸੇ ਕੁਰਲਾਟ ਹੈ, ਮੂੰਹ ਸਿਰ ਪਾਟੇ, ਵਾਲਾਂ ਵਾਲੀਆਂ ਕੱਲ ਜੋਗਣਾ ਹੱਥ ਵਿੱਚ ਖੱਪਰ ਫੜੀ ਚੀਕ ਰਹੀਆਂ ਹਨ। ਉਹਨਾਂ ਦੇ ਵੈਣ ਜ਼ਹਿਰ 'ਚ ਬੁਝੇ ਤੀਰਾਂ ਵਾਂਗ ਫਿਜ਼ਾ ਵਿੱਚ ਆਜ਼ਾਦ ਉੱਡਦੇ ਇੱਕ ਦੂਜੇ ਦੇ ਗਲੇ ਮਿਲ ਰਹੇ ਹਨ। ਰਾਖਸ਼ੀ ਨਾਚ ਦੀ ਲਹਿਰ ਤਿੱਖੀ ਹੁੰਦੀ ਜਾਂਦੀ ਹੈ। ਫਿਰ ਫਿਜ਼ਾ 'ਚ ਇੱਕ ਬੋਲ ਉੱਭਰਦਾ ਹੈ ਕੋਈ ਅੱਲਾ ਵਾਲਾ, ਹੈ ਕੋਈ ਰੱਬ ਦਾ ਭਗਤ, ਕੋਈ ਗੁਰੂ ਦਾ ਪਿਆਰਾ ਜੋ ਇਸ ਪਿਆਸੀ ਦੀ ਪਿਆਸ ਬੁਝਾਏ। ਆਓ ਲੋਕੋ ਆਓ, ਮੇਰਾ ਖੱਪਰ ਆਪਣੀ ਰੱਤ ਨਾਲ ਭਰੋ। ਪਰ ਖੱਪਰ ਤਾਂ ਅੰਦਰੋਂ ਪਾਟਿਆ ਹੋਇਆ, ਰੱਤ ਉਸ 'ਚ ਟਿਕਦੀ ਨਹੀਂ, ਦਬਾ ਦਬ ਧਰਤੀ ਤੇ ਡੁੱਲਦੀ ਜਾਂਦੀ ਹੈ। ਲਹੂ ਦੀ ਨਦੀ 'ਚ ਹੜ੍ਹ ਆ ਗਿਆ ਜਾਪਦਾ ਹੈ। ਧਾਰਮਿਕ ਗ੍ਰੰਥਾਂ 'ਚ ਲਿਖਿਆ ਹੋਇਆ, ਇਸ ਧਰਤੀ ਤੇ ਇੰਨਾ ਲਹੂ ਡੁੱਲੇਗਾ ਕਿ ਘੋੜੇ ਦੀਆਂ ਲੱਤਾਂ 'ਚ ਡੁੱਬ ਜਾਣਗੀਆਂ। ਗਿਆਨੀ ਜੀ ਕਹਿੰਦੇ ਹਨ, ਅਜੇ ਕਿਹੜਾ ਅੰਤ ਹੈ, ਘੋੜੇ ਦੀਆਂ ਲੱਤਾਂ ਚੜ੍ਹ ਕੇ ਘੋੜਾ ਸਵਾਰ ਸਮੇਤ ਡੁੱਬ ਜਾਏਗਾ। ਪੰਡਤ ਜੀ ਭਵਿੱਖਬਾਣੀ ਕਰਦੇ ਹਨ। ਤੌਬਾ ਤੌਬਾ, ਮੌਲਾਨਾ ਕੰਨਾਂ ਨੂੰ ਹੱਥ ਲਾਉਂਦੇ ਹਨ। ਜੀ ਹਾਂ, ਇਹ ਪਰਲੇ ਦੀਆਂ ਨਿਸ਼ਾਨੀਆਂ ਹਨ। ਵਾਹਿਗੁਰੂ ਵਾਹਿਗੁਰੂ, ਪੰਡਤ ਜੀ ਤੇ ਗਿਆਨੀ ਜੀ ਇੱਕੋ ਸੁਰ 'ਚ ਬੋਲਦੇ ਹਨ। ਹੋਰ ਕਿਆਮਤ ਕਿਹਨੂੰ ਕਹਿੰਦੇ ਆ ਭਾਈ? ਇਹ ਸਵਾਲ ਮੌਲਵੀ ਸਾਹਿਬ ਦਾ ਹੈ, ਉਹ ਆਪੇ ਹੀ ਉੱਤਰ ਦਿੰਦੇ ਹਨ। ਇਹੋ ਕਿਆਮਤ ਹੈ ਬਿਰਾਦਰ, ਜਿਹਦਾ ਜ਼ਿਕਰ ਹਜ਼ਰਤ ਨੇ ਆਪਣੀ ਕਲਮ ਨਾਲ ਆਪ ਕੀਤਾ ਹੈ। ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਮੈਂ ਪਾਗਲ ਹੁੰਦਾ ਜਾ ਰਿਹਾ। ਮੈਂ ਜੋ ਉਹਨਾਂ ਦੇ ਪਾਗਲਪਨ ਦਾ ਇਲਾਜ ਕਰਨ ਆਇਆ, ਉਹ ਸਾਰੇ ਬਾਹਰ ਭੱਜ ਗਏ ਹਨ ਤੇ ਮੈਨੂੰ ਆਪਣੇ ਵਾਰਡ 'ਚ ਬੰਦ ਕਰ ਗਏ ਹਨ। ਡਾਕਟਰ, ਤੇਰੇ ਪਾਸ ਇਸ ਮਰਜ਼ ਦਾ ਕੋਈ ਇਲਾਜ ਨਹੀਂ? ਤੂੰ ਲੋਕਾਂ ਦੇ ਜ਼ਖਮਾਂ ਤੇ ਮੱਲਮ ਲਾ ਸਕਦਾ ਹੈ, ਉਹਨਾਂ ਦੇ ਪਾਟੇ ਜ਼ਖਮ ਸੀ ਸਕਦਾ ਹੈ, ਟੁੱਟੀਆਂ ਹੱਡੀਆਂ ਜੋੜ ਸਕਦਾ ਹੈ, ਪਰ ਜਿਸ ਰੋਗ ਦਾ ਨਾਂ ਨਫ਼ਰਤ ਹੈ, ਤੇਰੇ ਪਾਸ ਉਹਦਾ ਇਲਾਜ ਕੋਈ ਨਹੀਂ। ਨਫ਼ਰਤ ਨੇ ਇਸ ਧਰਤੀ ਤੇ ਮਹਾਭਾਰਤ ਨੂੰ ਜਨਮ ਦਿੱਤਾ। ਕੌਰਵਾਂ ਤੇ ਪਾਂਡਵਾਂ ਦਾ ਵਿਨਾਸ਼ ਹੋ ਗਿਆ। ਨਫ਼ਰਤ ਨੇ ਰਾਮਾਇਣ ਦੀ ਨੀਂਹ ਰੱਖੀ। ਅਣਗਿਣਤ ਸੈਨਿਕ ਤੇ ਸੰਪਤੀ ਨਸ਼ਟ ਹੋ ਗਈ। ਇਤਿਹਾਸ ਨਫ਼ਰਤ ਤੋਂ ਉਪਜੀਆਂ ਲੜਾਈਆਂ ਦੇ ਉਲੇਖ ਨਾਲ ਭਰਿਆ ਪਿਆ ਹੈ। ਜਿਸ ਆਦਮੀ ਨੇ ਅਕਲ ਦੀ ਗੱਲ ਕੀਤੀ, ਅਸੀਂ ਉਸੇ ਦਾ ਤਿਰਸਕਾਰ ਕੀਤਾ।
ਅਸੀਂ ਆਦਮ ਦੇ ਪੁੱਤਰਾਂ ਨੇ ਹੀ ਈਸਾ ਮਸੀਹ ਨੂੰ ਸੂਲੀ ਤੇ ਟੰਗਿਆ। ਗੁਰੂ ਨਾਨਕ ਨੂੰ ਭੂਤਨਾ ਤੇ ਬੇਤਾਲਾ ਆਖਿਆ। ਐਨ ਉਲ ਹੱਕ ਦਾ ਨਾਅਰਾ ਲਾਉਣ ਵਾਲੇ ਸ਼ਮਸ ਤਬਰੇਜ਼ ਦੀ ਖੱਲ ਲੁਹਾਈ। ਸ਼ਿਬਲੀ ਨੂੰ ਜ਼ਲੀਲ ਕੀਤਾ। ਅਸਾਂ ਸੁਕਰਾਤ ਨੂੰ ਜ਼ਹਿਰ ਪਿਲਾਇਆ। ਮਹਾਤਮਾ ਗਾਂਧੀ ਨੂੰ ਗੋਲੀਆਂ ਮਾਰੀਆਂ। ਕਿਉਂ? ਇਸ ਲਈ ਕਿ ਉਹ ਪਿਆਰ ਦੇ ਫਰਿਸ਼ਤੇ ਦੀ ਮੌਜੂਦਗੀ 'ਚ ਅੰਧਕਾਰ ਪਨਪ ਨਹੀਂ ਸਕਦਾ। ਡਾਕਟਰ, ਤੂੰ ਨਫ਼ਰਤ ਦਾ ਇਲਾਜ ਨਹੀਂ ਕਰ ਸਕਦਾ। ਨਫ਼ਰਤ ਇੱਕ ਫੋੜਾ ਨਹੀਂ ਜਿਹਨੂੰ ਤੂੰ ਕੱਟ ਕੇ ਪਰਾਂ ਵਗਾ ਮਾਰੇਗਾ। ਇਹ ਤਾਂ ਅੰਦਰ ਹੀ ਅੰਦਰ ਰਿਸਣ ਵਾਲਾ ਨਸੂਰ ਹੈ। ਵੇਖ ਨਫ਼ਰਤ ਨੇ ਕੀ ਗੁੱਲ ਖਿਲਾਇਆ। ਮੌਤ ਦੇ ਫਰਿਸ਼ਤੇ ਪਰ ਫੈਲਾਈ ਸਾਰੇ ਵਾਤਾਵਰਨ ਤੇ ਉਮੜਾਇਆ। ਮਕਾਨ ਸੜ ਰਹੇ ਹਨ, ਦੁਕਾਨਾਂ ਸੜ ਰਹੀਆਂ ਹਨ। ਪਿੰਜਰਿਆਂ 'ਚ ਫਸੇ ਚੂਹਿਆਂ ਵਾਂਗ ਲੋਕ ਬੇਸਹਾਰਾ ਆਪਣੇ ਸਕਿਆਂ ਨੂੰ ਸੜਦੇ ਵੇਖ ਰਹੇ ਹਨ। ਇੱਕ ਬੰਦੇ ਦੇ ਹੱਥ ਪੈਰ ਬੱਝੇ ਹੋਏ ਹਨ। ਉਹਦੇ ਗਲ 'ਚ ਟਾਇਰ ਪਾ ਕੇ ਉਸ 'ਚ ਪੈਟਰੋਲ ਭਰ ਦਿੱਤਾ ਗਿਆ ਹੈ। ਅੱਗ ਲਗਾ ਦਿੱਤੀ ਗਈ ਹੈ। ਮੌਤ ਦੇ ਮੂੰਹ 'ਚ ਫਸਿਆ ਜਿਉਂਦਾ ਮਨੁੱਖ ਚੀਕ ਰਿਹਾ, ਤੜਪ ਰਿਹਾ। ਸੜਦੀ ਹੋਈ ਇਸ ਜਿੰਦਾ ਲਾਸ਼ ਨੂੰ ਇੱਕ ਬੰਦਾ ਲੱਤ ਮਾਰਦਾ, ਦੂਜਾ ਸੜਕ ਤੇ ਰੋੜ ਦਿੰਦਾ ਹੈ, ਤੀਜਾ ਉਹਦੀ ਚਰਬੀ ਤੇ ਲਟ ਲਟ ਬਲਦੇ ਚਿਰਾਗ ਨੂੰ ਵੇਖ ਕੇ ਪੁੱਛਦਾ ਹੈ, ਇਹ ਕਿਸ ਗਾਜ਼ੀ ਦਾ ਮਜ਼ਾਰ ਹੈ? ਇਹ ਕਿਸ ਸ਼ਹੀਦ ਦਾ ਸਿਵਾ ਹੈ? ਕੋਈ ਉੱਤਰ ਨਹੀਂ। ਕਫਨ ਉਤਾਰਨ ਵਾਲੇ ਪਹਿਲਾਂ ਮੁਰਦੇ ਦੀਆਂ ਜੇਬਾਂ ਟਟੋਲਦੇ ਹਨ, ਫਿਰ ਕਫਨ ਉਤਾਰਦੇ ਹਨ ਤੇ ਅਲਫ ਨੰਗੀ ਲਾਸ਼ ਨੂੰ ਲਹੂ ਦੇ ਦਰਿਆ 'ਚ ਵਹਾ ਦਿੰਦੇ ਹਨ। ਟਰੱਕਾਂ ਦੇ ਟਰੱਕ ਭਰੇ ਹੋਏ ਬਾਹਰ ਹਸਪਤਾਲ ਦੇ ਵਿਹੜੇ 'ਚ ਆ ਕੇ ਰੁਕਦੇ ਹਨ। ਕਿਸੇ ਦਾ ਸਿਰ ਨਹੀਂ, ਕਿਸੇ ਦੀਆਂ ਲੱਤਾਂ ਨਹੀਂ। ਮੁਰਦਾ ਘਰ ਲਾਸ਼ਾਂ ਨਾਲ ਭਰ ਗਿਆ। 3 ਸਟ੍ਰੈਚਰ ਮੇਰੇ ਵੱਲ ਵੱਧ ਰਹੇ ਹਨ। ਇਹ ਅਜੇ ਧੁੜਕ ਰਹੇ ਹਨ। ਨਰਸ ਦੀ ਅਚਾਨਕ ਆਵਾਜ਼ ਮੇਰੇ ਕੰਨੀ ਪੈਂਦੀ ਹੈ। ਮੈਂ ਉਹਨਾਂ ਵੱਲ ਪਰਤਦਾ। 3 ਜਵਾਨ ਗੱਭਰੂ ਹਨ। ਮੈਂ ਉਹਨਾਂ ਦੀ ਦੇਖਭਾਲ ਸ਼ੁਰੂ ਕਰ ਦਿੰਦਾ। ਜੇਕਰ ਇਹਨਾਂ ਨੂੰ ਮੁਰਦਾਖਾਨੇ 'ਚ ਸੁੱਟਿਆ ਜਾਂਦਾ ਤਾਂ ਮੁਰਦਾਖਾਨਾ ਨੱਕੋ ਨੱਕ ਭਰ ਜਾਣਾ ਸੀ। ਅਸੀਂ ਗੇਟ ਵੀ ਨਹੀਂ ਸੀ ਬੰਦ ਕਰ ਸਕਦੇ, ਨਰਸ ਕਹਿ ਰਹੀ ਹੈ। ਨਾਲੇ ਬੋ ਵੱਖਰੀ ਆਉਣੀ ਸੀ ਸਾਰਾ ਦਿਨ, ਜਮਾਦਾਰ ਕਹਿੰਦਾ ਹੈ। 3 ਫੱਟੜ ਯੁਵਕਾਂ ਦਾ ਰੰਗ ਹਲਦੀ ਵਰਗਾ ਪੀਲਾ ਹੈ। ਉਹਨਾਂ ਦੀ ਸਾਰੀ ਰੱਤ ਨਿੱਚੜ ਗਈ ਹੈ। ਉਹਨਾਂ ਨੂੰ ਡ੍ਰਿਪ ਲਗਾ ਕੇ ਬਲੱਡ ਫਿਊਜ਼ਨ ਦੇਣਾ ਪਏਗਾ, ਪਰ ਸਟੋਰ 'ਚ ਬਲੱਡ ਨਹੀਂ। ਬਲੱਡ ਤਾਂ ਕਲਯੁਗਣਾ ਦੇ ਖੱਪਰ 'ਚ ਭਰਿਆ ਜਾ ਰਿਹਾ, ਜਿੱਥੇ ਡੁੱਲ ਡੁੱਲ ਕੇ ਉਹ ਧਰਤੀ 'ਚ ਵਿਅਰਥ ਰੁਲਦਾ ਪਿਆ। ਫਿਕਰ ਨਾ ਕਰੋ, ਅਸੀਂ ਕਿਤੋਂ ਨਾ ਕਿਤੋਂ ਖੂਨ ਦਾ ਪ੍ਰਬੰਧ ਕਰਾਂਗੇ। ਜੇ ਮੈਨੂੰ ਆਪਣਾ ਖੂਨ ਵੀ ਦੇਣਾ ਪਿਆ ਤਾਂ ਦੇਵਾਂਗਾ। ਉਹਨਾਂ ਵਿੱਚੋਂ ਇੱਕ ਯੁਵਕ ਮੈਨੂੰ ਵੇਖਦਾ ਤੇ ਚੀਕ ਉੱਠਦਾ, ਨਹੀਂ। ਮੈਂ ਉਹਦੇ ਕੋਲ ਜਾਂਦਾ। ਮੈਨੂੰ ਵੇਖ ਕੇ ਕੁਝ ਕਹਿਣਾ ਚਾਹੁੰਦਾ ਪਰ ਕਹਿ ਨਹੀਂ ਸਕਦਾ। ਦਰਦ ਦੀ ਸੀਮਾ 'ਚੋਂ ਲੰਘਦਾ ਹੋਇਆ ਯੁਵਕ ਬਿਟਰ ਬਿਟਰ ਮੈਨੂੰ ਦੇਖ ਰਿਹਾ। ਮੈਂ ਉਹਦੇ ਜ਼ਖਮ ਧੋ ਕੇ ਮੱਲਮ ਪੱਟੀ ਕਰਦਾ, ਉਹਨੂੰ ਬੇਹੋਸ਼ੀ ਦਾ ਟੀਕਾ ਲਾਉਣਾ, ਬੈੱਡ ਤੇ ਪਾ ਦਿੰਦਾ। ਬਾਹਰ ਰਾਤ ਦੀਆਂ ਰਗਾਂ ਵਿੱਚ ਰਿਸਦਾ ਹੋਇਆ ਕਾਲਾ ਲਹੂ ਸਾਰੇ ਦਾ ਸਾਰਾ ਨਿੱਚੜ ਗਿਆ। ਉਹਦੀ ਰੰਗਤ ਵੀ ਪੀਲੀ ਪੈਣੀ ਸ਼ੁਰੂ ਹੋ ਗਈ ਹੈ। ਦੂਰ ਗਿਰਜੇ ਦਾ ਘੰਟਾ ਵੱਜ ਰਿਹਾ ਹੈ। ਮਸਜਿਦ ਦੇ ਮੁਨਾਰਿਆਂ ਨੂੰ ਕਾਂਬਾ ਛਿੜ ਪੈਂਦਾ। ਮੰਦਰ ਦੇ ਕਲਸ਼ ਚਕਰਾਉਂਦੇ ਹਨ ਤੇ ਗੁਰਦੁਆਰੇ 'ਚ ਗੁਰਬਾਣੀ ਦੀਆਂ ਤੁਕਾਂ ਸਖਣੀਆਂ ਦੀਵਾਰਾਂ ਨਾਲ ਸਿਰ ਪਟਕਦੀਆਂ ਰਹਿੰਦੀਆਂ ਹਨ। ਅਬ ਕੀ ਬਾਰ ਬਖਸ਼ ਬੰਦੇ ਕੋ, ਖੁਦਾਵੰਦ ਕਰੀਮ, ਇਹ ਗੁਨਾਹਗਾਰ ਹਨ ਪਰ ਤੂੰ ਤਾਂ ਬਖਸ਼ਣਹਾਰ ਹੈ। ਇਹ ਲੋਕ ਨਹੀਂ ਜਾਣਦੇ ਜੋ ਕੁਝ ਇਹ ਕਰ ਰਹੇ ਹਨ ਇਹ ਗੁਨਾਹ ਹੈ। ਘਿਰਨਾ ਦੇ ਕੋਟ ਨੂੰ ਜਿੱਤਣ ਲਈ ਸਭ ਤੋਂ ਵੱਡਾ ਹਥਿਆਰ ਪਿਆਰ ਹੀ ਹੈ। ਮੇਰਾ ਜੀਅ ਕਰਦਾ ਕਿਸੇ ਨੂੰ ਪੁੱਛਾਂ ਕਿ ਬਾਹਰ ਫੈਲੀ ਹੋਈ ਨਫ਼ਰਤ ਦੀ ਦਲਦਲ ਕਿੰਨੀ ਡੂੰਘੀ ਹੈ। ਉਸ 'ਚ ਘੋੜੇ ਦੇ ਖੁਰ ਡੁੱਬੇ ਹਨ, ਲੱਤਾਂ ਡੁੱਬੀਆਂ ਹਨ ਕਿ ਸਵਾਰ ਸਮੇਤ ਘੋੜਾ ਗਰਕ ਹੋ ਗਿਆ। ਪਰ ਮੈਂ ਕਿਹਨੂੰ ਪੁੱਛਾਂ? ਉਹ ਨੌਜਵਾਨ ਜਿਹਨੇ ਮੈਨੂੰ ਵੇਖ ਕੇ ਜ਼ੋਰ ਦੀ ਨਾਂਹ ਕੀਤੀ ਸੀ ਬਿਟਰ ਬਿਟਰ ਮੇਰੇ ਵੱਲ ਝਾਕ ਰਿਹਾ। ਉਹਦੀਆਂ ਨਜ਼ਰਾਂ ਦੀ ਬੇਯਕੀਨੀ ਖਤਮ ਹੋ ਗਈ ਹੈ। ਉਹ ਦ੍ਰਿੜ ਵਿਸ਼ਵਾਸ ਨਾਲ ਮੇਰੇ ਵੱਲ ਵੇਖ ਕੇ ਹੌਲੀ ਹੌਲੀ ਮੈਨੂੰ ਆਪਣੇ ਕੋਲ ਸੱਦਦਾ ਹੈ। ਕਿਉਂ, ਕੁਝ ਚਾਹੀਦਾ ਹੈ? ਹਾਂ ਡਾਕਟਰ, ਬੋਲੋ। ਮੈਂ ਤੁਹਾਡੇ ਪੈਰ ਛੂਹ ਕੇ ਆਪਣੇ ਮੱਥੇ ਨੂੰ ਲਾਉਣਾ ਚਾਹੁੰਦਾ। ਇਹੋ ਮੇਰੀ ਇੱਛਾ ਹੈ, ਇਹੋ ਮੇਰੀ ਤਮੰਨਾ ਹੈ। ਕਿਉਂ? ਮੈਂ ਤੁਹਾਡਾ ਗੁਨਾਹਗਾਰ ਹਾਂ। ਕਿਵੇਂ? ਤੁਹਾਨੂੰ ਯਾਦ ਹੈ ਇੱਕ ਵਾਰੀ ਤੁਸੀਂ ਸਾਡੇ ਮਹੱਲੇ 'ਚੋਂ ਲੰਘ ਰਹੇ ਸੋ? ਮੈਨੂੰ ਯਾਦ ਨਹੀਂ, ਕੁਝ ਮੁੰਡਿਆਂ ਨੇ ਤੁਹਾਨੂੰ ਗਾਲਾਂ ਕੱਢੀਆਂ ਸੀ। ਮਾੜਾ ਜਿਹਾ ਯਾਦ ਹੈ, ਪਰ ਹੁਣ ਤੀਕ ਮੈਂ ਉਸ ਘਟਨਾ ਨੂੰ ਪੂਰੀ ਤਰ੍ਹਾਂ ਭੁਲਾ ਦਿੱਤਾ ਹੈ। ਮੈਨੂੰ ਤਾਂ ਉਹਨਾਂ ਦੀਆਂ ਸ਼ਕਲਾਂ ਵੀ ਭੁੱਲ ਗਈਆਂ। ਬੁਰਾਈ ਨੂੰ ਭੁਲਾ ਦੇਣਾ ਭਗਵਾਨ ਦਾ ਗੁਣ ਹੈ। ਸ਼ਾਇਦ ਤੁਹਾਨੂੰ ਪਤਾ ਨਹੀਂ ਡਾਕਟਰ, ਉਹਨਾਂ ਜ਼ਲੀਲ ਮੁੰਡਿਆਂ 'ਚ ਇੱਕ ਮੈਂ ਵੀ ਸੀ। ਮੈਂ ਬੇਯਕੀਨੀ ਜਿਹੀ ਨਾਲ ਉਸ ਵੱਲ ਵੇਖਦਾ। ਉਹਦੀਆਂ ਅੱਖਾਂ 'ਚ ਹੰਝੂਆਂ ਦੇ ਹੜ ਉਮੜ ਆਉਂਦੇ ਹਨ। ਮੈਂ ਆਪਣੇ ਹੱਥ ਨਾਲ ਉਹਦੇ ਹੰਝੂ ਪੂੰਝਦਾ, ਪਿਆਰ ਨਾਲ ਗੱਲ ਪਲੋਸਦਾ। ਆਪ ਮੁਹਾਰੇ ਮੇਰੇ ਮੂੰਹ ਨਿਕਲਦਾ, ਪਾਗਲ ਨਾ ਹੋਵੇ ਤੇ। ਧੰਨਵਾਦ।